ਅੱਜ ਆਪਾਂ 146 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ, ਜਿਹੜਾ ਕਿ ਆਪਾਂ ਵਾਰ ਲੈ ਰਹੇ ਹਾਂ ਮਾਝ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦੀ। ਉਹਦੇ ਵਿੱਚ ਉਹਦੀ ਆਪਾਂ ਨੇ 18ਵੀਂ ਪੌੜੀ ਲੈਣੀ ਹੈ ਜੀ। ਉਸ ਤੋਂ ਪਹਿਲਾਂ ਸ਼ਲੋਕ ਇਸ ਤੋਂ ਪਹਿਲਾਂ ਜਿਹੜੀ ਇਹ ਪੌੜੀ ਸੀਗੀ ਉਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਨੇ ਜਿਹੜਾ ਹੈਗਾ ਸੱਚ ਦੀ ਗੱਲ ਕੀਤੀ ਸੀਗੀ ਕਿ ਭਾਈ ਸੱਚ ਦੇ ਨਾਲ ਜਿਹੜਾ ਹੈਗਾ ਜਾਂ ਤੂੰ ਤਾਂ ਕਿਆ ਮੈਂ ਹੋਰ, ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ, ਮੁੱਠੀ ਧੰਦੇ ਚੋਰ ਮਹਿਲ ਨਾ ਪਾਈਏ। ਇਹ ਧੰਦਿਆਂ ਦੇ ਨਾਲ ਠੱਗਿਆ ਜਾਂਦਾ ਇਨਸਾਨ। ਅਤੇ ਉਹਦਾ ਜਿਹੜਾ ਹੈਗਾ ਸਰਮਾਇਆ ਜਿਹੜਾ ਹੈਗਾ ਪੂੰਜੀ ਜਿਹੜੀ ਹੈਗੀ ਮਨੁੱਖਾ ਸਰੀਰ ਜਿਹੜਾ ਮਿਲਿਆ ਹੋਇਆ, ਸਵਾਸ ਮਿਲੇ ਹੋਏ ਆ, ਇਹ ਜਿਹੜੇ ਹੈਗੇ ਲੁੱਟੇ ਜਾਂਦੇ ਆ, ਮਹਿਲ ਨਹੀਂ ਮਿਲਦਾ। ਇਹਨੇ ਚਿੱਤ ਕਠੋਰ ਸੇਵ ਗਵਾਈਏ, ਔਰ ਚਿੱਤ ਜਿਹੜਾ ਹੈਗਾ ਨਹੀਂ ਭੇਜਦਾ ਪਾਏ। ਇਹ ਮਨ ਪਤੰਦਰ ਮੰਨਦਾ ਨਹੀਂ ਹੈਗਾ। ਔਰ ਇਹਦੇ ਨਾਲ ਕਿਉਂਕਿ ਜਿਹੜਾ ਹੈਗਾ ਔਰ ਅਵਸਰ ਜਿਹੜਾ ਹੈਗਾ ਇੰਨਾ ਕੀਮਤੀ ਅਵਸਰ ਮਨੁੱਖੀ ਜੂਨ ਮਿਲੀ ਹੋਈ ਜਿਹੜੀ ਹੈਗੀ ਇਹ ਗਵਾਚ ਜਾਂਦੀ ਹੈ। ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ। ਅਤੇ ਜੇ ਸੱਚ ਨਹੀਂ, ਸੱਚ ਦੇ ਨਾਲ ਜੁੜੇ ਆਪਾਂ, ਆਪਣੇ ਅੰਦਰ ਸੱਚ ਨਹੀਂ ਪੈਦਾ ਹੋਇਆ ਅਤੇ ਭਾਈ ਫਿਰ ਜਿਹੜਾ ਹੈਗਾ ਇਹ ਜਨਮ ਮਰਨ ਦਾ ਗੇੜਾ ਜਿਹੜਾ ਹੈਗਾ ਭੰਨਣ ਘੜਨ ਵਾਲਾ ਜਿਹੜਾ ਹੈਗਾ ਇਹ ਭਾਂਡਾ ਤਾਂ ਭੰਨਣਾ ਹੀ ਫੁੱਟਣਾ ਹੀ ਹੈ ਭਾਈ। ਫਿਰ ਜਿਹੜਾ ਹੈਗਾ ਉਹ ਮਾਲਕ ਦੀ ਮਰਜ਼ੀ ਹੈਗੀ, ਜਿਹੇ ਜਿਹੇ ਉਹਦੇ ਕਾਨੂੰਨ ਹੈਗੇ ਉਸ ਤਰ੍ਹਾਂ ਆਪਾਂ ਨੂੰ ਉਸੇ ਦੇ ਵਿੱਚ ਜਿਹੜਾ ਹੈਗਾ ਫਿਰ ਵੇਟ ਕਰਨੀ ਪਊਗੀ। ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ। ਅਤੇ ਪੂਰੇ ਵੱਟੇ ਜਿਹੜੇ ਹੈਗੇ ਉਹਨਾਂ ਦੇ ਮਾਲਕ ਦੀ ਕਸੌਟੀ ਜਿਹੜੀ ਹੈਗੀ ਆ ਉਹਦੇ ਉੱਤੇ ਕਿਸ ਤਰ੍ਹਾਂ ਆਪਾਂ ਪੂਰੇ ਤੁਲ ਸਕਦੇ ਹਾਂ। ਅਤੇ ਭਾਈ ਮਹਾਰਾਜ ਕਹਿੰਦੇ ਤੁਲ ਸਕਦੇ ਹਾਂ, ਕੋਈ ਨਾ ਆਖੇ ਘੱਟ ਹਉਮੈ ਜਾਈਏ। ਜੇ ਆਪਣੀ ਹਉਮੈ 'ਤੇ ਵਰਕਆਊਟ ਕਰ ਲਏਗਾ, ਇਹ ਪਤੰਦਰ ਨੂੰ ਮਨਾ ਲਏਗਾ, ਮਨ ਨੂੰ ਜਿਹੜਾ ਹੈਗਾ ਇਹਦਾ ਹੰਕਾਰ ਜਿਹੜਾ ਹੰਕਾਰੀ ਹੈਗਾ, ਇਹਨੂੰ ਜਿਹੜਾ ਸਰੀਰ ਦਾ ਹੰਕਾਰ ਹੈਗਾ ਇਹਨੂੰ ਜੇ ਇਹ ਮੰਨ ਗਿਆ ਅਤੇ ਜੇ ਤੂੰ ਇਹ ਭਗਤੀ ਦੇ ਨਾਲ ਹੀ ਜਿਹੜਾ ਹੈਗਾ ਇਹ ਹਉਮੈ ਜਾ ਸਕਦੀ ਆ। ਲਈਨ ਖਰੇ ਪਰਖ ਦਰੇ ਬਿਨਾਈਏ। ਉਹ ਮਾਲਕ ਦਾ ਦਰ 'ਤੇ ਉਹਦੇ ਦਰਬਾਰ ਦੇ ਵਿੱਚ ਜਿਹੜਾ ਹੈਗਾ ਝੂਠ ਨੂੰ ਜਗ੍ਹਾ ਨਹੀਂ ਹੈਗੀ ਭਾਈ। ਉੱਥੇ ਖਰੇ ਹੀ ਪਰਖੇ ਜਾਣੇ ਆ। ਉਹਦੀ ਜਿਹੜੀ ਹੈ ਬਹੁਤ ਗਹਿਰੀ ਨਜ਼ਰ ਹੈ, ਉਹਦੇ ਵਿੱਚ ਖੋਟਾ ਕੋਈ ਨਹੀਂ ਚੱਲਦਾ। ਸੌਦਾ ਇਕਤ ਹੱਟ ਪੂਰੇ ਗੁਰ ਪਾਈਏ। ਸੌਦਾ ਜਿਹੜਾ ਹੈਗਾ ਪੂਰੇ ਗੁਰੂ ਦੇ ਕੋਲ ਹੀ ਸੌਦਾ ਹੈਗਾ। ਗੁਰੂ ਦੇ ਦੁਆਰਾ ਇਹ ਇਸ ਆਪਣੀ ਹੱਟੀ 'ਤੇ ਇਨਾਮ ਦਾ ਸੌਦਾ ਹੈਗਾ। ਇਹ ਜੁਗਤੀ ਹੈਗੀ ਭਾਈ, ਧਿਆਨ ਮਾਇਆ ਤੋਂ ਧਿਆਨ ਹਟਾਉਣਾ ਆ, ਇਹੀ ਜੁਗਤੀ ਹੈਗੀ ਆ। ਔਰ ਇਹਦੇ ਨਾਲ ਹੀ ਜਿਹੜਾ ਹੈਗਾ ਇਹ ਸੌਦਾ ਪਾਇਆ ਜਾਊਗਾ। ਔਰ ਇਹ ਸੌਦਾ ਨਹੀਂ ਹੈਗਾ ਆਪਣੇ ਕੋਲ ਅਤੇ ਭਾਈ ਫਿਰ ਜਿਹੜੇ ਹੈਗੇ ਆਪਾਂ ਜਨਮ ਮਰਨ ਦੇ ਗੇੜੇ 'ਚ ਇਸ ਤਰ੍ਹਾਂ ਹੀ ਚੱਲਦੇ ਰਹਾਂਗੇ। ਔਰ ਇਸ ਤੋਂ ਅੱਗੇ ਜਿਹੜਾ ਹੈਗਾ ਹੁਣ ਦੂਸਰਾ ਆਪਾਂ ਅੱਜ ਦਾ ਸ਼ੁਰੂ ਕਰ ਰਹੇ। ਗੋਰਖੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਤਾਂ ਜੀ ਜੱਸਾ, ਵਾਹਿਗੁਰੂ ਜੀ ਕਾ ਹਾਂਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ। ਹਾਂ ਲੇਟ ਹੋ ਗਿਆ। ਨਹੀਂ ਕੋਈ ਨਹੀਂ। 146 ਅੰਗ 'ਤੇ ਜਿਹੜੇ ਹੈਗੇ ਆਪਾਂ ਸ਼ੁਰੂ ਕਰ ਰਹੇ ਹਾਂ ਜੀ। ਤੁਹਾਡਾ ਬਹੁਤ ਹੈ ਗੋਰਖੀ ਸਾਹਿਬ, ਇੰਨਾ ਹੀ ਜਿਹੜਾ ਹੈ ਨਾ ਤੁਸੀਂ ਆ ਜਾਂਦੇ ਹੋ ਨਾ, ਜਿਹੜਾ ਹੈਗਾ ਸਮਾਂ ਕੱਢ ਲੈਂਦੇ ਹੋ, ਇਹੀ ਸਾਡੇ ਵਾਸਤੇ ਵਰਦਾਨ ਹੈਗਾ ਜੀ। ਬਹੁਤ ਵਧੀਆ। ਨਹੀਂ ਉਹ ਮਾੜਾ ਮੋਟਾ ਤੁਹਾਨੂੰ ਪਤਾ ਹੀ ਸੰਸਾਰ ਇੱਥੇ ਵੀ ਚੱਲਦਾ। ਠੀਕ ਹੈ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਸ਼ਲੋਕ ਮਹੱਲਾ ਸ਼ੁਰੂ ਕਰੋ। ਹਾਂਜੀ, ਸ਼ਲੋਕ ਮਹੱਲਾ ਦੂਜਾ, ਦੂਸਰੀ ਪਾਤਸ਼ਾਹੀ ਦਾ ਸ਼ਲੋਕ ਹੈਗਾ। ਕਹਿੰਦੇ ਸੱਚ ਦੇ ਨਾਲ ਜੁੜਨ ਦੇ ਵਾਸਤੇ, ਜਿਹੜਾ ਝੂਠ ਦੇ ਪਾਸਿਓਂ ਹਟਣ ਦੇ ਵਾਸਤੇ ਤੇਰੇ ਕੋਲ ਮਿੱਤਰਾ 8 ਪੈਰ ਹੈਗੇ। ਘੁੰਮ ਕੇ ਤੇਰੇ ਕੋਲ 8 ਪੈਰ ਆਉਣੇ ਆ ਤੇਰੇ ਕੋਲ। ਇਹਨਾਂ ਨੂੰ ਯੂਜ਼ ਕਰ ਲਾ। ਦੇਖ, ਹਰ ਰੋਜ਼ ਮਾਲਕ ਪਰਮਾਤਮਾ ਤੈਨੂੰ ਚਾਂਸ ਦਿੰਦਾ ਹੈ। ਤੇਰੇ ਜਿਹੜੇ ਹੈਗੇ ਜਿੰਨੇ ਵੀ ਜਿਹੜੇ ਤੇਰੇ ਵਿਚਾਰ ਹੈਗੇ ਸਾਰੇ ਦੇ ਸਾਰੇ ਉਹ ਬੰਦ ਕਰ ਦਿੰਦਾ ਹੈ। ਨਵੇਂ ਸਿਰੇ ਤੋਂ ਫਿਰ ਚਾਂਸ ਦੇ ਦਿੰਦਾ ਹੈ ਤੈਨੂੰ 8 ਪੈਰਾਂ ਬਾਅਦ। ਅਤੇ ਇਹ 8 ਪੈਰਿਆਂ ਦੇ ਵਿੱਚ ਤੇਰਾ ਕਾਰਵਾਈ ਜਿਹੜੀ ਹੈ, ਮਹਾਰਾਜ ਕਹਿੰਦੇ ਮੈਂ ਤੈਨੂੰ ਦੱਸ ਦਿੰਦਾ ਵੀ ਕਾਰਵਾਈ ਤੂੰ ਕੀ ਕਰਨੀ ਹੈ।
ਅੱਠੀ ਪਹਿਰੀ 8 ਖੰਡ। ਖੰਡ ਦਾ ਮਤਲਬ ਹੁੰਦਾ ਹੈ ਖੰਡ ਖੰਡ ਕਰ ਦੇਣੇ ਆ। ਖੰਡ ਦਾ ਮਤਲਬ ਜਿਹੜੇ ਟੁਕੜੇ ਟੁਕੜੇ ਕਰ ਦੇਣੇ ਆ। ਕਿਹਦੇ ਟੁਕੜੇ ਕਰਦੇ ਆ? 8 ਚੀਜ਼ਾਂ ਦੇ। ਕੀ ਹੈ 8 ਚੀਜ਼ਾਂ? ਇਹ ਜਿਹੜੀਆਂ ਆਪਣੀਆਂ ਜਿਹੜੀਆਂ 5 ਗਿਆਨ ਇੰਦਰੀਆਂ ਮਿਲੀਆਂ ਹੋਈਆਂ ਆ, ਇਹ ਜਿਹੜੇ ਜਿਹੜੇ ਸਵਾਦਾਂ ਦੇ ਵਿੱਚ ਜਿਹੜੀਆਂ ਹੈਗੀਆਂ ਆਪਾਂ ਨੂੰ ਮਨ ਨੂੰ ਲੈ ਕੇ ਜਾ ਰਹੀਆਂ, ਜਿਹੜੇ ਜਿਹੜੇ ਵਿਚਾਰਾਂ ਦੇ ਵਿੱਚ ਲੈ ਕੇ ਜਾ ਰਹੀਆਂ। 3 ਗੁਣੀ ਮਾਇਆ ਦੇ ਵਿੱਚ 5 ਗਿਆਨ ਇੰਦਰੀਆਂ, 3 ਗੁਣੀ ਮਾਇਆ, ਆਹੀ ਘੁਮਾਈ ਫਿਰਦੀਆਂ ਆ ਹਰੇਕ ਇਨਸਾਨ ਨੂੰ। ਕਹਿੰਦੇ ਇਹਨਾਂ ਨੂੰ ਖੰਡ ਖੰਡ ਕਰ ਦੇਣਾ ਹੈ। ਇਹ ਕਿਉਂ ਘੁਮਾ ਰਹੀਆਂ ਆ? ਕਹਿੰਦੇ 9ਵਾਂ ਖੰਡ ਸਰੀਰ। ਕਹਿੰਦੇ ਸਰੀਰ, ਤੂੰ ਆਪਣੇ ਆਪ ਨੂੰ ਜਿਹੜਾ ਹੈਗਾ ਸਰੀਰ ਸਮਝਿਆ ਹੋਇਆ ਹੈ। 9ਵਾਂ ਖੰਡ ਤੇਰਾ ਸਰੀਰ ਆ। ਸਰੀਰ ਨੂੰ ਤੂੰ ਸਰੀਰ ਦੇ ਇਹ ਸਰੀਰ ਨੂੰ ਜਿਹੜਾ ਹੈਗਾ ਭੋਗ ਕਰਾ ਰਹੀਆਂ ਹੈ, ਸਰੀਰ ਨੂੰ ਜਿਹੜੇ ਸਵਾਦ ਚਖਾ ਰਹੀਆਂ ਹੈ। ਇਸ ਕਰਕੇ ਜਿਹੜਾ ਹੈਗਾ ਤ੍ਰਿਗੁਣੀ ਮਾਇਆ ਅਤੇ 5 ਗਿਆਨ ਇੰਦਰੀਆਂ, ਇਹ ਜਿਹੜੀਆਂ ਹੈਗੀਆਂ ਮਨੁੱਖ ਦਾ ਜੀਵਨ ਜਿਹੜਾ ਹੈਗਾ ਇਹੀ ਅਪੋਜ਼ਿਟ ਟੀਮ ਹੈਗੀ ਆ। ਔਰ ਇਹ ਜਿਹੜੀਆਂ ਹੈਗੀਆਂ ਆਪਾਂ ਨੂੰ ਜਿਹੜੀਆਂ ਹੈਗੀਆਂ ਇਹ ਸਾਈਕਲ ਦੇ ਵਿੱਚ ਹੀ ਘੁਮਾਈ ਫਿਰਦੀਆਂ ਆ। 8 ਪਹਿਰ ਹੈਗੇ ਆਪਣੇ ਕੋਲ। 8ਵੀਂ ਪਹਿਰੀ 8 ਖੰਡ 9ਵਾਂ ਖੰਡ ਸਰੀਰ। ਆਹ ਕੰਮ ਕਰਨਾ ਹੈ ਭਾਈ। ਸਰੀਰ ਦਾ ਮੋਹ ਇਹ 5 ਗਿਆਨ ਇੰਦਰੀਆਂ ਦੇ ਦੁਆਰਾ 3 ਗੁਣੀ ਮਾਇਆ ਦੇ ਵਿੱਚ ਜਿਹੜੀ ਆਪਾਂ ਘੁੰਮਦੇ ਹਾਂ, ਇਹਨੂੰ ਖਤਮ ਕਰਨਾ ਹੈ। ਇਹ ਹੈਗਾ, ਇਹ ਕੰਮ ਕਰਨ ਵਾਲਾ ਹੈਗਾ। 8 ਪਹਿਰ ਹੈਗੇ ਆਪਣੇ ਕੋਲ। ਅਤੇ ਫਿਰ ਜਿਹੜੇ ਹੈਗੇ ਜਿਹੜੇ ਇਹ ਕੰਮ ਕਰਦੇ ਆ, ਤਿਸ ਵਿੱਚ ਨੌਨਿਧ ਨਾਮ ਏਕ ਭਾਲੈ ਗੁਣੀ ਗਹੀਰ। ਇਹਦੇ ਵਿੱਚ ਕਹਿੰਦੇ 9 ਨਿਧ 18 ਸਿੱਧੀਆਂ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਕਹਿੰਦੇ ਇੰਨਾ ਕੀਮਤੀ ਜਿਹੜਾ ਹੈਗਾ ਉਹ ਨਾਮ ਤੇਰੇ ਅੰਦਰ ਹੀ ਪਿਆ ਹੋਇਆ। ਇਹਨੂੰ ਭਾਲਦੇ ਹੈਗੇ ਭਾਈ। ਗੁਣੀ ਗਹੀਰ, ਗੁਣਾਂ ਵਾਲੇ ਗੁਣ ਲੈਣੇ ਪੈਣੇ ਆ ਭਾਲਣ ਵਾਸਤੇ, ਗਹਿਰੇ ਗੁਣ ਭਾਈ। ਤਿਸ ਵਿੱਚ 9 ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਕਹਿੰਦੇ ਕਰਮਵੰਤ ਜਿਹੜੇ ਹੈਗੇ, ਐਕਸ਼ਨ ਜਿਹੜੇ ਹੈਗੇ, ਜਿਹੜੇ ਭਾਲਦੇ ਆ ਉਹੀ ਕਰਮਵੰਤ ਆ ਭਾਈ। ਕਰਮਵੰਤ ਨੂੰ ਜੇ ਕਹਾਂਗੇ ਬਈ ਉਹ ਜਿਹੜੇ ਹੈਗੇ ਜਿਨ੍ਹਾਂ ਦੇ ਉੱਤੇ ਜਿਹੜੇ ਹੈਗੇ ਬਖਸ਼ਿਸ਼ ਹੁੰਦੀ ਆ, ਉਹ ਭਾਲਦੇ ਆ। ਬਖਸ਼ਿਸ਼ ਦੇ ਵਾਸਤੇ ਤਾਂ ਆਪਾਂ ਆਏ ਹੀ ਆ ਭਾਈ। ਮਨੁੱਖਾ ਜੀਵਨ ਮਿਲ ਗਿਆ, ਇਹੀ ਬਖਸ਼ਿਸ਼ ਹੈਗੀ ਆਪਣੀ। ਇਹਦੇ ਵਿੱਚ ਜਿਹੜਾ ਜੇ ਆਪਾਂ ਆਹ ਭਾਲਣ ਵਾਲਾ ਕੰਮ ਕਰ ਲਈਏ ਤਾਂ ਆਪਾਂ ਜਿਹੜੇ ਹੈਗੇ ਚੰਗੇ ਭਾਗਾਂ ਵਾਲੇ ਬਣ ਜਾਵਾਂਗੇ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਆ ਦੇਖੋ, ਪੀਰ ਕਹਿ ਰਹੇ ਆ ਅਤੇ ਗੁਰ ਕਹਿ ਰਹੇ ਆ। ਇਹ ਆਪਣੇ ਨਿਰਮਲ ਸਿੰਘ ਜੀ ਦੇਖੋ, ਧਿਆਨ ਨਾਲ ਦੇਖੋ, ਇਹ ਗੁਰੂ ਔਰ ਪੀਰ ਦੋ ਵਰਡ ਆ ਗਏ, ਇਕੱਠੇ ਦੇ ਇਕੱਠੇ ਆ ਗਏ। ਪੀਰ ਕਿਹਨੂੰ ਕਹਿੰਦੇ ਆ? ਪੀਰ ਕਹਿੰਦੇ ਆ ਜੇ ਭਾਈ ਮੁਸਲਮਾਨੀ ਲਫ਼ਜ਼ ਹੈਗਾ। ਪੀਰ ਦਾ ਮਤਲਬ ਉਸਤਾਦ। ਗੁਰੂ ਜਿਹੜਾ ਹਿੰਦੀ ਆਪਣਾ ਇੰਡੀਅਨ ਜਿਹੜਾ ਸਮਝ ਲਓ ਬਈ ਉਹ ਹੈਗਾ। ਅਤੇ ਗੁਰੂ ਦਾ ਮਤਲਬ ਵੀ ਟੀਚਰ ਹੀ ਹੁੰਦਾ ਹੈ, ਜਿਹੜਾ ਆਪਾਂ ਨੂੰ ਗਿਆਨ ਦੇ ਸਕੇ, ਹਨੇਰੇ ਤੋਂ ਰੋਸ਼ਨੀ ਵੱਲ ਲੈ ਜਾ ਸਕੇ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਕਿਸ ਤਰ੍ਹਾਂ ਸਲਾਉਂਦੇ ਆ, ਕੀ ਕਰਦੇ ਆ? ਚੌਥੇ ਪਹਿਰੇ ਸਬਾਹ ਕੈ ਸੁਰਤੀਆਂ ਉਪਜੇ ਚਾਓ। ਕਹਿੰਦੇ ਜਿਹੜੇ ਨਾਮ ਦੇ ਜਿਹੜੇ ਰਸੀਏ ਹੁੰਦੇ ਆ ਨਾ, ਇਹ ਧਿਆਨ ਕਰਨ ਵਾਲੇ ਜਿਹੜੇ ਹੁੰਦੇ ਆ, ਉਹਨਾਂ ਨੂੰ ਚਾਹ ਆ ਜਾਂਦਾ। ਚਾਹ ਅੰਮ੍ਰਿਤ ਵੇਲੇ ਚਾਹ ਆ ਜਾਂਦਾ। ਚੌਥੇ ਪਹਿਰੇ, ਰਾਤ ਦਾ ਚੌਥਾ ਪਹਿਰ, ਚਾਹ ਆ ਜਾਂਦਾ ਉਹਨਾਂ ਦੇ ਅੰਦਰ। ਇਹਦੇ ਵਾਸਤੇ ਉਹ ਬਾਰ-ਬਾਰ ਜਿਹੜਾ ਹੈਗਾ ਉਹਨਾਂ ਦੀ ਜਾਗ ਖੁੱਲ੍ਹਦੀ ਆ। ਔਰ ਵੀਰ ਜੀ ਮੈਂ ਇੱਕ ਸੈਕਿੰਡ ਨਹੀਂ ਲੈਣਾ ਜੀ। ਗੁਰੂ ਤੇ ਟੀਚਰ ਦਾ ਨਾ ਜੋ ਮੈਨੂੰ ਸਮਝ ਪਈ, ਉਹ ਗੁਰੂ ਹੈ ਨਾ ਜਿਹੜਾ ਉਹ ਤੁਹਾਡੀ ਮੈਂ ਨੂੰ ਮਿਟਾਉਣ ਦਾ ਕੰਮ ਕਰਦਾ ਹੈ। ਔਰ ਜਿਹੜਾ ਟੀਚਰ ਹੈ ਉਹ ਪੜ੍ਹਿਆ ਹੋਇਆ ਜਿਹੜਾ ਗਿਆਨ ਹੈ, ਉਹਨੂੰ ਗਿਆਨ ਨੂੰ ਅੱਗੇ ਤੇ ਪੜ੍ਹਾਈ ਜਾਂਦਾ। ਬਸ ਮੇਰਾ ਥੋੜਾ ਜਿਹਾ ਪਤਾ ਨਹੀਂ ਕਿੱਥੋਂ ਆਇਆ ਧਿਆਨ ਚ। ਦੋਨੋਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ, ਦੋਨੋਂ ਹੁੰਦੇ ਆ ਬਸ। ਮਤਲਬ ਗੁਰੂ ਨੇ ਤਾਂ ਸਾਰਾ ਕੁਛ ਹੀ ਕਰ ਦੇਣਾ ਨਾ। ਹਾਂਜੀ ਹਾਂਜੀ। ਉਹਨੂੰ ਅਲਟੀਮੇਟਲੀ ਉਹ ਤੇਰੀ ਮੈਂ ਨੂੰ ਮਿਟਾ ਦੇਣਾ, ਸਾਡੀ ਮੈਂ ਨੂੰ ਮਿਟਾ ਦੇਣਾ ਉਹਨੇ। ਹਾਂਜੀ, ਉਹਨੇ ਇੱਕ ਕਰ ਦੇਣਾ ਹੈ। ਬਿਲਕੁਲ। ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਕਰਨੀ ਆਪਣੀ ਹੈ, ਕਰਨੀ ਆਪਾਂ ਨੇ ਕਰਨੀ ਹੈ ਭਾਈ। ਇਸੇ ਦੇ ਨਾਲ ਜਿਹੜਾ ਹੈਗਾ ਐਕਸ਼ਨ ਤੋਂ ਬਗੈਰ ਕੁਛ ਵੀ ਨਹੀਂ ਹੋਣਾ ਆਪਣਾ। ਜਿੰਨਾ ਮਰਜ਼ੀ ਗਿਆਨ ਲੈ ਲਓ, ਜੋ ਮਰਜ਼ੀ ਕਰ ਲਓ, ਗੱਡੀ ਉੱਥੇ ਤੇ ਉੱਥੇ ਖੜੀ ਰਹਿਣੀ ਹੈ ਭਾਈ। ਇਹ ਕਿਉਂਕਿ ਜਿਹੜਾ ਹੈਗਾ ਜਿਨ੍ਹਾਂ ਨੂੰ ਨਹੀਂ ਪਤਾ ਇਸ ਰਸਤੇ ਦਾ, ਉਹ ਤੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਔਰ ਤੁਰੇ ਨਹੀਂ ਹੈ, ਦੋਨੋਂ ਇੱਕੋ ਜਗ੍ਹਾ 'ਤੇ ਖੜੇ ਆ ਭਾਈ। ਇਹਨਾਂ ਨੂੰ ਥੋੜ੍ਹਾ ਜਿਹਾ ਇਹ ਗੰਭੀਰ ਮਸਲਾ ਹੈ ਇਹਨਾਂ ਦਾ, ਕਿਉਂਕਿ ਇਹਨਾਂ ਨੂੰ ਪਤਾ ਹੈ ਇਹ ਢੀਠ ਹੋ ਗਏ ਆ ਭਾਈ। ਪਤਾ ਹੋ ਕੇ ਵੀ ਨਹੀਂ ਕੀਤਾ ਇਹਨਾਂ ਨੇ। ਜਿਹਨੂੰ ਪਤਾ ਹੋਏ ਤਾਂ ਵੀ ਨਹੀਂ ਤੁਰਿਆ ਭਾਈ। ਫਿਰ ਉਹਦਾ ਤਾਂ ਜਿਹੜਾ ਇੱਕ ਨੂੰ ਤਾਂ ਲਾ ਦਾ ਪਤਾ ਹੀ ਨਹੀਂ ਹੈਗਾ,
ਚੱਲ ਉਹਦਾ ਤਾਂ ਫਿਰ ਵੀ ਥੋੜ੍ਹਾ ਬਹੁਤ ਕੰਸੈਸ਼ਨ ਹੋ ਸਕਦਾ, ਪਰ ਇਹ ਜਿਹਨੂੰ ਪਤਾ ਹੈ ਲਾ ਦਾ, ਫਿਰ ਵੀ ਜਾ ਕੇ ਸਿਗਨਲ ਤੋੜ ਰਿਹਾ ਹੈ ਬੰਦਾ, ਤੇ ਫਿਰ ਜਿਹੜਾ ਹੈਗਾ ਉਹਦਾ ਤਾਂ ਭਾਈ ਉਹ ਨਹੀਂ ਬਚੇਗਾ ਪਨਿਸ਼ਮੈਂਟ ਤੋਂ। ਚੌਥੇ ਪਹਿਰੇ ਸਵਾ ਕੈ ਸੁਰਤਿਆਂ ਉਪਜੇ ਚਾਓ, ਚਾਹ ਪੈਦਾ ਹੋ ਜਾਂਦਾ ਹੈ ਸਰੋਤਿਆਂ ਨੂੰ, ਜਿਹੜੇ ਹੈਗੇ ਜਿਹੜੇ ਨਾਮ ਰਸੀਏ ਹੁੰਦੇ ਆ ਭਾਈ, ਉਹਨਾਂ ਨੂੰ ਚਾਹ ਹੋ ਜਾਂਦਾ ਇਸ ਦਾ, ਇਹ ਭਗਤੀ ਦਾ, ਇਹ ਧਿਆਨ ਸਿਮਰਨ ਦੇ ਵਾਸਤੇ ਉਹਨਾਂ ਦੇ ਅੰਦਰ ਜਿਹੜੀ ਹੈਗੀ ਸੁਰਤੇ ਕਿਹਨੂੰ ਕਹਿੰਦੇ? ਸੁਰਤੇ ਜਿਹੜੇ ਹੁੰਦੇ ਜਿਨ੍ਹਾਂ ਦੀ ਸੋਚ ਉੱਚੀ ਹੈਗੀ, ਸੋਚ ਉਹ ਸੁਰਤੇ, ਉੱਚੀ ਸੋਚ ਵਾਲੇ। ਨੀਵੀਂ ਸੋਚ ਵਾਲਿਆਂ ਨੂੰ ਤਾਂ ਚਾਹ ਜਿਹੜਾ ਮਾਇਆ ਦਾ ਹੀ ਚਾਹ ਆ, ਇਹ ਦੁਨੀਆ ਦੇ ਧੰਦਿਆਂ ਦਾ ਚਾਹ ਹੁੰਦਾ ਹੈ। ਉੱਚੀ ਸੋਚ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਧਿਆਨ ਸਿਮਰਨ ਦਾ ਚਾਹ, ਭਗਤੀ ਦਾ ਚਾਹ ਚੜ੍ਹ ਜਾਂਦਾ ਹੈ ਉਹਨਾਂ ਨੂੰ। ਚੌਥੇ ਪਹਿਰੇ ਸਵਾ ਕੈ, ਸਵਾ ਮਤਲਬ ਸਵੇਰ ਦੇ। ਜਸਵੀਰ ਜੀ ਤੁਸੀਂ ਬਾਰ-ਬਾਰ ਨਾ ਆਪਣਾ ਕੈਮਰਾ ਮਤ ਔਨ ਕਰੋ, ਬੱਚਿਆਂ ਦੇ ਹੱਥ ਨਾ ਦਿਓ। ਚੌਥੇ ਪਹਿਰੇ ਸਵਾ ਕੈ ਸੁਰਤਿਆਂ ਉਪਜੇ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨੇ ਮੁਖ ਸੱਚਾ ਨਾਉ। ਇੱਥੇ ਦੇਖੋ ਮਨ ਦੇ ਨੰਨੇ ਨੂੰ ਸਿਆਰੀ ਹੈ, ਮੁਖ ਦੇ ਖੱਖੇ ਨੂੰ ਸਿਆਰੀ ਹੈ। ਉਹਨਾਂ ਨੂੰ ਦਰਿਆਵਾਂ ਨੂੰ ਦੋਸਤੀ। ਦਰਿਆ ਮਤਲਬ ਬਈ ਸਵੇਰੇ ਉੱਠ ਕੇ ਜਿਹੜਾ ਦਰਿਆ ਲੱਭਦੇ ਆ, ਜਿੱਥੇ ਹੁਣ ਦਰਿਆ ਨਾ ਹੋਏ ਤੇ ਫਿਰ ਤਾਂ ਉਹ ਵਿਚਾਰੇ ਭਗਤੀ ਕਰ ਨਹੀਂ ਸਕਦੇ। ਦਰਿਆਵਾਂ ਮਤਲਬ ਦਰ ਤੋਂ ਆਉਣ ਵਾਲੇ ਜਿਹੜੇ ਹੈਗੇ, ਜਿਹੜੇ ਨਾਮ ਰਸੀਏ ਹੈਗੇ, ਉਹਨਾਂ ਦੇ ਨਾਲ ਦੋਸਤੀ ਹੈ ਉਹਨਾਂ ਦੀ। ਦਰਿਆਵਾਂ ਸਿਓ ਦੋਸਤੀ ਮਤਲਬ ਜਿਹੜੇ ਹੈਗੇ ਜਿਹੜੇ ਇਹ ਧਿਆਨ ਸਿਮਰਨ ਕਰਨ ਵਾਲੇ ਜਿਹੜੇ ਹੈਗੇ ਇਸ ਰਸਤੇ 'ਤੇ ਤੁਰਦੇ ਆ, ਜਿਹੜੇ ਅੱਗੇ ਆ, ਜਿਹੜੇ ਉਹਨਾਂ ਦੇ ਨਾਲ ਉਹਨਾਂ ਦੀ ਦੋਸਤੀ ਹੁੰਦੀ ਆ। ਮਨੇ ਮੁਖ ਸੱਚਾ ਨਾਮ, ਮਨ ਦੇ ਵਿੱਚ ਵੀ ਤੇ ਮੁਖ ਦੇ ਵਿੱਚ ਵੀ ਜਿਨ੍ਹਾਂ ਦੇ ਸੱਚਾ ਨਾਮ ਹੈਗਾ, ਇਹ ਧਿਆਨ ਸਿਮਰਨ ਪਰਮੇਸ਼ਰ ਦੀ ਭਗਤੀ ਹੈਗੀ। ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ। ਦੇਖੋ ਕੀ ਕਹਿੰਦੇ ਆ ਉੱਥੇ, ਕਹਿੰਦੇ ਕੀ ਮਿਲਦਾ? ਅੰਮ੍ਰਿਤ ਮਿਲਦਾ, ਅੰਮ੍ਰਿਤ ਵੰਡਿਆ ਜਾਂਦਾ ਹੈ ਉੱਥੇ। ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕਹਿੰਦੇ ਕਰਮੀ ਜਿਹੜੀ ਹੈਗੀ ਆ, ਇਹ ਮਾਲਕ ਪਰਮਾਤਮਾ ਦੀ ਮਿਹਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਨਾਮ ਦੀ, ਅੰਮ੍ਰਿਤ ਦਾ ਛਾਂਦਾ, ਅੰਮ੍ਰਿਤ ਦੀ ਦਾਤ ਆਪਾਂ ਨੂੰ ਮਿਲਦੀ ਹੈ। ਇਸ ਤਰ੍ਹਾਂ ਪਸਾਰਾ ਹੁੰਦਾ ਹੈ ਭਾਈ। ਆਇਆ ਤਰੀਕਾ ਮਹਾਰਾਜ ਦਾ ਅੰਮ੍ਰਿਤ ਦੇਣ ਦਾ, ਅਮਰ ਕਰਨ ਦਾ, ਇਸ ਸੰਸਾਰ ਸਮੁੰਦਰ ਤੋਂ ਬਾਹਰ ਕੱਢਣ ਦਾ। ਕੰਚਨ ਕਾਇਆ ਕਸੀਏ ਵੰਨੀ ਚੜ੍ਹੇ ਚੜ੍ਹਾਓ। ਔਰ ਇਹ ਕਾਇਆ ਜਿਹੜੀ ਹੈਗੀ, ਜਿਹੜਾ ਮਨੁੱਖਾ ਸਰੀਰ ਹੈਗਾ, ਇਹ ਕੰਚਨ ਵਰਗਾ ਹੋ ਜਾਂਦਾ, ਇਹਦੇ ਅੰਦਰ ਅਵਗੁਣ ਨਿਕਲ ਜਾਂਦੇ ਆ, ਕੱਸੀ ਜਾਂਦੀ ਹੈ। ਇਹ ਕੰਚਨ ਕਾਇਆ ਕਸੀਏ, ਜਿਵੇਂ ਕੱਸ ਲਈ, ਇਹ ਆਪਣੇ ਆਪ ਜਿਹੜਾ ਹੈਗਾ ਇਹ ਕੰਟਰੋਲ ਆ ਜਾਂਦਾ ਹੈ ਮਾਇਆ ਦੇ ਉੱਤੇ, ਝੂਠ ਦੇ ਉੱਤੇ। ਵੰਨੀ ਚੜ੍ਹੇ ਚੜ੍ਹਾਓ, ਔਰ ਚੜ੍ਹਾਈ ਜਿਹੜੀ ਇੰਨੀ ਸੋਨੇ ਵਰਗੀ ਕਾਇਆ ਹੋ ਜਾਂਦੀ ਹੈ। ਔਰ ਉਹਨਾਂ ਦੀ ਜਿਹੜੀ ਹੈਗੀ ਚੜ੍ਹਾਈ, ਇਹ ਭਗਤੀ ਦੀ ਚੜ੍ਹਾਈ ਦਿਨ ਦੁਣੀ ਰਾਤ ਚੌਗਣੀ ਹੁੰਦੀ ਹੈ। ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ। ਆ ਮਾਲਕ ਪਰਮਾਤਮਾ ਦੀ ਸਰਾਫ ਦੀ ਨਦਰ ਹੈਗੀ ਆ, ਮਿਹਰ ਹੈਗੀ ਭਾਈ। ਜੇ ਤਾਂ ਆਹ ਕੰਮ ਕਰਦੇ ਆ ਤੇ ਨਦਰ ਆ ਜਾਏਗੀ, ਤੇ ਦੁਬਾਰਾ ਫਿਰ ਜਨਮ ਮਰਨ ਦੇ ਗੇੜ 'ਚ ਮਾਂ ਦੇ ਪੇਟ 'ਚ ਪੁੱਟਾ ਲਟਕਣਾ, ਇਹ ਜੂਨਾਂ ਦੇ ਵਿੱਚ ਨਹੀਂ ਪਊਗਾ। ਦੁਬਾਰਾ ਫਿਰ ਜਿਹੜਾ ਹੈਗਾ ਇਹ ਜਿਹੜਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਨਹੀਂ ਸੜਨਾ ਪਊਗਾ। ਇਹ ਤਾਂ ਹੋਇਆ ਚੌਥੇ ਪਹਿਰੇ ਸਵਾ ਕੇ। ਹੁਣ ਜਿਹੜੇ ਬਾਕੀ ਦੇ ਪੈਰ ਬਚ ਗਏ, ਬਾਕੀ ਦੇ ਪੈਰ 7 ਪੈਰ ਬਾਕੀ ਦੇ ਬਚ ਗਏ ਆਪਣੇ ਕੋਲ। ਹੁਣ 7 ਪੈਰ ਦਾ ਵੀ ਕਹਿੰਦੇ ਇਹਦਾ ਵੀ ਸਕੈਡਿਊਲ ਲੈ ਲਓ ਭਾਈ। ਇਹਦੇ ਵਿੱਚ ਕੀ ਕਰਨਾ ਹੈ? 7 ਪਹਿਰੀ 7 ਭਲਾ ਬਈਏ ਪੜ੍ਹਿਆ ਪਾਸ। ਕਹਿੰਦੇ 7 ਪੈਰਾਂ ਦੇ ਵਿੱਚ ਵੀ ਜਿਹੜਾ ਹੈਗਾ ਇਹ ਨਹੀਂ ਕਿ ਤੂੰ ਵਾਪਸ ਫਿਰ ਜਿਹੜਾ ਹੈਗਾ ਉਹਦੇ ਵਿੱਚ ਹੀ ਕਾਮ ਕ੍ਰੋਧ ਲੋਭ ਮੋਹੰਕਾਰ ਨੈਗੇਟਿਵਿਟੀ ਇਹਦੇ ਵਿੱਚ ਜਿਹੜਾ ਘੁੰਮਣਾ ਹੈ। ਕਹਿੰਦੇ 7 ਦੇ ਨਾਲ ਜੁੜਨਾ ਹੈ, 7 ਭਲਾ ਆ, ਸੱਚਾ ਆਚਰਣ ਭਲਾ ਹੈ। ਸੱਚ ਦੇ ਨਾਲ ਫਿਰ ਆਪਣੇ ਅੰਦਰ ਜਿਹੜਾ ਹੈਗਾ 7 ਨੂੰ ਲੈ ਕੇ ਆਉਣਾ ਹੈ। ਕੰਟਰੋਲ ਬਈਏ ਪੜ੍ਹਿਆ ਪਾਸ। ਕਹਿੰਦੇ ਪੜ੍ਹਿਆਂ ਕੋਲ ਬੈਠੀ, ਗਿਆਨੀਆਂ ਕੋਲ, ਜਿਨ੍ਹਾਂ ਦੇ ਕੋਲ ਕੁਛ ਰੱਬ ਵਾਲੀ ਗੱਲ ਹੈਗੀ, ਉਹਨਾਂ ਦੇ ਕੋਲ ਬੈਠੀ। ਮਾੜੀ ਸੰਗਤ ਵਾਲਿਆਂ ਕੋਲ ਨਾ ਜਾਈ। ਉੱਥੇ ਪਾਪ ਪੁੰਨ ਵਿਚਾਰੀਏ ਕੂੜਾ ਘਟੈ ਰਾਸ। ਕਹਿੰਦੇ ਉਹਨਾਂ ਦੇ ਕੋਲ ਪਾਪ ਔਰ ਪੁੰਨ, ਸਹੀ ਔਰ ਗਲਤ ਦੀ ਵਿਚਾਰ ਹੋਣੀ ਆ, ਤੇ ਝੂਠ ਤੇਰੇ ਅੰਦਰੋਂ, ਝੂਠ ਦੀ ਰਾਸ਼ੀ ਘਟ ਜਾਣੀ ਆ, ਤੇਰੇ ਅੰਦਰੋਂ ਝੂਠ ਜਾਊਗਾ ਜੇ ਉਹਨਾਂ ਦੀ ਸੰਗਤ ਕਰੇਗਾ ਤੇ ਦਿਨੇ ਵੀ। ਉੱਥੇ ਖੋਟੇ ਸੱਟੀਏ ਖਰੇ ਕੀਚੇ ਸਾਬਾਸ। ਔਰ ਮਾਲਕ ਦੇ ਦਰ ਦੇ ਉੱਤੇ ਜਿਹੜਾ ਹੈਗਾ ਖੋਟੇ ਜਿਹੜੇ ਆ ਸੁੱਟੇ ਜਾਂਦੇ ਬਾਹਰ, ਔਰ ਖਰਿਆਂ ਨੂੰ ਸ਼ਾਬਾਸ਼ੀ ਮਿਲਦੀ ਆ। ਫੋਲਣ ਬਾਦਲ ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਖਸਮੇ ਪਾਸ। ਕਹਿੰਦੇ ਬਾਕੀ ਬੋਲਣਾ ਜੋ ਕੁਛ ਵੀ ਹੈਗਾ ਨਾ,
ਉਹ ਤਾਂ ਕਹਿੰਦੇ ਫਾਲਤੂ ਹੈਗਾ, ਹੋਰ ਦੀਆਂ ਹੋਰ ਗੱਲਾਂ ਕਰਨੀਆਂ ਫਾਲਤੂ ਹੈਗੀਆਂ। ਦੁੱਖ ਸੁੱਖ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਕੋਲ ਹੈਗੇ। ਉਸੇ ਮਾਲਕ ਪਰਮਾਤਮਾ ਨੇ ਆਪਾਂ ਨੂੰ ਗੇਮ 'ਚ ਪਾਇਆ। ਇਹ ਦੁੱਖ ਸੁੱਖ ਜਿਹੜਾ ਹੈਗਾ ਇਹਦੇ 'ਚੋਂ ਆਪਾਂ ਨਿਕਲਣਾ ਚਾਹੀਏ, ਅਤੇ ਆਹੀ ਇੱਕ ਤਰੀਕਾ ਹੈਗਾ ਨਿਕਲਣ ਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਫਿਰ ਬਾਣੀ ਆਪਾਂ ਨੂੰ ਸਮਝਾ ਰਹੀ ਹੈ, ਕਹਿੰਦੇ ਕਿ 8 ਪੈਰ 8 ਖੰਡ 9ਵਾਂ ਖੰਡ ਸਰੀਰ। 9 ਖੰਡਾਂ ਦਾ ਸਰੀਰ ਹੈ ਨਾ। ਹਾਂ 9 ਦਰਵਾਜ਼ੇ। ਹਾਂ 9 ਦਰਵਾਜ਼ੇ ਹੈਗੇ, ਅਤੇ 8 ਖੰਡ ਜਿਹੜੇ ਆਪਾਂ ਨੇ 8 ਖੰਡ ਕਰਨੇ ਆ। 8 ਚੀਜ਼ਾਂ ਦਾ ਆਪਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਖੰਡਿਤ ਕਰਨਾ ਹੈ। ਪੰਜ ਜਿਹੜੀਆਂ ਗਿਆਨ ਇੰਦਰੀਆਂ ਅਤੇ 3 ਜਿਹੜੀਆਂ ਆਪਣੇ ਜਿਹੜੇ ਹੈਗੇ ਤ੍ਰਿਗੁਣੀ ਮਾਇਆ ਦੇ ਤਿੰਨ ਤ੍ਰਿਗੁਣੀ ਮਾਇਆ ਅਤੇ 5 ਗਿਆਨ ਇੰਦਰੀਆਂ ਜਿਹੜੀਆਂ ਤ੍ਰਿਗੁਣੀ ਮਾਇਆ ਦੇ ਵਿੱਚ ਘੁੰਮੀ ਜਾ ਰਹੀਆਂ, ਇਹਨਾਂ ਨੂੰ ਆਪਾਂ ਨੇ ਖੰਡਿਤ ਕਰਨਾ ਹੈ। ਇਹ ਕਿਉਂ ਘੁੰਮ ਰਹੀਆਂ? ਕਿਉਂਕਿ 9ਵਾਂ ਖੰਡ ਸਰੀਰ, ਇਹ ਸਰੀਰ ਨੂੰ ਆਪਾਂ ਜਿਹੜੇ ਹੈਗੇ ਮਹਾਰਾਜ ਕਹਿੰਦੇ ਆ ਇਹ ਸਰੀਰ ਦੀ ਵਜ੍ਹਾ ਨਾਲ ਘੁੰਮ ਰਹੀਆਂ ਹੈ। ਕਿਉਂਕਿ ਸਰੀਰ ਨੂੰ ਤੂੰ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਇਹ ਸਰੀਰ ਨੂੰ ਹੀ ਤੂੰ ਸਮਝਿਆ ਮੈਂ ਤਾਂ ਸਰੀਰ ਹੀ ਹੈਗਾ ਆ, ਇਸ ਕਰਕੇ ਘੁੰਮ ਰਹੀਆਂ। ਜੇ ਤੂੰ ਇਹਨਾਂ ਨੂੰ ਰੋਕੇਂਗਾ ਤੇ ਤਿਸ ਵਿੱਚ ਨੌਨਿਧ ਨਾਮ ਇੱਕ ਭਾਲ ਲੈ ਗੁਣੀ ਗਹੀਰ। ਆਹ ਤਰੀਕਾ ਹੈਗਾ ਭਾਈ ਭਾਲਣ ਦਾ। ਨਾਮ ਉਹਦੇ ਅੰਦਰ ਸਰੀਰ ਦੇ ਤੇਰੇ ਉਸੇ ਸਰੀਰ ਦੇ ਅੰਦਰ ਨਾਮ ਪਿਆ ਆ, ਉਹ ਲੱਭ ਜੂਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ, ਸਾਡੇ ਸਰੀਰ ਦੇ ਵਿੱਚ ਪੁਰਸ਼ ਵੀ ਹੈਗਾ ਤੇ ਸਾਡੇ ਸਰੀਰ 'ਚ ਪ੍ਰਕਿਰਤੀ ਵੀ ਹੈਗੀ। ਪੁਰਸ਼ ਉੱਪਰ ਹੈ, ਪ੍ਰਕਿਰਤੀ ਥੱਲੇ। ਬਿਲਕੁਲ। ਪ੍ਰਕਿਰਤੀ ਦਾ ਕੰਮ ਹੈ ਬੱਚੇ ਪੈਦਾ ਕਰਨਾ, ਵੰਸ਼ ਨੂੰ ਅੱਗੇ ਲੈ ਕੇ ਚੱਲਣਾ, ਕਿਉਂਕਿ ਪ੍ਰਕਿਰਤੀ ਇਹਦੇ ਤੇ ਚੱਲੇਗੀ। ਪ੍ਰਕਿਰਤੀ ਨੂੰ ਬੜੀ ਪ੍ਰੋਬਲਮ ਹੋ ਜਾਂਦੀ ਹੈ। ਤੁਸੀਂ ਵੇਖਿਆ ਨਹੀਂ, ਜਿਨ੍ਹਾਂ ਦੇ ਘਰਾਂ 'ਚ ਬੱਚੇ ਨਹੀਂ ਹੁੰਦੇ ਉਹ ਫਿਰ ਵਿਚਾਰੇ ਬੜੀ ਵਾਹ ਲਾਉਂਦੇ ਆ ਕਿਤੇ ਕਿ ਬਾਬੇ ਕੋ ਕਿ ਸੰਤ ਕੋ। ਕੋਈ ਹੌਸਪੀਟਲ ਨਹੀਂ ਛੱਡਦੇ, ਕੋਈ ਨਹੀਂ ਹਕੀਮ ਨਹੀਂ ਛੱਡਦੇ। ਕਿਉਂ? ਕਿਉਂਕਿ ਪ੍ਰਕਿਰਤੀ ਦਾ ਬਹੁਤ ਵੱਡਾ ਆਰਡਰ ਹੈ ਬੱਚਾ ਪੈਦਾ ਕਰਨਾ, ਉਹ ਬੱਚਾ ਪੈਦਾ ਨਹੀਂ ਹੋ ਰਿਹਾ। ਤੇ ਉਹਨਾਂ ਦਾ ਦੁੱਖ ਵੇਖੋ, ਉਹਨਾਂ ਦਾ ਬਹੁਤ ਵੱਡਾ ਦੁੱਖ ਹੈ। ਪੈਦਾ ਹੋ ਗਿਆ ਤਾਂ ਵੱਡੀ ਕਹਾਣੀ ਨਹੀਂ ਹੈ, ਇੱਥੇ ਵਾਧੂ ਦੁਨੀਆ ਪੈਦਾ ਹੁੰਦੀ ਹੈ, ਪਰ ਕਈ ਵਾਰੀ ਨਹੀਂ ਹੁੰਦਾ। ਕਈ ਕਾਰਨ ਹੁੰਦੇ ਆ, ਸਰੀਰਕ ਕੋਈ ਕਮੀਆਂ ਹੁੰਦੀਆਂ ਨੇ ਜਾਂ ਕੋਈ ਕੁਛ ਵੀ ਕਹਿ ਲਓ। ਪ੍ਰਕਿਰਤੀ ਦਾ ਕੰਮ ਆ ਇਨਸਾਨ ਨੂੰ ਪ੍ਰਕਿਰਤੀ ਦੇ ਨਾਲ ਬੰਨ੍ਹ ਕੇ ਰੱਖਣਾ। ਮਾਇਆ, ਪ੍ਰਕਿਰਤੀ ਕੀ ਹੈ? ਮਾਇਆ ਕੀ ਹੈ? ਇਹ ਜਿਹੜਾ ਸੰਸਾਰ ਦਿਖਦਾ ਪਿਆ, ਜੋ ਵੀ ਦਿਖਦਾ ਹੈ ਜਾਂ ਨਹੀਂ ਦਿਖਾਈ ਦੇ ਰਿਹਾ, ਇਹ ਸਭ ਮਾਇਆ ਹੈ। ਇਹ ਮਾਇਆ ਜਿਹੜੀ ਹੈ ਇਹ ਤੁਹਾਨੂੰ ਪਤਾ 5 ਤੱਤਾਂ ਦੀ ਬਣੀ ਹੈ। ਧਰਤੀ ਆ, ਇਸ ਵਿੱਚ ਪਾਣੀ ਆ, ਫਿਰ ਆਕਾਸ਼ ਤੱਤ ਆ, ਫਿਰ ਅਗਨ ਆ। ਇਹ ਸਾਰੇ ਮਿਲ ਕੇ ਬਣੇ ਹੋਏ ਨੇ। ਇਹਨਾਂ ਦੇ 5 ਔਗਣ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਿਲਕੁਲ। ਇਹਨਾਂ ਨੂੰ ਤੁਸੀਂ ਲੈ ਕਰਨਾ ਹੈ। ਲੈ ਕਰਨਾ ਮਤਲਬ ਜਿੱਦਾਂ ਦਾਲ ਨਹੀਂ ਰਲ ਜਾਂਦੀ, ਵਿੱਚ ਮਿੱਟੀ ਰਲ ਗਈ। ਤੁਸੀਂ ਕਰਦੇ ਜੋ, ਮਿਹਨਤ ਕਰਦੇ ਜੋ, ਦਾਲ ਅਲੱਗ ਕਰ ਦਿੰਦੇ, ਮਿੱਟੀ ਅਲੱਗ ਕਰ ਦਿੰਦੇ। ਸੋ ਮਤਲਬ ਏਦਾਂ ਦੀ ਮਿਹਨਤ ਆ। ਇਹਨਾਂ ਖੰਡਾਂ ਨੂੰ ਅਲੱਗ ਕਰਨਾ ਪਊਗਾ। ਔਰ ਇਹ ਖੰਡ ਜਿਹੜੇ ਆ ਇਹ ਤੁਸੀਂ ਡਾਇਰੈਕਟ ਨਹੀਂ ਲੜ ਸਕਦੇ। ਇਹ ਕੋਈ ਮਿੱਟੀ ਥੋੜੀ ਹੈ ਜਿਹੜੀ ਤੁਸੀਂ ਅਲੱਗ ਕਰ ਲੈਣੀ ਆ। ਇਹ ਤੁਸੀਂ ਇਹ ਤੋਂ ਬਣੇ ਜੋ। ਆਖਰ ਤੇ ਜਦੋਂ ਤੁਸੀਂ ਮੇਰੇ ਹਿਸਾਬ ਨਾਲ ਹੁਣ 98 ਸਾਧਕ ਬੈਠੇ ਜੋ, ਕਾਫੀ ਵੱਡੇ ਸਾਧਕ ਆਪਣੀ ਗਰੁੱਪ 'ਚ ਬੈਠੇ ਨੇ। ਮਾਮੂਲੀ ਸਾਧਕ ਨਹੀਂ ਮੈਂ ਗੱਲ ਕਰਦਾ ਜਿਹੜੇ ਇੱਧਰ ਧੱਕੇ ਖਾਂਦੇ ਫਿਰਦੇ। ਮੈਂ ਚੋਟੀ ਦੇ ਸਾਧਕਾਂ ਦੀ ਗੱਲ ਕਰਦਾ। ਕਾਫੀ ਚੋਟੀ ਦੇ ਲੈਵਲ ਦੇ ਸਾਧਕ ਆਪਣੇ ਗਰੁੱਪ 'ਚ ਬੈਠੇ। ਅੱਜ ਇੱਕ ਕੁੜੀ ਦਾ ਫੋਨ ਆਇਆ ਸੀ, ਉਹ ਕਹਿੰਦੀ ਵੀਰ ਜੀ ਇੰਨਾ ਚਾਅ ਚੜਿਆ ਹੁੰਦਾ ਨਾ ਜਦੋਂ ਮੈਂ ਸਾਧਨਾ ਤੇ ਬਹਿੰਦੀ ਹਾਂ, ਇੰਨਾ ਖੇੜਾ ਜਿੱਦਾਂ ਪਤਾ ਨਹੀਂ ਕੀ ਲੱਭਣਾ, ਉੱਥੇ ਮਿਲਦਾ ਕੁਛ ਵੀ ਨਹੀਂ, ਬੜਾ ਚਾਅ ਚੜ ਜਾਂਦਾ। ਇੱਕ ਦਿਨ ਜੈਸਾ ਬੋਝ ਹੁੰਦਾ ਨਾ ਕਿ ਜ਼ਬਰਦਸਤੀ ਮੈਂ ਆਹ ਕਰੂੰਗਾ, ਮੈਂ ਆਹ ਕਰੂੰਗਾ, ਇੱਕ ਖੇੜਾ ਕਿ ਰਾਤ ਨੂੰ ਕਦੇ ਜਾਗ ਆ ਗਈ ਆ, ਫਿਰ ਸਮਾਧੀ 'ਚ ਬਵਾਂਗੇ, ਅੱਖਾਂ ਬੰਦ ਕਰਕੇ ਆਪਣੇ ਅੰਦਰ ਧਿਆਨ ਹੋਣਾ। ਕਹਿੰਦੀ ਇੰਨਾ ਅੰਦਰ ਸੰਤੁਸ਼ਟੀ ਮੈਂ ਬਿਆਨ ਨਹੀਂ ਕਰ ਸਕਦੀ। ਮੈਂ ਬਿਆਨ ਤੇ ਹੀ ਨਹੀਂ ਕਰ ਸਕਦੇ। ਮੈਂ ਹੁਣ ਸਾਰਾ ਦਿਨ ਆਪਾਂ ਦਿਨ 'ਚ ਰਹਿੰਦੇ ਹਾਂ, ਰਾਤ 'ਚ ਰਹਿੰਦੇ ਹਾਂ, ਸਾਰੀ ਜ਼ਿੰਦਗੀ ਲੰਘੀ ਹੈ। 43 ਸਾਲ ਮੇਰੀ ਉਮਰ ਹੋ ਗਈ ਆ, ਤੇ ਜੇ ਮੈਨੂੰ ਕੋਈ ਪੁੱਛੇ ਚਰਨਜੀਤ ਦਿਨ ਕੀ ਹੈ, ਰਾਤ ਕੀ ਹੈ, ਮੈਂ ਦੱਸ ਥੋੜੀ ਸਕਦਾ, ਅਨੁਭਵ ਕਰ ਸਕਦਾ। ਸਹੀ ਹੈ ਨਾ ਸਾਹਿਬ? ਬਿਲਕੁਲ।
ਜਦ ਕਿ ਹਰ ਦਿਨ ਆਪਾਂ ਜਾਂਦੇ ਹਾਂ ਤਾਂ ਅਸੀਂ ਸਾਡੇ ਪੱਲੇ ਕੋਈ ਚਾਹੀਦਾ, ਅਸੀਂ ਦੱਸ ਸਕਦੇ ਹਾਂ ਇਹ ਰਾਤ ਕੀ ਹੈ, ਦਿਨ ਕੀ ਹੈ, ਪਰ ਆਪਾਂ ਦੱਸ ਨਹੀਂ ਸਕਦੇ। ਕੇਵਲ ਅਨੁਭਵ ਦਾ ਵਿਸ਼ਾ ਹੈ। ਇਸੇ ਤਰ੍ਹਾਂ ਨਾਮ ਹੀ ਹੈ, ਅਨੁਭਵ ਦਾ ਵਿਸ਼ਾ ਹੈ। ਠੀਕ ਹੈ ਜੀ। ਫਿਰ ਵਿੱਚ ਕਹਿੰਦੇ ਨਾਮ ਜਿਹੜਾ ਨਾ, ਦੇਖੋ ਨਾਮ ਕੁਮਾਰੀ ਨਾਨਕਾ ਤੇ ਚੜੀ ਰਹਿ ਦਿਨ ਰਾਤ। ਫਿਰ ਉਹ ਕਹਿੰਦੇ ਕਿ ਤਿਸ ਵਿੱਚ ਨਾਉ ਨਿਧ ਨਾਮ ਏਕ ਭਾਲ ਗੁਰਖ ਭਾਲੇ ਗਹੀਰ। ਹਾਂ, ਭਾਲੇ ਗੁਣੀ ਗਹੀਰ। ਭਾਲਦੇ ਆ, ਗੁਣਾਂ ਵਾਲੇ ਭਾਲਦੇ ਆ ਭਾਈ, ਜਿਨ੍ਹਾਂ ਨੂੰ ਗੁਰੂ ਜਾਂ ਪੀਰ ਜਿਹੜੇ ਆ ਉਹਨਾਂ ਕੋਲੋਂ ਗੁਣ ਮਿਲ ਜਾਂਦੇ ਆ, ਉਹਨਾਂ ਤੋਂ ਗਿਆਨ ਆ ਜਾਂਦਾ ਹੈ, ਉਹ ਭਾਲਦੇ ਆ ਫਿਰ। ਹਾਂਜੀ ਵੀਰ ਜੀ। ਹਾਂ, ਉਹ ਫਿਰ ਕਹਿੰਦੇ ਆ ਕਿ ਉਹ ਏਦਾਂ ਦੇ ਲੋਕ ਵੀ ਹੁੰਦੇ, ਉਹ ਕਹਿੰਦੇ ਭਈ ਦੇਖ ਜਿਹੜੀ ਫਸਲ ਮੈਂ ਆਪਣੀ ਪੈਲੀ 'ਚ ਬੀਜੀ ਆ ਤੂੰ ਵੀ ਬੀਜ ਲਾ। ਹਾਂ, ਇਹੋ ਕਹਿੰਦੇ। ਹੋਰ ਗੁਣੀ ਗਹੀਰ ਨੇ ਕੀ ਕਹਿਣਾ ਤੁਹਾਨੂੰ? ਇਹੋ ਕਹਿਣਾ ਕਿ ਬਈ ਦੇਖ ਇਹ ਤੇਰੇ ਘਰ ਵੀ ਨਲਕਾ ਲਾ ਲਾ, ਮੈਂ ਜਿੱਥੋਂ ਪਾਣੀ ਕੱਢਿਆ ਤੂੰ ਵੀ ਪੜ ਕੱਢ ਕੇ ਪੀ ਜਾ, ਤੇਰੇ ਘਰ ਵੀ ਜ਼ਮੀਨ ਸੇਮ ਹੈ। ਤੇ ਜੇ ਕੋਈ ਕਹਿਣਾ ਮੰਨ ਜਾਂਦਾ ਹੈ ਤੇ ਉਹ ਆਪਣੇ ਘਰ ਉਹ ਇੰਤਜ਼ਾਮ ਕਰਦਾ ਤੇ ਉਹ ਚੀਜ਼ ਨੂੰ ਪੂਰਾ ਕਰ ਲੈਂਦਾ। ਜਦੋਂ ਪੂਰਾ ਕਰ ਲੈਂਦਾ ਤੇ ਉਹ ਪਾਣੀ ਆ ਜਾਂਦਾ, ਉਹਦਾ ਜੀਵਨ ਵੀ ਸੌਖਾ ਹੋ ਜਾਂਦਾ। ਹੁਣ ਪਾਣੀ ਧਰਤੀ 'ਚ ਹੈਗਾ ਹੈ, ਹੋਣ ਦੇ ਨਾਲ ਗੱਲ ਥੋੜੀ ਬਣ ਗਈ। ਉਸ ਤੋਂ ਬਾਅਦ ਨਿੱਜੇ ਸਾਹਿਬ ਪ੍ਰਾਪਤ ਉਹਨੂੰ ਹੀ ਹੋਣਾ ਵਾ ਜਿਹੜਾ ਬੋਰ ਕਰੂਗਾ ਉੱਥੇ। ਹਾਂ, ਜਿਹੜਾ ਬੋਰ ਕਰੂਗਾ, ਜਿਹੜਾ ਪੂਰਾ ਖਿੱਚੂਗਾ, ਹੈਂਡ ਪੰਪ ਲਾਊਗਾ, ਉਹ ਬਗੇੜੂਗਾ ਤਾਂ ਹੀ ਨਿਕਲੂਗਾ। ਹਾਂ, ਇਹ ਥੋੜੀ ਕਿ ਨਿੱਜੇ ਸਾਹਿਬ ਹੁਣ ਮੈਂ ਪਲਾਟ ਲਿਆ, ਮੇਰੇ ਕੋਲ ਪੈਲੀ ਹੈਗੀ ਹੈ ਤੇ ਮੈਂ ਮਾਲਕ ਬਣ ਗਿਆ ਪਾਣੀ ਦਾ ਮਾਲਕ ਮੈਂ ਉਦੋਂ ਬਣੂੰਗਾ ਜਦੋਂ ਮੈਂ ਬੋਰ ਕਰੂੰਗਾ। ਬਿਲਕੁਲ। ਇਹ ਆਪਣੇ ਸਾਰਿਆਂ ਕੋਲ ਨਾਮ ਆ, ਪਰ ਪ੍ਰਾਪਤ ਉਹਨੂੰ ਹੋਣਾ ਵਾ ਜਿਹਨੇ ਮਿਹਨਤ ਕਰਨੀ ਹੈ, ਜਿਹਨੇ ਟਿਊਬਵੈਲ ਦਾ ਅਰੇਂਜਮੈਂਟ ਕਰਨਾ ਹੈ, ਜਿਹਨੇ ਬੋਰਹੋਲ ਕਰਨਾ ਹੈ, ਜੋ ਵੀ ਖਰਚਾ ਕਰਕੇ ਮਿਹਨਤ ਕਰਕੇ ਜਾਂ ਖੂਹ ਪੁੱਟੇਗਾ, ਇਨਵੈਸਟਮੈਂਟ ਕਰਨੀ ਪਊਗੀ, ਫ੍ਰੀ 'ਚ ਨਹੀਂ ਮਿਲੇਗਾ। ਠੀਕ ਹੈ ਜੀ। ਫਿਰ ਨਾਮ ਹੈਗਾ ਤੇ ਗੁਣੀ ਗਹੀਰ ਨੂੰ ਲੱਭ ਲੈਂਦੇ ਆ। ਅੱਗੇ ਨਿੱਜਾ ਸਾਹਿਬ ਇੱਕ ਚੀਜ਼ ਹੈ ਨਾ ਗੋਰਖ ਸਾਹਿਬ, ਇੱਕ ਮੈਂ ਨਾ ਉੱਪਰ ਪਹਿਲਾਂ ਮੈਂ ਕਿਹਾ ਸੀਗਾ 5 ਗੁਣਾਂ ਦੇ ਬਾਰੇ, 5 ਗੁਣ ਤੇ 5 ਜਿਹੜੇ ਆਪਣੇ ਗਿਆਨ ਇੰਦਰੀਆਂ ਤੇ 3 ਜਿਹੜੀਆਂ ਹੈਗੀਆਂ ਆਪਾਂ ਇਹ ਤ੍ਰਿਗੁਣੀ ਮਾਇਆ 8 ਕੀਤੀਆਂ ਸੀ। ਨਹੀਂ, ਹੁਣ ਜਿਹੜਾ ਹੈਗਾ ਆਹ ਵਿਚਾਰ ਤੋਂ ਬਾਅਦ ਜਿਹੜਾ ਹੈਗਾ ਇਹ 5 ਜਿਹੜੇ ਹੈਗੇ, ਇਹ 5 ਤੱਤ ਹੈਗੇ ਜਿਨ੍ਹਾਂ ਦੀ ਮਾਇਆ ਬਣੀ ਹੋਈ, ਜਿਨ੍ਹਾਂ ਦਾ ਸੰਸਾਰ ਬਣਿਆ ਹੋਇਆ। ਇਹ 5 ਤੱਤਾਂ ਦੀ ਆਪਾਂ ਨੇ ਈਨ ਨਹੀਂ ਮੰਨਣੀ। ਇਹਨਾਂ ਦੀ 5 ਤੱਤਾਂ ਇਹ ਤ੍ਰਿਗੁਣੀ ਮਾਇਆ ਦੇ ਨਾਲ ਇਹ ਜਿਹੜੇ ਹੈਗੇ ਡਿਫਰੈਂਟ ਟੇਸਟ ਦੇ ਰਹੇ ਆਪਾਂ ਨੂੰ, ਇਹ ਬਣਦੇ 8। ਆਪਾਂ ਹੁਣ ਇਹ ਸਟੇਟਮੈਂਟ ਚੇਂਜ ਹੋ ਗਈ ਆ ਭਾਈ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ, ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਕਹਿੰਦੇ ਜਿਹੜੇ ਕਰਮਵੰਤੀ ਹੈਗੇ, ਕਰਮਵੰਤ ਜਿਹੜੇ ਹੈਗੇ, ਜਿਹੜੇ ਚੱਲ ਪਏ, ਜਿਨ੍ਹਾਂ ਨੇ ਸਲਾਹਿਆ ਮਤਲਬ ਜਿਨ੍ਹਾਂ ਨੇ ਸਟਾਰਟ ਕੀਤੀ ਜਰਨੀ, ਐਕਸ਼ਨ ਕੀਤਾ, ਜਿਹੜਾ ਉਹ ਕਰਮਵੰਤ ਹੈਗੇ। ਕਹਿੰਦੇ ਉਹਨਾਂ ਨੇ ਗੁਰੂ ਪੀਰ ਕਰਕੇ ਜਿਹੜਾ ਹੈਗਾ ਸਹੀ ਜਿਹੜਾ ਹੈਗਾ ਗਾਈਡੈਂਸ ਲੈ ਕੇ ਉਹਨਾਂ ਨੇ ਇਹ ਐਕਸ਼ਨ ਕਰ ਦਿੱਤੀ। ਚੌਥੇ ਪਹਿਰ ਸਭਾ ਕਹਿ ਸੁਰਤਿਆਂ ਉਪਜੇ ਚਾਓ। ਜਿਹੜਾ ਗੋਰਖੀ ਸਾਹਿਬ ਕਹਿ ਰਹੇ ਸੀਗੇ ਬਈ ਚਾਹ ਚੜ ਜਾਂਦਾ ਹੈ ਭਾਈ, ਬਾਰ ਨੀਂਦ ਖੁੱਲ੍ਹਦੀ ਆ, ਔਰ ਉਦੋਂ ਹੀ ਜਿਹੜਾ ਹੈਗਾ ਉਸੇ ਵੇਲੇ ਜਦ ਵੀ ਨੀਂਦ ਖੁੱਲ੍ਹੇ ਨਾ, ਬਹੁਤ ਵਧੀਆ ਨੁਕਤਾ ਹੈਗਾ, ਉਸੇ ਵੇਲੇ ਧਿਆਨ ਦੇ ਵਿੱਚ ਬਹਿ ਜਾਓ, ਫਿਰ ਨੀਂਦ ਆ ਜਾਊਗੀ, ਆ ਜੇ ਬਸ ਆ ਹੈਗਾ ਭਾਈ। ਹਾਂਜੀ ਗੋਰਖੀ ਸਾਹਿਬ। ਵੀਰ ਜੀ ਇਹ ਤ੍ਰੈਗੁਣੀ ਮਾਇਆ ਦੀ ਬਜਾਏ ਉਹ 3 ਖੰਡ ਧਰਤ ਪਤਾਲ ਆਕਾਸ਼, ਇਹ ਤਾਂ ਨਹੀਂ? ਨਹੀਂ। ਮੈਂ ਜਸਟ ਮੇਰੇ ਧਿਆਨ ਚ ਆਇਆ ਸੀ, ਮੈਂ ਕਿਹਾ ਨਹੀਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਦੇਖੋ ਸਾਧ ਸੰਗਤ ਜੀ, ਦੇਖੋ ਬੜਾ ਸਿੰਪਲ ਕੰਮ ਹੈ, ਕੋਈ ਔਖਾ ਕੰਮ ਨਹੀਂ। ਜੇ ਤੁਸੀਂ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਜੋ, ਤੇ ਅੱਜ ਮੈਂ 1 ਮਿੰਟ 1 ਲਾਈਨ 'ਚ ਹੀ ਸਾਰੀ ਗੱਲ ਕਲੀਅਰ ਕਰ ਦਿੰਦਾ। ਇਹ 5 ਤੱਤਾਂ ਤੋਂ ਅਲੱਗ ਹੋਣ ਦਾ ਤਰੀਕਾ ਪਤਾ ਕੀ ਹੈ? ਇਹ ਸੰਸਾਰ ਨੂੰ ਤੁਸੀਂ ਇਹ ਤਾਂ ਜਿਹੜਾ ਦ੍ਰਿਸ਼ਟਮਾਨ ਹੈਗਾ ਹੈ, ਜਦੋਂ ਅੱਖਾਂ ਬੰਦ ਕਰਦੇ ਜੋ ਤੇ ਇਹਦਾ ਸੂਖਮ ਜਿਹੜਾ ਉਹਦਾ ਅੰਦਰ ਹੈਗਾ ਹੈ, ਉਹ ਡਾਟਾ ਤੁਹਾਡੇ ਅੰਦਰ ਇਕੱਠਾ ਹੋ ਜਾਂਦਾ ਹੈ। ਤੁਹਾਡੇ ਅੰਦਰ ਵਿਚਾਰ ਚੱਲਦੇ 5 ਤੱਤਾਂ ਦੇ ਆ, ਇਹਨਾਂ ਤੋਂ ਇਸ ਤੋਂ ਵੱਖ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਔਗਣ ਕਿਹਦੇ ਆ? ਇਹ 5 ਤੱਤਾਂ ਦੇ ਔਗਣ ਆ। ਬਿਲਕੁਲ। ਜਿਹੜਾ ਜ਼ਹਿਰ ਆ ਉਹੀ ਅੰਮ੍ਰਿਤ ਆ। ਕਹਿੰਦਾ ਸ਼ਾਇਰ ਕਹਿੰਦਾ ਜੋ ਜ਼ਹਿਰ ਹੈ ਵਹੀ ਹੈ ਅੰਮ੍ਰਿਤ, ਨਾਦਾਨ ਤੁਝੇ ਅੰਦਾਜ਼ਾ ਨਹੀਂ ਪੀਣੇ ਕਾ। ਜਿਹੜਾ ਜ਼ਹਿਰ ਹੈ ਉਹੀ ਅੰਮ੍ਰਿਤ ਆ, ਪਰ ਤੈਨੂੰ ਤਰੀਕਾ ਨਹੀਂ ਪਤਾ। ਜਦੋਂ ਤਰੀਕੇ ਨਾਲ ਪੀਏਗਾ ਤਾਂ ਜ਼ਹਿਰ ਅੰਮ੍ਰਿਤ ਬਣ ਜਾਊਗਾ। ਮਹਾਰਾਜ ਕਹਿੰਦੇ ਆ ਗੋਰਖੀ ਸਾਹਿਬ ਕਿ ਬਿਖ ਛੇਦ ਰਸ ਪੀਜੈ। ਕਹਿੰਦੇ ਜ਼ਹਿਰ ਨੇ ਉਹਨੂੰ ਅੰਮ੍ਰਿਤ ਨੂੰ ਘੇਰਿਆ ਹੋਇਆ ਹੈ, ਇਹਨੂੰ ਪਾਸੇ ਕਰਨਾ ਪੈਣਾ ਹੈ, ਹੋਲ ਕਰਨੇ ਪੈਣੇ, ਇਹਨੂੰ ਛੇਦਣਾ ਪੈਣਾ। ਹਾਂਜੀ ਵੀਰ।
ਹਾਂ, ਮਿਹਨਤ ਕਰਕੇ ਵਿੱਚੋਂ ਕੱਢ ਲਓ, ਕੋਈ ਗੱਲ ਨਹੀਂ। ਨਾਰੀਅਲ ਦੇ ਅੰਦਰ ਹੈਗਾ ਵਾ ਹਾਂ, ਬਸ ਛਿਲਕਾ ਤੋੜ ਕੇ ਅੰਦਰ ਚੱਲ ਜਾਓ, ਗੱਲ ਖਤਮ ਹੋ ਗਈ। ਹਾਂ, ਉਹ ਚੀਜ਼ ਹੈ। ਦੇਖੋ ਹੁਣ ਇਹ ਪਤਾ ਕੀ ਹੈ, ਇਹ 5 ਤੱਤਾਂ ਦਾ ਸਰੀਰ ਬਣਿਆ। ਹੁਣ 5 ਤੱਤਾਂ ਦੇ ਸੂਖਮ ਵਿਚਾਰ ਨੇ। ਉਹ ਜਦੋਂ ਤੁਸੀਂ ਸੂਖਮ ਵਿਚਾਰਾਂ ਨੂੰ ਆਪਣੀ ਭਗਤੀ ਦੇ ਨਾਲ, ਆਪਣੀ ਭਗਤੀ ਜੇ ਸ਼ਕਤੀ ਮਤਲਬ ਪਾਵਰ ਮਿਲਣੀ ਭਗਤੀ ਦੇ ਨਾਲ, ਤੇ ਫਿਰ ਇਹ 5 ਤੱਤ ਤੁਹਾਡੇ ਤੋਂ ਅਲੱਗ ਹੋ ਜਾਣਗੇ। ਜਦੋਂ ਨਿਰਵਿਚਾਰ ਚ ਤੁਸੀਂ ਅਲੱਗ ਹੋ ਕੇ ਆਪਣੀ ਸੱਤਾ ਨੂੰ ਦੇਖ ਲਿਆ। ਅਮਰਪਾਲ ਜੀ, ਤੁਹਾਡੀ ਮਾਈਕ ਬੰਦ ਕਰ ਦਿਓ, 1 ਮਿੰਟ। ਅਮਰਪਾਲ ਜੀ, ਮਾਈਕ ਬੰਦ ਕਰ ਦਿਓ। ਹਾਂਜੀ। ਜਦੋਂ ਇਹ 5 ਤੱਤ ਅਲੱਗ ਹੋ ਗਏ, ਆਪਣੀ ਸੱਤਾ ਨੂੰ ਦੇਖਿਓ, ਉਹ ਤੁਹਾਡੀ ਸੁਰਤੀ ਹੈ। ਉਹ ਜਦੋਂ ਸਥਿਰ ਹੋ ਗਈ ਨਾ, ਉਹਦੇ ਵਿੱਚ ਸਥਿਰ ਹੋ ਜਾਣਾ ਹੀ ਜੀਵਨ ਦੇ ਵਿੱਚ ਮੁਕਤੀ ਹੈ। ਇਸ ਤੋਂ ਅੱਗੇ ਕੁਛ ਨਹੀਂ ਜੇ। ਇੱਕ ਤੇ ਤੁਸੀਂ ਉੱਥੇ ਜਾ ਕੇ ਅਨੁਭਵ ਕੀਤਾ ਨਾ, ਅਨੁਭਵ ਹੋ ਗਿਆ ਨਾ, ਇੱਕ ਅਲੱਗ ਚੀਜ਼ ਹੈ। ਤੁਸੀਂ ਅਨੁਭਵ ਕੀਤੇ, ਫਿਰ ਮਾਤਲੋਕ ਚ ਆ ਗਏ, ਇਹ ਸੰਸਾਰ ਚ ਆ ਗਏ, ਗਏ ਆਏ। ਇੱਕ ਸਮਾਂ ਆਊਗਾ, ਇਹ ਜਾਣਾ ਆਉਣਾ ਬੰਦ ਹੋ ਜਾਏਗਾ, ਤੁਹਾਨੂੰ ਪ੍ਰਾਪਤ ਹੋ ਜਾਏਗੀ ਅਤੁਰੀ ਅਵਸਥਾ। ਇੱਕ ਤੁਰੀਆ ਪਹਿਲਾਂ ਆਉਂਦੀ ਹੈ। ਤੁਰੀਆ ਜਿਹੜੀ ਹੈ ਤੁਸੀਂ ਸਮਾਧੀ ਕਰਕੇ ਲੈ ਰਹੇ ਜੋ, ਮਤਲਬ ਘਟ ਨਹੀਂ ਰਹੀ। ਕਹਿਣ ਤੋਂ ਭਾਵ ਜਿੱਦਾਂ ਮੱਝਾਂ ਦੇ ਥਣਾ ਚੋਂ ਆਪਾਂ ਦੁੱਧ ਚੋਲੀ ਨੇ ਨਾ, ਉਹ ਅਵਸਥਾ ਹੈ। ਤੁਸੀਂ ਕਰ ਰਹੇ ਜੋ ਤੇ ਮਿਲ ਰਹੀ ਹੈ। ਨਹੀਂ ਭਗਤੀ ਕੀਤੀ ਤੇ ਨਹੀਂ ਮਿਲਦੀ ਪਈ। ਨਿੱਜੇ ਸਾਹਿਬ, ਗੱਲ ਕਲੀਅਰ ਹੋ ਗਈ ਥੋੜੀ ਜਿਹੀ? ਬਿਲਕੁਲ ਕਲੀਅਰ ਹੋ ਗਈ ਜੀ, ਬਿਲਕੁਲ ਕਲੀਅਰ ਹੋ ਗਈ। ਹਾਂ, ਪਰ ਉਹ ਕਹਿੰਦੇ ਸਾਧੂ ਸਹਿਜ ਸਮਾਧੀ ਬਲੀ। ਸਹਿਜ ਦਾ ਮਤਲਬ ਕੀ? ਸਹਿਜ, ਗਾਂ ਦੇ ਥਣਾ ਚ ਦੁੱਧ ਆਉਣਾ, ਉਹ ਸਹਿਜ ਹੈ। ਹਾਂ, ਫਲਾਂ ਚੋਂ ਜੂਸ ਕੱਢਣਾ, ਉਹ ਮਤਲਬ ਉਹ ਵਿਧੀ ਹੈ। ਉਹ ਤੁਸੀਂ ਕਰ ਰਹੇ ਜੇ ਤੇ ਹੋ ਰਿਹਾ। ਸਹਿਜ ਨਹੀਂ ਹੈ ਉਹ। ਇਹ ਜਿਹੜਾ ਗਾਂ ਦੇ ਥਣਾ ਚੋਂ ਸਹਿਜ ਅਵਸਥਾ ਚ ਦੁੱਧ ਬਣ ਰਿਹਾ, ਆ ਰਿਹਾ, ਸਾਨੂੰ ਮਿਲ ਰਿਹਾ। ਇਸੇ ਹੀ ਤਰ੍ਹਾਂ ਜਦੋਂ ਤੁਰੀਆ ਅਵਸਥਾ ਅਤੁਰੀਆ ਅਵਸਥਾ ਚ ਚੱਲ ਜਾਂਦੀ ਹੈ, ਜਿਹਨੂੰ ਸਹਿਜ ਸਮਾਧੀ ਕਹਿ ਲੈਂਦੇ ਨੇ, ਨਾ ਹੀ ਫਰਕ ਹੈ, ਬਾਕੀ ਚੀਜ਼ ਇੱਕੋ ਹੀ ਹੈ। ਉਸ ਅਵਸਥਾ ਦੇ ਵਿੱਚ ਜਦੋਂ ਬੰਦਾ ਪਹੁੰਚ ਜਾਂਦਾ ਤੇ ਫਿਰ ਚਾਓ ਉਪਜਦਾ। ਵੈਸੇ ਤਾਂ ਚਾਓ ਤੁਰੀਆ ਚ ਵੀ ਹੈਗਾ, ਪਰ ਜਿਹੜਾ ਇਹ ਤੁਰੀਆ ਦਾ ਚਾਓ ਹੈ, ਇਹ ਟੈਂਪਰੇਰੀ ਹੈ। ਤੁਸੀਂ ਉੱਥੇ ਜਾ ਕੇ ਅਨੁਭਵ ਕੀਤਾ, ਫਿਰ ਉਸ ਤੋਂ ਬਾਅਦ ਉਹ ਜਿਹੜਾ ਯਥਾਰਕ ਜਿਹੜਾ ਬ੍ਰਹਮ ਆ, ਉਹ ਫਿਰ ਕੀ ਕਰਦਾ ਹੈ? ਫਿਰ ਕਬੀਰ ਸਾਹਿਬ ਕੀ ਕਹਿੰਦੇ ਆ? ਸਹਿਜੇ ਆਓ ਜਾਓ। ਫਿਰ ਸਹਿਜੇ ਆਓ ਜਾਓ ਮਤਲਬ ਮੋਖਲਾ ਹੋ ਗਿਆ ਦਰਵਾਜ਼ਾ। ਹੁਣ ਉੱਥੇ ਮਤਲਬ ਗੈਪ ਨਹੀਂ ਰਹਿ ਗਿਆ। ਉਹ ਅਵਸਥਾ ਤੁਹਾਡੀ ਪੱਕੀ ਹੋ ਗਈ ਹੈ। ਉਹ ਸਹਿਜ ਅਵਸਥਾ ਜਦੋਂ ਪੱਕੀ ਹੋ ਗਈ ਹੈ ਤੇ ਬੰਦਾ ਮੁਕਤ ਹੋ ਜਾਂਦਾ, ਬੰਦਾ ਸੰਸਾਰ ਚੋਂ ਬਾਹਰ। ਉਸ ਅਵਸਥਾ ਦੇ ਵਿੱਚ ਤੁਹਾਡੇ ਚ ਔਗਣ ਨਹੀਂ ਆ ਸਕਦਾ। ਤੁਸੀਂ ਬੜੇ ਪਾਕ ਹੋ ਜਾਂਦੇ ਜੋ, ਪਵਿੱਤਰ ਹੋ ਜਾਂਦੇ ਜੋ। ਫਿਰ ਕਬੀਰ ਸਾਹਿਬ ਫਿਰ ਕਹਿੰਦੇ ਆ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਸ਼ੇ ਲਾਗੇ ਹਰ ਫਿਰੇ ਕਹਿਤ ਕਬੀਰ। ਉਹ ਕੀ ਕਹਿ ਰਹੇ ਨੇ? ਕਹਿੰਦੇ ਮਨ ਨਿਰਮਲ ਹੋ ਗਿਆ। ਕਿੱਦਾਂ ਦਾ? ਕਹਿੰਦੇ ਗੰਗਾ ਦੇ ਨੀਰ ਵਰਗਾ। ਤੇ ਫਿਰ ਕੀ ਹੋ ਗਿਆ? ਕਹਿੰਦੇ ਪਾਸੇ ਲਾਗੇ ਹਰ ਫਿਰੇ। ਕੋਈ ਬ੍ਰਾਹਮੀ ਰਹਿ ਗਿਆ ਵਾ। ਔਰ ਪਿੱਛੇ ਉਹ ਪਰਮਾਤਮਾ ਕੋਈ ਬੰਦਾ ਥੋੜੀ ਹੈ ਤੁਹਾਡੇ ਪਿੱਛੇ ਲੱਗਿਆ ਫਿਰਦਾ ਕਬੀਰ ਸਾਹਿਬ ਦੇ। ਮਤਲਬ ਬ੍ਰਾਹਮ ਕਬੀਰਾ ਏਕ ਵੇ ਤੇ ਕੋਈ ਨਾ ਸਕੇ ਪਛਾਣੀ। ਰਾਮ ਤੇ ਕਬੀਰ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ, ਕਿਉਂਕਿ ਜਿੱਥੇ ਰਾਮ ਬੈਠਾ ਕਬੀਰ ਵੀ ਉੱਥੇ ਚੱਲ ਗਿਆ ਵਾ। ਬਸ ਬਿਲਕੁਲ ਠੀਕ ਹੈ। ਟੈਕਨੀਕਲ ਗੱਲ ਆ, ਥੋੜੀ ਕਥਾ ਫੇਰ ਸੁਣ ਲਿਓ, ਤੁਹਾਨੂੰ ਸਮਝ ਆ ਜਾਏਗੀ। ਮਾਇਆ ਤੋਂ ਉੱਪਰ ਹਾਂ, ਇਹ ਥੋੜਾ ਜਿਹਾ ਵਿਸ਼ਾ ਹੋਰ ਤਰ੍ਹਾਂ ਦਾ ਵਾ। ਇਹ ਅੱਖਰਾਂ ਚ ਨਹੀਂ ਤੁਸੀਂ ਇਹਨੂੰ ਅੰਡਰਸਟੈਂਡ ਕਰ ਸਕਦੇ। ਜਦੋਂ ਤੁਸੀਂ ਇੱਥੇ ਪਹੁੰਚ ਜਾਓਗੇ ਨਾ, ਫਿਰ ਤੁਸੀਂ ਸਮਝ ਜਾਓਗੇ ਕਿ ਬਾਣੀ ਚ ਕੀ ਲਿਖਿਆ। ਠੀਕ ਹੈ ਜੀ। ਤੇ ਇਹਦੇ ਵਿੱਚ ਦੇਖੋ ਦੋ ਚੀਜ਼ਾਂ ਹੈਗੀਆਂ ਨੇ, ਸੱਚ ਤੇ ਝੂਠ ਹੈ। ਜਦ ਤੱਕ ਅਪਵਿੱਤਰਤਾ ਨਾ, ਸਮਝ ਲਓ ਸੰਸਾਰ ਚ ਬੈਠੇ ਆ, ਤੇ ਜਦੋਂ ਅਸੀਂ ਪਵਿੱਤਰ ਹੋ ਗਏ, ਫਿਰ ਕਬੀਰ ਵਾਲੀ ਸਟੇਟਮੈਂਟ ਤੁਹਾਡੇ ਚ ਆ ਜਾਣੀ ਹੈ। ਫਿਰ ਰਾਮ ਤੇ ਕਬੀਰਾ ਇੱਕ ਹੋ ਜਾਂਦੇ ਨੇ। ਠੀਕ ਹੈ ਜੀ। ਫਿਰ ਕਹਿੰਦੇ ਆ ਕਿ ਕਰਮਵੰਤੀ ਸਲਾਇਆ ਨਾਨਕ ਕਰ ਗੁਰ ਪੀਰ। ਕਰਮਵੰਤ ਜਿਹੜੇ ਹੈਗੇ, ਜਿਹੜੇ ਸਭ ਤੋਂ ਉੱਚੇ ਭਾਗਾਂ ਵਾਲੇ ਆ ਪਾਏ, ਜਿਨ੍ਹਾਂ ਨੇ ਐਕਸ਼ਨ ਕੀਤੀ, ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਹੜੇ ਬੈਠਦੇ ਆ, ਜਿਹੜੇ ਚੌਥੇ ਪੈਰੇ ਜਿਨ੍ਹਾਂ ਨੂੰ ਚਾਅ ਉੱਠਦਾ ਹੈ, ਕਹਿੰਦੇ ਉਹ ਆਪਣੇ ਗੁਰੂ ਕਰਕੇ, ਪੀਰ ਕਰਕੇ ਜਿਹੜਾ ਹੈਗਾ, ਉਹਨਾਂ ਦੇ ਅਨੁਸਾਰ ਜਿਹੜੇ ਹੈਗੇ ਆ ਕਰਮ ਕਾਂਡ ਛੱਡ ਕੇ, ਔਰ ਇਹ ਜਿਹੜਾ ਮਨ ਦੀ ਭਗਤੀ ਕਰਦੇ ਆ ਭਾਈ, ਉਹ ਕਰਮਵੰਤ ਹੈਗੇ। ਹਾਂਜੀ ਵੀਰ ਜੀ। ਹਾਂ, ਬਿਲਕੁਲ ਠੀਕ ਹੈ ਜੀ। ਉਹ ਚੰਗੇ ਕਰਮਾਂ ਵਾਲੇ ਨੇ। ਕਿਹੜੇ? ਉਹ ਜਿਹੜੀ ਇੱਕ ਥਾਂ ਟੇਕ ਕੇ ਇੱਕ ਟੀਚਰ ਕੋਲ ਬਹਿ ਕੇ ਗਿਆਨ ਪ੍ਰਾਪਤ ਕਰਦੇ। ਦੇਖੋ ਇੱਕ ਚੀਜ਼ ਆ, ਜਿਹੜਾ ਬੰਦਾ ਡੁੱਬਦਾ ਹੁੰਦਾ ਨਾ, ਉਹਨੂੰ ਇੱਕ ਪ੍ਰੋਬਲਮ ਹੁੰਦੀ ਆ।
ਉਹ ਕੱਲਾ ਡੁੱਬਣਾ ਨਹੀਂ ਚਾਹੁੰਦਾ। ਉਹ ਕੀ ਕਰਦਾ, ਨਸ਼ੇ ਵਾਲੇ ਮੁੰਡੇ ਵੇਖੇ ਕੀ ਕਰਦੇ, ਨਸ਼ੇ ਵਾਲਾ ਕੀ ਚਾਹੁੰਦਾ ਹੈ, ਉਹਨੂੰ ਇੱਕ ਕੰਪਲੈਕਸ ਹੋ ਜਾਂਦਾ ਕਿ ਮੈਂ ਕੱਲਾ ਨਸ਼ਾ ਕਰਾਂ ਤੇ ਬੜਾ ਦੁੱਖ ਲੱਗਦਾ ਹੈ। ਉਹ ਫਿਰ ਕਰਦਾ ਕਿ ਲਾਗੇ ਬੰਨੇ ਜੇ ਲੋਕ ਰਹਿੰਦੇ ਆ ਨਾ, ਉਹਨਾਂ ਨੂੰ ਫ੍ਰੀ ਚ ਨਸ਼ਾ ਦਿੰਦਾ, ਉਹਨਾਂ ਨੂੰ ਨਸ਼ਾ ਲਵਾ ਦਿੰਦਾ। ਫਿਰ ਉਹਦੇ ਮਨ ਦੇ ਅੰਦਰ ਇੱਕ ਸ਼ਾਂਤੀ ਬੈਠੀ ਹੁੰਦੀ ਆ ਕਿ ਸਾਰੇ ਕਰਦੇ ਆ, ਮੈਂ ਕੱਲਾ ਥੋੜੀ ਕਰਨੇ ਆ। ਇਸੇ ਹੀ ਤਰ੍ਹਾਂ ਇੱਕ ਜਗ੍ਹਾ ਤੇ ਬਹਿ ਕੇ ਟਿਕ ਕੇ ਪਹਿਲੀ ਗੱਲ ਦੇਖੋ ਕਿ ਤੁਸੀਂ ਨਾ ਆਪਣੀ ਖੋਜ ਪੂਰੀ ਕਰੋ। ਜੇਕਰ ਤੁਹਾਡੇ ਮਨ ਦੇ ਅੰਦਰ ਹਜੇ ਮਤਲਬ ਹਜੇ ਭਟਕਣਾ ਹੈਗੀ ਹੈ ਤੇ ਫਿਰ ਤੁਸੀਂ ਇੱਥੇ ਉੱਥੇ ਗੱਲ ਨਹੀਂ ਬਣੇਗੀ। ਕੋਈ ਚੀਜ਼ ਖਰੀਦਣੀ ਹੈ ਨਾ, ਇੱਕ ਦੁਕਾਨ ਤੇ ਜਾਓਗੇ ਤਾਂ ਹੀ ਖਰੀਦੋਗੇ। ਨਹੀਂ ਜੈਸਾ ਹੁਣ 100 ਦੁਕਾਨ ਚ ਤੁਰੇ ਫਿਰੋਗੇ, ਚੀਜ਼ ਤੇ ਲਈ ਨਾ, ਦੇਖ ਕੇ ਆਈ ਜਾ ਰਹੇ ਆ ਬਸ। ਹਾਂ, ਔਰ ਅਕਸਰ ਲੋਕ ਏਦਾਂ ਕਰਦੇ ਨੇ। ਲੋਕ ਅੱਧੇ ਆ ਲੋਕ ਐਵੇਂ ਭਟਕੀ ਜਾਂਦੇ ਆ। ਬੜੇ ਸਿਆਣੇ ਵੇਖੇ ਮੈਂ, ਉਹ ਜ਼ਿੰਦਗੀ ਭਟਕਣਾ ਚ ਲੰਘ ਜਾਂਦੀ ਆ। ਕਿਉਂ? ਉਹ ਟਿਕ ਕੇ ਜਗ੍ਹਾ ਲੈਂਦੇ ਹੀ ਨਹੀਂ। ਜਿੱਥੇ ਟਿਕ ਕੇ ਬਹਿ ਕੇ ਇੱਕ ਚੀਜ਼ ਲੈਣੀ ਹੈ, ਤੁਸੀਂ ਕਿਸੇ ਨਾਲ ਬਿਜ਼ਨਸ ਕਰਦੇ ਜੋ, ਰੂਲ ਕੀ ਆ, ਉਹਦੇ ਨਾਲ ਬਹਿ ਕੇ ਗੱਲ ਕਰੋ, ਪਈ ਆਹ ਚੀਜ਼ ਲੈਣੀ ਆ, ਆਹ ਰੇਟ ਹੀ, ਤੇ ਦੱਸ ਕੀ ਹਿਸਾਬ ਦਾ ਵੀ ਮੈਂ ਇੰਨੇ ਦੇ ਸਕਦਾ। ਤੇ ਅਗਲਾ ਕਹਿੰਦਾ ਡਨ ਡੀਲ। ਤੁਸੀਂ ਉਹਨੇ ਕਹਿਣਾ ਕਿ ਮਾਰਕੀਟ ਤੁਸੀਂ ਚੈੱਕ ਕੀਤੀ, ਹਾਂ ਜੀ ਮਾਰਕੀਟ ਚ ਰੇਟ ਚੈੱਕ ਕੀਤਾ, ਤੁਹਾਡੀ ਚੀਜ਼ ਜਿਹੜੀ ਖਰੀ ਹੈਗੀ ਹੈ, ਗੱਲ ਖਤਮ। ਉਹ ਕਹਿੰਦੇ ਸੈਂਪਲ ਫ੍ਰੀ ਆ, ਕਹਿੰਦਾ ਸੈਂਪਲ ਲੈ ਜਾਓ, ਕਹਿੰਦਾ ਮੈਂ ਸੈਂਪਲ ਟੈਸਟ ਕੀਤਾ ਵਾ ਤੇ ਇਹ ਚ ਅਸਰ ਹੈਗਾ ਵਾ, ਬਾਕੀ ਜਿਹੜੀ ਮੇਨ ਚੀਜ਼ ਸਾਨੂੰ ਦੇ ਦਿਓ। ਇੰਨੀ ਗੱਲ ਹੈ ਨਜਾ ਸਾਹਿਬ। ਬਿਲਕੁਲ ਸਹੀ ਗੱਲ ਹੈ। ਔਰ ਜਿਨ੍ਹਾਂ ਨੇ ਖਾਲੀ ਜਿਹੜੇ ਹੈਗੇ ਵਿੰਡੋ ਸ਼ਾਪਿੰਗ ਕਰਨੀ ਆ, ਉਹਨਾਂ ਨੇ ਸਾਰੀ ਉਮਰ ਵਿੰਡੋ ਸ਼ਾਪਿੰਗ ਹੀ ਕਰੀ ਜਾਣੀ ਆ, ਔਰ ਇੱਧਰੋਂ ਉੱਧਰੋਂ ਚੱਕ ਕੇ ਦੂਜਿਆਂ ਨੂੰ ਦੇਈ ਜਾਣਾ ਹੈ। ਬਸ ਆਹੀ ਕੰਮ ਆ ਉਹਨਾਂ ਦਾ, ਔਰ ਪੱਲੇ ਕੁਛ ਨਹੀਂ ਹੋਣਾ। ਬੱਸ ਸਟੈਂਡ ਤੇ ਪੈ ਜਾਓ ਨਜਾ ਸਾਹਿਬ, ਬੱਸ ਸਟੈਂਡ ਤੇ ਚੱਲ ਜਾਓ, ਕਿਤੇ ਉਹ ਬੱਸ, ਕਿਤੇ ਉਹ ਬੱਸ, ਕਿਤੇ ਉਹ ਬੱਸ, ਕਿੱਥੇ ਪਹੁੰਚੂਗਾ ਬੰਦਾ? ਉਹ ਦੱਸੋ ਮੈਨੂੰ। ਉਹ ਨਹੀਂ ਉਹ ਕਿਤੇ ਪਹੁੰਚਣਾ, ਉਹਨੇ ਇਸੇ ਤਰ੍ਹਾਂ ਭਟਕਦੇ ਆਪਣਾ ਜੀਵਨ ਬਤੀਤ ਕਰਨਾ। ਇੱਕ ਕਹਿੰਦਾ ਕਿ ਮੈਨੂੰ ਨਾ ਸਹਿਜ ਅਵਸਥਾ ਪ੍ਰਾਪਤ ਹੋ ਗਈ, ਤੇ ਮੈਂ ਫਿਰ ਇੱਥੇ ਗਰੁੱਪ ਚ ਕੀ ਲੱਭਦੇ ਫਿਰਦੇ ਤੁਸੀਂ? ਕਹਿੰਦਾ ਮਨ ਚ ਸ਼ੱਕ ਹੈਗਾ, ਤੇ ਮੈਂ ਇਹਦਾ ਮਤਲਬ ਕਿ ਸ਼ੱਕ ਤੇ ਇੱਥੇ ਹੈ ਨਹੀਂ ਆ। ਫਿਰ ਤੁਹਾਡੀ ਸਹਿਜ ਅਵਸਥਾ ਕਿੱਦਾਂ ਵਾ? ਕਹਿੰਦਾ ਮੇਰਾ ਬਾਬਾ ਮੈਨੂੰ ਕਹਿੰਦਾ ਤੈਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ। ਮੈਂ ਰੋਟੀ ਤੁਸੀਂ ਖਾਧੀ, ਢਿੱਡ ਤੁਹਾਡਾ ਭਰੂਗਾ, ਤੁਹਾਨੂੰ ਪਤਾ ਲੱਗੂਗਾ, ਤੁਹਾਡਾ ਬਾਬਾ ਦੱਸੂਗਾ ਤੁਹਾਨੂੰ ਕਿ ਤੁਹਾਡਾ ਢਿੱਡ ਭਰ ਗਿਆ। ਬਿਲਕੁਲ ਸਹੀ ਗੱਲ ਹੈ। ਉਹ ਹਾਂ, ਉਹ ਨਹੀਂ ਕਹਿੰਦਾ ਉਹਦੇ ਬਾਰੇ ਮੈਂ ਕਦੇ ਸੋਚਿਆ ਨਹੀਂ। ਫਿਰ ਮੈਂ ਗਵਾਂਢੀਆਂ ਸੋਚਣਾ ਜੀਵਨ ਤੇ ਭਲਿਆ ਤੇਰਾ ਵਾ। ਉਹ ਤੈਨੂੰ ਕਹੀ ਜਾਂਦਾ ਤੂੰ ਸਹਿਜ ਅਵਸਥਾ ਤੈਨੂੰ ਮਿਲ ਗਈ ਹੈ, ਤੂੰ ਬ੍ਰਹਮ ਗਿਆਨੀ ਹੋ ਗਿਆ ਵਾ, ਤੂੰ ਫਲਾਨਾ। ਇੱਕ ਮੈਨੂੰ ਕਹਿੰਦੀ ਆ, ਪਤਾ ਨੀ ਇੰਗਲੈਂਡ ਤੋਂ ਫੋਨ ਆਇਆ, ਕਹਿੰਦੀ ਜੀ ਮੇਰੇ ਚ ਨਾ ਨਾਦ ਵੱਜਣ ਦੇ ਆ। ਮੈਂ ਕਿਹਾ ਅੱਛਾ, ਫਿਰ ਕੀ ਹੋ ਗਿਆ? ਨਾਦ ਵੱਜ ਗਏ ਆ। ਕਹਿੰਦੀ ਮੈਨੂੰ ਜੱਪਾ ਜਾਪ ਵੀ ਚੱਲਣ ਦੇ ਆ। ਮੈਂ ਕਿਹਾ ਅੱਛਾ ਵਧੀਆ ਜੀ, ਚੱਲੀ ਜਾਵੇ। ਫਿਰ ਕਹਿੰਦੀ ਆ ਮੈਨੂੰ ਮੇਰੇ ਵਾਕ ਸਿੱਧੀ ਹੋ ਗਈ, ਮੈਂ ਬੋਲਦੀ ਹਾਂ ਤੇ ਉਹ ਵੀ ਸਿੱਧਾ ਹੋ ਜਾਂਦਾ। ਮੈਂ ਕਿਹਾ ਏਦਾਂ ਕਰੋ, ਇੱਕ ਵਾਕ ਸਿੱਧੀ ਮੇਰੇ ਲਈ ਭੇਜ ਦੋ। ਕਹਿੰਦੀ ਉਹ ਨਹੀਂ ਹੋ ਸਕਦਾ। ਮੈਂ ਕਿਹਾ ਫਿਰ ਕੀ ਹੋ ਸਕਦਾ? ਮੈਂ ਕਿਹਾ ਜਿਹੜਾ ਤੁਸੀਂ ਸੋਚਦੇ ਜੋ ਉਹੀ ਹੋਣਾ ਵਾ। ਉਹ ਕਿਉਂਕਿ ਤੁਹਾਡੀਆਂ ਥਾਟਸ ਇਰਰੈਗੂਲੇਟ ਹੋ ਗਈਆਂ ਨੇ। ਤੁਸੀਂ ਇੱਕ ਮਾਨਸਿਕ ਇੱਕ ਆਪਣੇ ਅੰਦਰ ਤੁਸੀਂ ਇੱਕ ਚੀਜ਼ ਤਿਆਰ ਕਰ ਲਈ, ਜੋ ਤੁਸੀਂ ਕਹਿ ਰਹੇ ਜੋ ਹੋ ਰਿਹਾ ਵਾ। ਹੈਲੋਜੀਨੇਸ਼ਨ ਕਹਿੰਦੇ, ਹੈਲੋਜੀਨੇਸ਼ਨ ਹੋ ਰਿਹਾ। ਹਾਂ, ਹੈਲੂਸੀਨੇਸ਼ਨ ਕਰ ਲਿਆ ਤੁਸੀਂ ਆਪਣੇ ਆਪ ਨੂੰ, ਸੈਲਫ ਹਿਪਨੋਟਾਈਜ਼ ਕਹਿੰਦੇ ਉਹਨੂੰ। ਕਹਿੰਦੀ ਨਹੀਂ, ਮੇਰੇ ਤੇ ਬਾਬਾ ਜੀ ਕਹਿੰਦੇ ਆ ਕਿ ਤੂੰ ਟੱਚ ਕਰੇਂਗੀ ਤਾਂ ਅਗਲਾ ਸਹੀ ਹੋ ਜਾਊਗਾ। ਮੈਂ ਕਿਹਾ ਫਿਰ ਏਦਾਂ ਕਰ, ਮੈਂ 2 ਕੈਂਸਰ ਦੇ ਮਰੀਜ਼ ਭੇਜ ਦਿੰਦਾ, ਉਹ ਸਹੀ ਕਰ ਦੇ। ਕਹਿੰਦੀ ਉਹ ਨੀ ਮੈਂ ਕਰ ਸਕਦੀ। ਮੈਂ ਫਿਰ ਕਿਹਨੂੰ ਸਹੀ ਕਰਦੀ ਆ? ਕਹਿੰਦੀ ਲੋਕੀ ਕਹਿੰਦੇ ਠੀਕ ਹੋ ਰਹੇ ਆ। ਮੈਂ ਠੀਕ ਹੈ ਭਾਈ, ਜਿਹੜੇ ਠੀਕ ਹੁੰਦੇ ਆ ਨਾ ਤੁਸੀਂ ਉਹਨਾਂ ਨੂੰ ਕਰੀ ਜਾਓ। ਸੋ ਕਈ ਵਾਰੀ ਬੰਦਾ ਏਦਾਂ ਦੇ ਕੰਮਾਂ ਚ ਉਲਝਿਆ ਫਿਰਦਾ। ਮੈਂ ਇਹ ਸਮਝਾਇਆ ਉਹਨੂੰ, ਭੈਣ ਨੂੰ, ਕਿ ਮੈਂ ਦੇਖ ਇਹ ਜੀਵਨ ਬੜਾ ਕੀਮਤੀ ਹੈ, ਇਹ ਚੀਜ਼ਾਂ ਦੇ ਬਾਰੇ ਕੋਈ ਟਾਈਮ ਨਹੀਂ ਵੇਸਟ ਕਰੀਦਾ। ਮੈਂ ਨਾ ਤੇ ਗੁਰੂ ਗ੍ਰੰਥ ਸਾਹਿਬ ਚ ਏਦਾਂ ਲਿਖਿਆ ਉਹਨਾਂ ਨੇ, ਕੋਈ ਇੱਕ ਲਾਈਨ ਵੀ ਲਿਖੀ ਦੱਸੋ ਮੈਨੂੰ ਨਜਾ ਸਾਹਿਬ, ਕੋਈ ਹੈਗੀ ਏਦਾਂ ਦਾ ਕੋਈ ਸੈਂਟੈਂਸ? ਨਾ, ਕਿ ਮੈਂ ਦੱਸ ਦਿੰਦਾ ਮੈਂ ਕੱਲ ਕੀ ਹੋਣਾ, ਪਰਸੋਂ ਕੀ ਹੋਣਾ ਵਾ, ਜਾਂ ਮੈਂ ਹੱਥ ਲਾਇਆ ਤੇ ਉਹ ਬੰਦਾ ਠੀਕ ਹੋ ਗਿਆ। ਏਦਾਂ ਦੀਆਂ ਗੱਲਾਂ ਬਾਤਾਂ ਨਹੀਂ। ਉਹ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਾ ਕੇ ਰੱਖਦੇ ਨੇ, ਅਵੋਇਡ ਕਰਦੇ ਨੇ। ਆਪ ਫਿਰ ਦੇਖੋ, ਫਿਰ ਕਹਿੰਦੇ ਆ ਕਿ ਚੌਥੇ ਪਹਿਰ ਸਭਾ ਕੇ ਸੁੱਤਿਆਂ ਉਪਜੇ ਚਾਓ। ਸੁਰਤਿਆ ਉੱਚੀ ਸੋਚ ਵਾਲੇ ਤੇ ਹਾਂ, ਫਿਰ ਉਹ ਚਾਓ ਉਪਜਦਾ ਹੀ ਚੁੱਪ, ਉਹਨਾਂ ਨੂੰ ਚਾਹ ਚੜ ਜਾਂਦਾ ਬਿਲਕੁਲ ਕਿ ਆਪਾਂ ਭਗਤੀ ਦੇ ਪੈਣ, ਬੋਝ ਥੋੜੀ ਹੋਣਾ। ਹੁਣ ਤੇ ਦਿਲ ਕਰਦਾ ਕਿ ਜਦੋਂ ਮੇਰਾ ਮਨ ਕਰੇ, ਮੈਨੂੰ ਮੌਕਾ ਮਿਲੇ, ਮੈਂ ਮਤਲਬ ਉੱਥੇ ਬਵਾਂ ਤੇ ਮੈਂ ਆਤਮਾ ਤੱਤ ਨੂੰ ਅਨੁਭਵ ਕਰਾਂ, ਕਿਉਂਕਿ ਆਤਮਾ ਦਾ ਸਪਰਸ਼ ਬੜਾ ਪਿਆਰਾ ਹੈ। ਜਿਹੜੇ ਬੰਦੇ ਨੇ ਆਤਮ ਰਸ ਪੀ ਲਿਆ ਨਾ, ਉਹ ਫਿਰ ਅੱਖਰਾਂ ਚ ਨਹੀਂ ਜਾਂਦਾ। ਤੇ ਜਿਹੜਾ ਬੰਦਾ ਅੱਖਰਾਂ ਚ ਤੁਰਿਆ ਫਿਰਦਾ ਜੋ ਅਜੇ ਉਹਨੇ ਆਤਮਾ ਦਾ ਰਸ ਨਹੀਂ ਪੀਤਾ। ਬਿਲਕੁਲ ਕਲੀਅਰ ਗੱਲਾਂ, ਬਿਲਕੁਲ ਕਨਫਿਊਜ਼ਨ ਨਹੀਂ ਹੁੰਦੀ। ਜੇਕਰ ਜਿਹਨੇ ਪਾਣੀ ਪੀ ਲਿਆ ਹੈ ਨਾ,
ਉਹ ਫਿਰ ਪਾਣੀ ਦੀ ਇਨਕੁਆਇਰੀ ਨਹੀਂ ਕਰਦਾ ਫਿਰਦਾ, ਉਹਨੂੰ ਪਤਾ ਹੈ ਮੈਂ ਘੁੱਟ ਪੀਤੀ ਆ। ਤੇ ਜਿਹੜਾ ਸੱਜਣ ਹਜੇ ਕਿਤਾਬਾਂ ਕਤੂਬਾਂ ਪੜ੍ਹਦਾ ਫਿਰਦਾ ਵਾ, ਉਹ ਸਮਝ ਲਓ ਕਿ ਹਜੇ ਚਾਰਾ ਭਟਕ ਰਿਹਾ, ਪਾਣੀ ਦੇ ਬਾਰੇ ਪਤਾ ਕਰ ਰਿਹਾ, ਕਿਉਂਕਿ ਜਦੋਂ ਪਾਣੀ ਪੀ ਲਿਆ ਪਿਆਸ ਬੁੱਝ ਜਾਣੀ ਆ, ਗੱਲ ਖਤਮ। ਬਿਲਕੁਲ ਸਹੀ ਗੱਲ। ਉਹਨੂੰ ਫਿਰ ਕਿਸੇ ਕਿਤਾਬ ਨੂੰ ਪੜ੍ਹਨ ਦੀ ਲੋੜ ਨਹੀਂ ਹੈ ਕਿ ਪਾਣੀ ਪੀਣ ਤੋਂ ਬਾਅਦ ਕੀ ਹੁੰਦਾ, ਕਿਨੇ ਪ੍ਰੈਕਟੀਕਲੀ ਪੀ ਲਿਆ। ਬਿਲਕੁਲ ਸਹੀ ਹੈ ਜੀ, ਠੀਕ ਹੈ ਜੀ। ਇਹ ਲੋਕਾਂ ਦੀ ਕਨਫਿਊਜ਼ਨ ਹੈ। ਵੈਸੇ ਟੌਪਿਕ ਤੇ ਨਹੀਂ ਸੀ, ਪਰ ਮੈਂ ਥੋੜੀ ਵਿਚਾਰ ਇੱਧਰ ਕਰਤੀ। ਸਹੀ ਟੌਪਿਕ ਹੈ ਜੀ, ਬਿਲਕੁਲ ਸਹੀ ਹੈ। ਇਹ ਵਹਿਮਾਂ ਭਰਮਾਂ ਚੋਂ ਉੱਪਰ ਉੱਠੀਏ, ਠੀਕ ਹੈ ਜੀ। ਫਿਰ ਅਗਲੇ ਬੰਨੇ ਅਗਲੀ ਤੁਕ ਸੁਣਾਓ। ਆ ਕਹਿੰਦੇ ਦਰਿਆਵਾਂ, ਤਿੰਨਾਂ ਦਰਿਆਵਾਂ, ਤਿੰਨਾਂ ਦਰਿਆਵਾਂ ਸਿਉਂ ਦੋਸਤੀ। ਇਹਨੂੰ ਦਰਿਆਵਾਂ ਕਿਹੜੇ ਹੁੰਦੇ ਆ? ਜਿਹੜੇ ਦਰ ਦੇ ਉੱਤੋਂ, ਦਰ ਤੋਂ ਆਉਂਦੇ ਆ ਭਾਈ, ਜਿਹੜੇ ਬੈਠਦੇ ਆ ਰੋਜ਼, ਜਿਹੜੇ ਸਹਿਜ ਅਵਸਥਾ ਦੇ ਵਿੱਚ ਬੈਠਦੇ ਆ, ਚੌਥੇ ਪਦ 'ਚ ਬੈਠਦੇ ਆ, ਜਿਹੜੇ ਵਿਚਾਰ ਮੁਕਤ ਹੁੰਦੇ ਆ, ਜਿਹੜੇ ਇਹ ਵਿਚਾਰ ਮੰਡਲ ਨੂੰ ਕ੍ਰਾਸ ਕਰਦੇ ਆ, ਉਹਨਾਂ ਦੇ ਨਾਲ ਦੋਸਤੀ ਹੁੰਦੀ ਆ ਉਹਨਾਂ ਨੂੰ। ਤਿੰਨਾਂ ਦਰਿਆਵਾਂ ਸਿਉਂ ਦੋਸਤੀ, ਮਨ ਮੁਖ ਸੱਚਾ ਨਾਮ। ਮਨ ਦੇ ਵਿੱਚ ਵੀ ਤੇ ਮੁਖ ਦੇ ਵਿੱਚ ਵੀ ਸੱਚ ਹੈਗਾ, ਉਹ ਸੱਚਾ ਨਾਮ ਹੈਗਾ। ਹਾਂਜੀ ਵੀਰ ਜੀ। ਫਿਰ ਉਹਨਾਂ ਦੀ ਦੋਸਤੀ ਕਿਹਨਾਂ ਨਾਲ ਹੋ ਜਾਂਦੀ ਹੈ? ਜਿਹੜੇ ਬੰਦੇ ਦਰਿਆ ਹੋ ਗਏ ਨੇ। ਕਿਹੜੇ ਦਰਿਆ? ਜਿਹੜੇ ਚੱਲਦੇ ਤੇ ਹੈਗੇ ਨੇ, ਦੂਜਾ ਕਿਨਾਰਾ ਸਮੁੰਦਰ ਨਾਲ ਜੁੜ ਗਿਆ। ਉਹ ਦਰਿਆ ਦੀ ਗੱਲ ਕਰਦੇ। ਇਜ਼ ਨਾਟ ਟਾਕਿੰਗ ਅਬਾਊਟ ਛੱਪੜ ਛੁੱਪੜ। ਉਹ ਕਹਿੰਦੇ ਦਰਿਆ। ਕਿਹੜਾ ਦਰਿਆ? ਜਿਹੜਾ ਇੱਕ ਸਾਈਡ ਤੋਂ ਸਮੁੰਦਰ ਨਾਲ ਜੁੜਿਆ ਹੋਇਆ ਹੈ। ਬਸ। ਤੇ ਫਿਰ ਉਹਦੇ ਨਾਲ ਦੋਸਤੀ ਕਰਕੇ ਫਿਰ ਕੀ ਕਰਨੀ ਹੈ? ਫਿਰ ਅੰਮ੍ਰਿਤ ਉਹ ਤੁਰੇ ਜਾਂਦੇ ਆ, ਉਹ ਵੀ ਉਧਰ ਤੁਰੇ ਜਾਂਦੇ ਆ। ਨਿਜਰ ਸਾਹਿਬ ਇਹ ਵੀ ਜੇ, ਠੀਕ ਹੈ। ਫਿਰ ਉਧਰੋਂ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ ਹੈ। ਉੱਥੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਫਸਾਓ। ਕਰਮ ਬਹੁਤ ਹੀ ਉੱਚੀ ਕਿਸਮਤ ਹੈ ਭਾਈ, ਮਿਲ ਰਿਹਾ। ਠੀਕ ਹੈ ਜੀ। ਫਿਰ ਅਗਲੇ ਬੰਨੇ ਕਹਿੰਦੇ ਆ, ਫਿਰ ਅਗਲੇ ਬੰਨੇ ਬੋਲੋ ਜੀ ਨਿਜਰ ਸਾਹਿਬ। ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ। ਆਹ ਤਰੀਕਾ ਹੈਗਾ ਭਾਈ ਖਰਾ ਸੋਨਾ ਹੋਣੇ ਦਾ। ਕੰਚਨ ਨੂੰ ਕਿਵੇਂ ਕੱਸੀਦਾ ਹੈ? ਉਹਨੂੰ ਸੁਹਾਗਾ ਪਾ ਕੇ ਜਿਹੜਾ ਉਹਦੀ ਖੋਟ ਕੱਢੀ ਦੀ ਆ, ਐਵੇਂ ਦੀ ਖੋਟ ਨਿਕਲਦੀ ਆ ਭਾਈ। ਇਹ ਕਾਇਆ ਜਿਹੜੀ ਮਨੁੱਖਾ ਜਿਹੜੀ ਮਿਲੀ ਆ, ਇਹ ਪੂਰੀ ਦੀ ਪੂਰੀ ਇਹ ਬਿਲਕੁਲ ਕੱਸ ਜਾਣੀ ਆ, ਇੱਕਦਮ ਜਿਹੜੀ ਹੈ ਖਰੀ ਹੋ ਜਾਣੀ ਆ। ਵੰਨੀ ਚੜੇ ਚੜਾਓ, ਇਹਦੇ ਜਿਹੜੀ ਹੈਗੀ ਇਹਦੇ ਵਿੱਚ ਸੋਹਣਾ ਜਿਹੜਾ ਹੈਗਾ ਖਰੇ ਸੋਨੇ ਦਾ ਰੰਗ ਚੜ ਜਾਂਦਾ ਹੈ। ਹਾਂਜੀ ਹਾਂਜੀ ਸਾਧ ਸੰਗਤ ਜੀ, ਫਿਰ ਕੰਮ ਦੀ ਮੈਂ ਗੱਲ ਕਰਨ ਲੱਗਾ ਜੀ। ਇੱਕ ਤੇ ਜਾਗਰਤ ਅਵਸਥਾ ਦੇ ਵਿੱਚ ਮੰਨਿਆ ਕਿ ਤੁਹਾਡਾ ਕੰਟਰੋਲ ਹੈਗਾ ਨਾ, ਤੁਹਾਡੀ ਇੰਦਰੀਆਂ ਤੇ ਸੰਜਮ ਹੈਗਾ। ਇੱਥੋਂ ਤੱਕ ਤੁਹਾਡੇ ਅੰਦਰ ਇੰਨੀ ਪਵਿੱਤਰਤਾ ਆ ਜਾਊਗੀ, ਤੁਹਾਨੂੰ ਕੋਈ ਮਾੜਾ ਸੁਪਨਾ ਵੀ ਟੱਚ ਨਹੀਂ ਕਰ ਸਕਦਾ। ਆਪ ਸਮਝਦੇ ਮੈਂ ਕਿਹੜੀ ਗੱਲ ਕਹਿਤੀ? ਫਿਰ ਸੁਣੋ। ਜਾਗਰਤ ਅਵਸਥਾ ਚ ਮੰਨਿਆ ਕਿ ਆਪਾਂ ਇੱਕ ਚੰਗਾ ਕਰੈਕਟਰ ਰਿਪਰੈਜ਼ੈਂਟ ਕਰਦੇ ਹਾਂ, ਵਧੀਆ ਅਵਸਥਾ ਬਣੀ ਆ। ਐਸੀ ਅਵਸਥਾ ਬਣ ਜਾਣੀ ਆ, ਤੁਹਾਨੂੰ ਮਾੜਾ ਸੁਪਨਾ ਨਹੀਂ ਆ ਸਕਦਾ। ਕਿੰਨੇ ਪਵਿੱਤਰ ਹੋ ਜਾਓਗੇ ਆਪ, ਕਿਉਂਕਿ ਮਨ ਨਿਰਮਲ ਹੋ ਗਿਆ ਹੈ। ਹੁਣ ਉਹ ਏਦਾਂ ਦੀ ਫਿਲਮ ਹੀ ਨਹੀਂ ਚਲਾਉਂਦਾ, ਏਦਾਂ ਦੀ ਭੋਗ ਵਿਲਾਸਾਂ ਵਾਲੀ ਫਿਲਮ। ਤੁਸੀਂ ਜਦੋਂ ਉਸ ਅਵਸਥਾ ਤੇ ਜਾਓਗੇ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਮੈਂ ਕੀ ਕਹਿ ਰਿਹਾ। ਅਗਲੇ ਬੰਨੇ ਚਲੋ ਨਿਜਰ ਸਾਹਿਬ। ਉਹ ਕਹਿੰਦੇ ਕਿਉਂਕਿ ਕੰਚਨ ਹੋ ਗਿਆ, ਸੜ ਕੇ ਸਵਾਹ ਹੋ ਗਿਆ ਜੋ ਗੰਦ ਮੰਦ ਸੀ। ਹਾਂਜੀ ਬਸ ਕੰਚਨ ਹੋ ਗਿਆ। ਤੇ ਫਿਰ ਤਾਂ ਸਰਾਫ ਨੇ ਆਪਣੇ ਲੈ ਲੈਣਾ, ਆਪਣੇ ਪੱਲੇ ਦੇ ਨਾਲ ਲਾ ਲੈਣਾ ਭਾਈ। ਖਤਮ ਹੋ ਗਈ ਗੇਮ। ਜੇ ਹੋਵੇ ਨਜ਼ਰ ਸਰਾਫ ਕੀ ਬੌੜ ਨਾ ਪਾਈ ਤਾਓ। ਬਸ ਫਿਰ ਥੋੜੀ ਨਾ ਜਿਹੜਾ ਤਾ ਦੇ ਵਿੱਚ ਜਿਹੜਾ ਦੁਬਾਰਾ ਆਪਾਂ ਨੂੰ ਭੇਜੂਗਾ ਬਈ ਜਾ ਫਿਰ ਜੂਨਾਂ ਦੇ ਵਿੱਚ ਜਾਣ, ਫਿਰ ਸੰਸਾਰ ਦੇ ਵਿੱਚ ਜਿਹੜਾ ਹੈਗਾ ਇਹ ਮਾਇਆ ਨੂੰ ਜਿਹੜਾ ਹੈਗੀ ਤ੍ਰਿਗੁਣੀ ਮਾਇਆ ਨੂੰ ਜਿਹੜਾ ਹੈਗਾ ਇਹਦੇ ਚੋਂ ਫਿਰ ਜਿਹੜਾ ਇਹਨੂੰ ਜਿੱਤ ਕੇ ਆ। ਹਾਂਜੀ ਵੀਰ ਜੀ। ਹਾਂ, ਜਿਸ ਤਰ੍ਹਾਂ ਇੱਕ ਸੁਨਿਆਰਾ ਸੋਨੇ ਨੂੰ ਬਾਰ-ਬਾਰ ਭੱਠੀ 'ਚ ਭੇਜਦਾ ਹੈ, ਉਹਦੇ ਵਿੱਚੋਂ ਜਿਹੜਾ ਅਸ਼ੁੱਧੀ ਹੈ ਉਹਨੂੰ ਖਤਮ ਕਰਦਾ। ਜਦੋਂ ਸੋਨਾ ਸ਼ੁੱਧ ਹੋ ਜਾਂਦਾ ਹੈ, ਫਿਰ ਸੁਨਿਆਰੇ ਨੂੰ ਕੀ ਲੋੜ ਪਈ ਨਿੱਜਰ ਸਾਹਿਬ ਉਹਨੂੰ ਸੁਹਾਗੇ ਨਾਲ ਉਹਦਾ ਮਿਲਣ ਕਰਾਉਣ ਦੀ ਜਾਂ ਭੱਠੀ 'ਚ ਪਾਉਣ ਦੀ? ਕਾਮਨ ਸੈਂਸ ਹੈ ਨਾ। ਉਹ ਫਿਰ ਕੀ ਕਰਦਾ, ਕਹਿੰਦਾ ਸੋਨਾ ਸ਼ੁੱਧ ਹੋ ਗਿਆ, ਇਹਨੂੰ ਰੱਖੋ ਸਾਈਡ ਤੇ, ਇਹ ਵਧੀਆ ਸੋਨਾ ਬਣ ਗਿਆ। ਬਸ ਇਸੇ ਤਰ੍ਹਾਂ ਪਰਮਾਤਮਾ ਹੈ। ਹੁਣ ਜਦੋਂ ਤੁਸੀਂ ਸ਼ੁੱਧ ਹੋ ਗਏ ਤੇ ਫਿਰ ਪਰਮਾਤਮਾ ਨੂੰ ਕੀ ਲੋੜ ਪਈ ਹੈ ਤੁਹਾਨੂੰ ਉੱਥੇ ਭੇਜਣ ਦੇ ਲਈ ਜਾਂ ਕਸਵੱਟੀ ਕਰਨ ਦੇ ਲਈ ਜਾਂ ਬਾਰ-ਬਾਰ ਤੁਹਾਨੂੰ ਇੱਥੇ ਸੰਸਾਰ 'ਚ ਭੇਜਣ ਦੀ? ਕਿਉਂਕਿ ਸੋਨਾ ਪਵਿੱਤਰ ਹੋ ਗਿਆ, ਬ੍ਰਹਮ ਹੋ ਗਿਆ, ਗੱਲ ਖਤਮ ਹੋ ਗਈ। ਐਂਡ ਦਾ ਸਟੋਰੀ। ਠੀਕ ਹੈ ਜੀ। ਇੱਥੇ ਤੱਕ ਗੋਰਖੀ ਸਾਹਿਬ ਮਹਾਰਾਜ ਨੇ ਜਿਹੜਾ ਹੈਗਾ ਦੂਸਰੀ ਪਾਤਸ਼ਾਹੀ ਨੇ ਇੱਕ ਪਹਿਰ ਦੀ ਗੱਲ ਕੀਤੀ ਹੈ, ਸਿਰਫ ਭਗਤੀ ਦੀ, ਸਵੇਰੇ ਉੱਠ ਕੇ ਧਿਆਨ ਸਿਮਰਨ ਕਰਨ ਦੀ, ਚਾਹ ਚੜ੍ਹਨ ਦੀ, ਉਹਦੀ ਗੱਲ ਕੀਤੀ ਆ। ਹੁਣ 7 ਪਹਿਰ ਅੱਗੇ ਹਾਲੇ ਬਾਕੀ ਹੈ, ਉਹਨਾਂ ਦੇ ਬਾਰੇ ਗਿਆਨ ਦੇ ਰਹੇ। ਹੁਣ 7 ਪਹਿਰੀ 7 ਭਲਾ ਬਹੀਏ ਪੜ੍ਹਿਆ ਪਾਸ। ਕਹਿੰਦੇ 7 ਪਹਿਰ ਜਿਹੜੇ ਹੈਗੇ ਆ
ਇਹਨਾਂ ਦੇ ਵਿੱਚ ਤੂੰ ਸੱਚਾ ਆਚਰਣ ਰੱਖਣਾ ਹੈ, ਸੱਤ ਭਲਾ ਆਚਰਣ ਰੱਖਣਾ ਹੈ, ਭਲੇ ਗੁਣ ਲੈਣੇ ਆ ਅਤੇ ਉਹ ਮਿਲਣਗੇ ਤੈਨੂੰ ਬਹੀਏ ਪੜ੍ਹਿਆਂ ਪਾਸ। ਜਿਨ੍ਹਾਂ ਦੇ ਕੋਲ ਭਲੇ ਗੁਣ ਹੈਗੇ ਆ, ਜਿਨ੍ਹਾਂ ਦੇ ਕੋਲ ਗਿਆਨ ਹੈਗਾ ਸੱਚ ਔਰ ਝੂਠ ਦਾ, ਉਹਨਾਂ ਦੀ ਸੰਗਤ ਕਰੀ ਪਾਏ, ਵੱਧ ਤੋਂ ਵੱਧ ਉਹਨਾਂ ਦੀ ਸੰਗਤ ਕਰੀ। ਮਾੜੀ ਸੰਗਤ ਦੇ ਵਿੱਚ ਨਾ ਬੈਠੀ, ਉੱਥੋਂ ਤੈਨੂੰ ਜਿਹੜਾ ਹੈਗਾ ਫਿਰ ਕਾਲਕ ਮਿਲ ਜਾਣੀ ਹੈ। ਉੱਥੇ ਪਾਪ ਪੁੰਨ ਵਿਚਾਰੀਏ, ਕੂੜਾ ਘਟੈ ਰਾਸ। ਕਹਿੰਦੇ ਉੱਥੇ ਕੀ ਹੁੰਦਾ ਹੈ ਉਹਨਾਂ ਦੀ ਸੰਗਤ ਦੇ ਵਿੱਚ? ਉਹਨਾਂ ਦੀ ਸੰਗਤ ਦੇ ਵਿੱਚ ਪਾਪ ਔਰ ਪੁੰਨ, ਸੱਚ ਔਰ ਝੂਠ, ਇਹਦੀ ਵਿਚਾਰ ਹੁੰਦੀ ਆ ਅਤੇ ਝੂਠ ਦੀ ਰਾਸ਼ੀ ਘਟ ਜਾਂਦੀ ਆ ਤੇਰੇ ਅੰਦਰੋਂ। ਜੇ ਉਹਨਾਂ ਦੀ ਸੰਗਤ 'ਚ ਜਾਏਗਾ, ਕੁਛ ਨਾ ਕੁਛ ਗੁਣ ਜ਼ਰੂਰ ਆ ਜਾਣਗੇ, ਕੁਛ ਨਾ ਕੁਛ ਅਵਗੁਣ ਜ਼ਰੂਰ ਛੱਡ ਦੇਗਾ। ਉੱਥੇ ਖੋਟੇ ਸੱਟੀਏ ਖਰੇ ਕੀਚੇ ਸਾਬਾਸ। ਔਰ ਮਾਲਕ ਦੇ ਦਰ ਦੇ ਉੱਤੇ ਜਿਹੜੇ ਹੈਗੇ ਖੋਟੇ ਜਿਹੜੇ ਹੈਗੇ ਪਾਏ, ਉਹ ਐਕਸੈਪਟ ਨਹੀਂ ਹੁੰਦੇ। ਫਿਰ ਜੂਨਾਂ ਦੇ ਵਿੱਚ, ਫਿਰ ਸੰਸਾਰ ਦੇ ਵਿੱਚ ਜਿਹੜੇ ਹੈਗੇ ਗਤੀ ਕਰਦੇ ਆ ਅਤੇ ਖਰਿਆਂ ਨੂੰ ਸ਼ਾਬਾਸ਼ੀ ਮਿਲਦੀ ਆ। ਬੋਲਣ ਫਾਜ਼ਲ ਨਾਨਕਾ, ਦੁੱਖ ਸੁੱਖ ਖਸਮੇ ਪਾਸ। ਬਾਕੀ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ ਇਹ ਬੇਫਜ਼ੂਲ ਹੈਗੀਆਂ ਪਾਈ। ਦੁੱਖ ਸੁੱਖ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਆਪਾਂ ਨੂੰ ਇਹ ਸੰਸਾਰ ਦੇ ਵਿੱਚ ਇਹ ਗੇਮ ਪਾਈ ਹੈ, ਇਹ ਖਸਮ ਨੇ ਪਾਈ ਹੋਈ ਆ। ਉਹਦੇ ਨਿਯਮ ਹੈਗੇ ਆ, ਉਹ ਖਸਮ ਨੇ ਦੁੱਖ ਸੁੱਖ ਦੇ ਵਿੱਚ ਪਾਇਆ ਹੈ। ਅਤੇ ਇਹ ਜਿਹੜੇ ਹੈਗੇ ਆ ਐਸੇ ਤਰੀਕੇ ਦੇ ਨਾਲ ਸੰਸਾਰ ਚੱਲਣਾ ਹੈ। ਜੇ ਤੂੰ ਇਹਨਾਂ 'ਚੋਂ ਨਿਕਲਣਾ ਚਾਹੁੰਦਾ ਹੈ ਅਤੇ ਭਾਈ ਫਿਰ ਜਿਹੜਾ ਹੈ ਖਰਾ ਬਣਨਾ ਪਊਗਾ। ਹਾਂਜੀ ਵੀਰ ਜੀ। ਹਾਂਜੀ ਠੀਕ। ਉਹ ਕਹਿੰਦੇ ਨੇ ਸੰਗਤ ਕਰੋ ਜੀ, ਨਿਰਮਲ ਸੰਗਤ। ਹਾਂ, ਕੀ ਹੋਊਗਾ? ਉਹ ਕਹਿੰਦੇ ਨਿਰਮਲ ਧਾਰਾ ਚੱਲੂਗੀ, ਅਗਿਆਨ ਦਾ ਭਰਮ ਖਤਮ ਹੋ ਜਾਏਗਾ, ਅਗਿਆਨ ਖਤਮ ਹੋ ਜੂ, ਅਵਿਦਿਆ ਖਤਮ ਹੋ ਜੂ, ਅਵਗੁਣ ਦੂਰ ਹੋ ਜਾਣਗੇ। ਕਿਉਂ? ਕਿਉਂਕਿ ਨਿਰਮਲ ਧਾਰਾ ਚੱਲਦੀ ਪਈ ਆ, ਬੜੀ ਪਵਿੱਤਰ। ਤੇ ਉੱਥੇ ਕਿਉਂ ਹੀ ਨਹੀਂ ਪਾਵਰ ਆ? ਆਮ ਕਿਉਂ ਨਹੀਂ ਕਹਿੰਦੇ ਕਿ ਆਮ ਹੀ ਸੰਗਤ ਕਰ ਲਓ ਭੀੜ ਦੀ, ਜਾ ਕੇ ਉੱਥੇ ਵਾਧੂ ਭੀੜਾਂ। ਉਹ ਨਿਰਮਲ ਸੰਗਤ ਕਿਉਂ ਕਹਿੰਦੇ ਕਰੋ? ਕਿਉਂਕਿ ਉੱਥੇ ਸੱਚ ਹੈਗਾ ਉਹਨਾਂ ਕੋਲੋਂ, ਪਾਵਰਫੁਲ ਚੀਜ਼ ਹੈ ਉਹਨਾਂ ਕੋਲ। ਜਿੱਥੇ ਸੱਚ ਹੈਗਾ ਉਹ ਕਾਫੀ ਪਾਵਰਫੁਲ ਚੀਜ਼ ਹੈ, ਕਿਉਂਕਿ ਸੱਚ ਪ੍ਰਗਟ ਨਹੀਂ ਹੁੰਦਾ, ਪਰ ਜਦੋਂ ਸੱਚ ਪ੍ਰਗਟ ਹੋ ਜਾਂਦਾ ਹੈ ਬਹੁਤ ਪਾਵਰਫੁਲ। ਉਸ ਕਥਾ ਦੇ ਵਿੱਚ ਬਹਿਣ ਦੇ ਨਾਲ, ਉਸ ਕਥਾ ਨੂੰ ਸੁਣਨ ਦੇ ਨਾਲ ਬਹੁਤ ਮਨ ਦੇ ਜਿਹੜੇ ਅਵਗੁਣ, ਮਨ ਦੀਆਂ ਜਿਹੜੀਆਂ ਕ੍ਰਿਤੀਆਂ ਹੈਗੀਆਂ ਨੇ, ਮਨ ਦੀ ਮਲੀਨਤਾ ਸਭ ਦੂਰ ਹੋ ਜਾਂਦੀ ਹੈ। ਕਿਉਂ? ਕਿਉਂਕਿ ਸੱਚ ਦੀ ਧਾਰਾ ਅਸਕਰ ਤੇ ਇਨਸਾਨਾਂ ਦੇ ਥਰੂ ਹੀ ਆਉਣੀ ਆ। ਹੁਣ ਸੱਚ ਡਾਇਰੈਕਟ ਕਿਤੋਂ ਤੁਹਾਨੂੰ ਕਮਿਊਨੀਕੇਟ ਕਰੇ? ਹਜੇ ਤੇ ਤੁਹਾਡੀ ਮੀਟਰ ਹੀ ਸੈੱਟ ਨਹੀਂ ਹੈਗਾ। ਮੀਟਰ ਦੀ ਤਾਂ ਫ੍ਰੀਕੁਐਂਸੀ ਚੇਂਜ ਕੀਤੀ ਤੁਸੀਂ, ਕਿਉਂਕਿ ਜਿਹੜੇ ਚੈਨਲ ਸੈੱਟ ਕੀਤੇ ਤੁਸੀਂ ਕਿਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸੰਗਤ ਕਰੋਗੇ ਇਹਨਾਂ ਨੇ ਕਹਿਣਾ ਕਿ ਤੇਰੀ ਫ੍ਰੀਕੁਐਂਸੀ ਜਿਹੜੀ ਆ ਸੱਚ ਕਰ ਦੇ। ਬਿਲਕੁਲ ਸੱਚ ਦੀ ਫ੍ਰੀਕੁਐਂਸੀ ਕਰ, ਘੁਮਾ ਆਪਣੇ ਉਹਨੂੰ, ਸਟੀਅਰਿੰਗ ਨੂੰ ਘੁਮਾ। ਹਾਂ, ਤੇ ਸੱਚ ਦੀ ਸੈਟਿੰਗ ਹੋ ਗਈ ਤੇ ਫਿਰ ਸੱਚ ਤੇ ਪ੍ਰਗਟ ਹੋ ਜਾਣਾ। ਕਿਉਂਕਿ ਸੱਚ ਤੇ ਪ੍ਰਗਟ ਹੈ। ਸੱਚ ਨੂੰ ਲੱਭਣ ਦੀ ਕੀ ਲੋੜ ਪਈ ਆ? ਉਹ ਤੇ ਵੱਡੀ ਲੈਵਲ ਤੇ ਸਿਗਨਲ ਆ ਰਿਹਾ, ਪਰ ਆਪਾਂ ਕੀ ਕਰਦੇ? ਉਹ ਸਿਗਨਲ ਚੱਲਣ ਨਹੀਂ ਦਿੰਦੇ। ਆਪਾਂ ਅੱਗੇ ਪਿੱਛੇ ਇੱਧਰ ਪੰਜਾਂ 'ਚ ਘੁੰਮੀ ਜਾਂਦੇ ਆ। ਸੱਚ ਵਾਲੇ ਬਟਨ ਤੇ ਜਾਂਦੇ ਹੀ ਨਹੀਂ, ਆਪਾਂ ਉੱਥੇ ਤੇ ਪਹੁੰਚਦੇ ਨਹੀਂ। ਫਿਰ ਉਹ ਸੰਗਤ ਕਹਿੰਦੀ ਆ ਅਸੀਂ ਤੇ ਸੈਟਅਪ ਹੋ ਗਏ ਬੈਠੇ ਆ, ਤੂੰ ਹੀ ਆਇਆ ਸਾਡੇ ਨਾਲ ਬਹਿ ਜਾ। ਹੋ ਸਕਦਾ ਕਿ ਥੋੜੀ ਬਹੁਤੀ ਜਿਹੜੀ ਫ੍ਰੀਕੁਐਂਸੀ ਆਊਟ ਹੋਈ ਆ ਨਾ, ਉਹ ਤੈਨੂੰ ਐਡਜਸਟ ਕਰਨ 'ਚ ਥੋੜੀ ਹੈਲਪ ਮਿਲੇਗੀ। ਕਿਉਂ ਮਿਲੇਗੀ? ਕਿਉਂਕਿ ਉਹਨਾਂ ਦੇ ਰੇਡੀਓ ਸੈੱਟ ਹੈਗੇ ਨੇ ਉੱਥੇ, ਉਹਨਾਂ ਨੂੰ ਵੇਖ ਕੇ ਤੂੰ ਵੀ ਕਾਪੀ ਕਰ ਸਕਦਾ। ਹੁਣ ਕਈਆਂ ਦੀ ਗੱਡੀਆਂ ਬੜੀਆਂ ਵਧੀਆ ਚੱਲਦੀਆਂ ਨੇ, ਆਪਣੀ ਗੱਡੀ ਉੱਡੀ ਵਧੀਆ ਨਹੀਂ ਚੱਲਣ ਦੀ, ਤੇ ਫਿਰ ਆਪਾਂ ਕੀ ਕਰਦੇ? ਉਹਨਾਂ ਕੋਲ ਪੁੱਛ ਲੈਂਦੇ ਆ, ਭਰਾਵਾ ਮੇਰੀ ਗੱਡੀ ਤੇ ਖਰਾਬ ਹੀ ਰਹਿੰਦੀ, ਤੇਰੀ ਗੱਡੀ ਕਿਉਂ ਏਡੀ ਵਧੀਆ ਚੱਲਦੀ? ਉਹ ਫਿਰ ਦੱਸਦਾ ਹੈ, ਬਈ ਮੈਂ ਤਾਂ ਇਹਦਾ ਤੇਲ ਪਾਣੀ ਚੈੱਕ ਕਰਦਾ, ਸਰਵਿਸ ਉੱਥੋਂ ਕਰਾਉਣਾ ਹੈ, ਏਦਾਂ ਮੇਨਟੇਨੈਂਸ ਕਰਦਾ ਮੈਂ ਇਹਦੀ ਪ੍ਰੋਪਰਲੀ। ਉਹ ਜੋ ਕਰਦਾ ਸੋ ਆਪਾਂ ਕਰਾਂਗੇ ਤੇ ਆਟੋਮੈਟਿਕਲੀ ਸਾਡੀ ਗੱਡੀ ਵੀ ਸਹੀ ਚੱਲੇਗੀ। ਸਹੀ ਹੈ ਨਿਜਰ ਸਾਹਿਬ? ਬਿਲਕੁਲ। ਇਹੋ ਸੰਗਤ ਦਾ ਫਰਕ ਹੈ। ਠੀਕ ਹੈ ਜੀ। ਫਿਰ ਉਹ ਕਹਿੰਦੇ ਕੀ ਹੋਊਗਾ? ਫਿਰ ਉੱਥੇ ਕੂੜ ਘਟ ਜਾਏਗਾ ਤੇ ਫਿਰ ਉੱਥੇ ਖਰਾ ਹੋ ਜਾਏਗਾ। ਫਿਰ ਕਿਉਂਕਿ ਉੱਥੇ ਪਾਪ ਤੇ ਪੁੰਨ ਦੀ ਵਿਚਾਰ ਚੱਲਦੀ ਪਈ, ਫਿਰ ਕੂੜ ਤੇਰੇ ਤੋਂ ਕੱਟਣਾ ਹੈ। ਫਿਰ ਉਹਨੇ ਦੱਸਣਾ ਕੀ ਗਲਤ ਕੀ ਸਹੀ ਹੈ। ਤੇਰੇ ਚਿੱਤ ਨੇ ਆਪਣੇ ਆਪ ਹੀ ਤੈਅ ਕਰ ਦੇਣਾ ਕੇਵਲ ਸੁਣਨ ਦੇ ਨਾਲ। ਠੀਕ ਹੈ ਜੀ। ਉੱਥੇ ਖੋਟੇ ਸੱਟੀਆਂ ਖਰੇ ਕੀਚੇ ਸਾਵਾਸ, ਖੋਟੇ ਤਾਂ ਸੁੱਟੇ ਜਾਂਦੇ, ਖਰੇ ਸਾਵਾਸ। ਮਾਲਕ ਦੇ ਦਰ ਤੇ ਵੀ ਜਿਹੜਾ ਹੈਗਾ ਖੋਟੇ ਜਿਹੜੇ ਹੈਗੇ ਐਕਸੈਪਟ ਥੋੜ੍ਹੀ ਨਾ ਹੁੰਦੇ, ਖੋਟੇ ਵਾਪਸ ਜੂਨਾਂ 'ਚ ਘੁੰਮਦੇ ਆ। ਫਿਰ ਖਰੇ ਸ਼ਾਬਾਸ਼ੀ ਮਿਲਦੀ ਹੈ, ਖਰਿਆਂ ਨੂੰ ਪਾਈ ਪਰਖ ਲੈਂਦਾ ਹੈ ਮਾਲਕ ਪਰਮਾਤਮਾ। ਆਹੀ ਖੇਡ ਆ ਮਾਲਕ ਪਰਮਾਤਮਾ ਦੀ। ਹਾਂਜੀ ਬਿਲਕੁਲ। ਜਦੋਂ ਬੰਦਾ ਖਰਾ ਹੋ ਜਾਂਦਾ ਤੇ ਫਿਰ ਤੇ ਖਰੇ ਦੀ ਤੇ ਕੀਮਤ ਹੈਗੀ ਹੈ ਨਾ। ਤੁਸੀਂ ਖਰਾ ਸੋਨਾ ਲੈ ਕੇ ਜਾਓ ਬਾਜ਼ਾਰ, ਉਹ ਕਹਿੰਦੇ ਲਿਆਓ ਭਰਾ, ਸਾਰੇ ਕਹਿੰਦੇ ਮੈਨੂੰ ਦੇ ਦਿਓ, ਮੈਨੂੰ ਦੇ ਦਿਓ। ਜੇ ਤੁਹਾਡੇ ਕੋਲ ਵਧੀਆ ਪਿਓਰ ਬਿਸਕੁਟ ਆ, ਦੇਖੋ ਕਿੱਦਾਂ ਸੁਨਿਆਰੇ ਟੁੱਟ ਕੇ ਪੈਂਦੇ, ਸਾਨੂੰ ਦੇ ਦਿਓ, ਸਾਨੂੰ ਦੇ ਦਿਓ। ਬਿਲਕੁਲ ਖਰਾ ਹੈ।
ਉਹਦੀ ਕੀਮਤ ਹੈ। ਤੇ ਖੋਟ ਲੈ ਕੇ ਜਾਓ, ਅਗਲੇ ਨੇ ਕਹਿਣਾ ਭਾਈ ਇੰਨਾ ਮਿਲੂਗਾ, ਪਤਾ ਨਹੀਂ ਕਿੰਨੀ ਖੋਟ ਆ, ਮੈਂ ਫਲਾਨਾ ਕੰਮ ਕਰੂੰਗਾ, ਇਹਨੂੰ ਗਾਲ ਕੇ ਵੇਖੂੰਗਾ, ਫਿਰ ਇਹ ਤੋਂ ਮੇਲ ਕੱਢਾਂਗਾ, ਫਿਰ ਰੇਟ ਲੱਗੂਗਾ। ਪਰ ਜਿਹੜਾ ਖਰਾ ਹੈ ਉਹ ਨਹੀਂ ਪੁੱਛਦੇ, ਉਹ ਕਹਿੰਦੇ ਭਰਾ ਸਾਨੂੰ ਦੇ ਜਾ, ਐ ਲੈ ਰੇਟ। ਇਹ ਉਹ ਹਿਸਾਬ ਪ੍ਰਕਿਰਤੀ ਦੇ ਵਿੱਚ ਜੋ ਬੰਦਾ ਨਿਕਲ ਜਾਂਦਾ ਤੇ ਫਿਰ ਉਹਦੀ ਕੀਮਤ ਪੈ ਜਾਂਦੀ ਹੈ ਬੰਦੇ ਦੀ। ਫਿਰ ਅਗਲੇ ਬੰਦੇ ਨੇ ਜੈਸਾ ਬਾਕੀ ਜਿਹੜੀਆਂ ਗੱਲਾਂ ਕਰੀ ਜਾਂਦੇ ਆ ਸਵਾਦ, ਉਹ ਬਥੇਰੇ ਹੈਗੇ ਨੇ। ਉਹ ਫਿਰ ਬਾਣੀ ਕਹਿੰਦੀ ਮਾਥੇ ਤਿਲ ਖਤ ਮਾਲਾ ਬਾਨਾ, ਲੋਕ ਨੇ ਰਾਮ ਖਿਲਵਾਣਾ। ਬਿਲਕੁਲ ਸਹੀ ਗੱਲ ਆ। ਔਰ ਪੜ ਗੱਡੇ ਲੱਦੀਏ, ਉਹ ਫਿਰ ਵਾਧੂ ਦੁਨੀਆ ਤੁਰੀ ਫਿਰਦੀ ਇੱਥੇ ਹੈ, ਕੇਵਲ ਗੱਲਾਂ ਦੇ ਭੰਡਾਰੀ ਹੈ। ਉਹ ਤਾਂ ਬਥੇਰੇ ਗੋਰਖੀ ਸਾਹਿਬ ਦੇਖੋ ਗੱਲਾਂ ਦੇ ਤਾਂ ਕਹਿੰਦੇ ਆਹ ਲਓ ਜੀ, ਇਸ ਤਰ੍ਹਾਂ ਦੇਖੋ, ਇਸ ਤਰ੍ਹਾਂ ਜਿਹੜਾ ਹੈਗਾ ਸੁਰਤ ਟਿਕਦੀ ਆ, ਆਹ ਤਰੀਕਾ ਹੈਗਾ, ਆਹ ਗਿਆਨ ਹੈਗਾ, ਇਸ ਤਰ੍ਹਾਂ ਉਹਨਾਂ ਨੇ ਆਹ ਜਿਹੜੇ ਤੇਰੇ ਦੁੱਖ ਦੂਰ ਹੋ ਜਾਣਗੇ, ਆਹ ਸੁਖੀ ਸੁੱਖ ਆ ਜਾਣਗੇ। ਵੀ ਗੱਲਾਂ ਖਾ ਰਹੀਆਂ। ਬੋਲਣ ਫਾਜ਼ਲ ਨਾਨਕਾ, ਦੁੱਖ ਸੁੱਖ ਖਸਮੇ ਪਾਸ। ਮਾਲਕ ਨੇ ਜਿਹੜੇ ਦੁੱਖ ਸੁੱਖ ਜਿਹੜੇ ਹੈਗੇ ਆਪਣੇ ਜਿਹੜੇ ਆ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੇ ਰਾਮ। ਇਹ ਤਾਂ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਉਹਦੇ ਵਿੱਚ ਜੋ ਆਪਾਂ ਨੇ ਕੀਤਾ ਹੈ ਉਹ ਆਪਣੇ ਸਾਹਮਣੇ ਆ ਰਿਹਾ। ਹਾਂਜੀ ਵੀਰ ਜੀ। ਹਾਂ, ਬਾਕੀ ਸਾਧ ਸੰਗਤ ਜੀ ਉੱਥੇ ਕੋਈ ਅਕਲ ਉਕਲ ਦਾ ਕੰਮ ਨਹੀਂ ਹੈਗਾ। ਉੱਥੇ ਬੇਅਕਲੇ ਜਿਹੜੇ ਛੇਤੀ ਪਹੁੰਚ ਜਾਂਦੇ ਆ, ਜਿਹੜੇ ਬਹੁਤੇ ਅਕਲੀ ਹੈ ਨਾ ਉਹ ਵਿਚਾਰੇ ਰਾਹ 'ਚ ਹੀ ਰਹਿ ਜਾਂਦੇ, ਕਿਉਂਕਿ ਉਹ ਆਪਣੀ ਅਕਲ ਦਾ ਤਿਆਗ ਹੀ ਨਹੀਂ ਕਰ ਪਾਉਂਦੇ। ਅਕਲ ਹੀ ਰੁਕਾਵਟ ਬਣ ਜਾਂਦੀ। ਅਕਲ ਹੀ ਰੁਕਾਵਟ ਬਣ ਜਾਂਦੀ। ਹਾਂ ਠੀਕ ਹੈ, ਲੋੜ ਹੈਗੀ ਹੈ। ਕਿਸ਼ਤੀ ਦੀ ਲੋੜ ਕਿੱਥੋਂ ਤੱਕ ਹੈ? ਕਿਨਾਰੇ ਤੱਕ ਪਹੁੰਚਣ ਦੇ ਲਈ। ਅੱਗੇ ਕਿਸ਼ਤੀ ਨਹੀਂ ਚੱਲੇਗੀ। ਪਰ ਉਹ ਵਿਚਾਰੇ 'ਚ ਪ੍ਰੋਬਲਮ ਹੈ, ਉਹ ਕਿਸ਼ਤੀ ਛੱਡਣ ਨੂੰ ਤਿਆਰ ਹੀ ਨਹੀਂ, ਉੱਥੇ ਬਹਿ ਜਾਂਦਾ ਨਾ। ਉਹ ਸਿਰ ਤੇ ਚੁੱਕੀ ਹੁੰਦੀ ਹੈ ਕਿਸ਼ਤੀ, ਸਿਰ ਤੇ ਚੁੱਕ ਲੈਂਦੇ ਆ, ਫਿਰ ਉਹ ਬੋਝ ਬਣ ਜਾਂਦਾ। ਠੀਕ ਹੈ ਜੀ, ਅਗਲੇ ਬੰਨੇ ਚਲੋ ਨਿਜਰ ਸਾਹਿਬ। ਹਾਂ, ਅੱਗੇ ਜਿਹੜਾ ਹੈਗਾ ਸ਼ਲੋਕ ਜਿਹੜਾ ਹੈਗਾ ਜਪ ਬਾਣੀ ਦਾ ਆਖਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, ਉਸੇ ਨੂੰ ਮਹਾਰਾਜ ਦੂਸਰੀ ਪਾਤਸ਼ਾਹੀ ਜਿਹੜੀ ਹੈ ਖੋਲ ਰਹੇ ਆ। ਮਹੱਲਾ ਦੂਜਾ। ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਕਹਿੰਦੇ ਸਵਾਸ ਤੈਨੂੰ ਮਿਲੇ, ਹਵਾ ਜਿਹੜੀ ਹੈਗੀ ਇਹ ਗੁਰੂ ਹੈਗਾ ਭਾਈ, ਗੁਰੂ ਹੈ। ਜਿੰਨਾ ਗੁਰੂ ਦਾ ਮਹੱਤਵ ਹੈ ਜੀਵਨ ਦੇ ਵਿੱਚ, ਗੁਰੂ ਤੋਂ ਬਗੈਰ ਸਾਰਾ ਜਿਹੜਾ ਹਨੇਰਾ ਹੈ ਭਾਈ, ਆਪਾਂ ਹਨੇਰੇ 'ਚ ਜੀਵਨ ਚਲੇ ਜਾਏਗਾ, ਗੁਰੂ ਨਹੀਂ ਹੋਏਗਾ, ਗਾਈਡ ਨਹੀਂ ਹੋਏਗਾ। ਪਾਣੀ ਪਿਤਾ, ਪਾਣੀ ਪਿਓ ਹੈਗਾ ਆਪਣਾ ਪਾਣੀ। ਮਾਤਾ ਧਰਤ ਮਹਤ, ਮਾਂ ਜਿਹੜੀ ਧਰਤੀ ਹੈ ਬਹੁਤ ਉੱਚੀ ਹੈ, ਕਿਉਂਕਿ ਇਸ ਵਿੱਚ ਸਾਰਾ ਕੁਝ ਪੈਦਾ ਹੁੰਦਾ ਹੈ, ਔਰ ਇਹ ਸਾਰਾ ਕੁਝ ਜਿਹੜਾ ਪੈਦਾ ਵੀ ਕਰ ਰਹੀ ਹੈ, ਔਰ ਆਪਣਾ ਸਾਰਾ ਜਿਹੜਾ ਗੰਦ ਮੰਦ ਸਾਰਾ ਉਸੇ ਨੂੰ ਵਾਪਸ ਸਮੇਟ ਵੀ ਲੈਂਦੀ ਹੈ, ਉਸੇ ਨੂੰ ਫਿਰ ਪ੍ਰੋਸੈਸ ਕਰ ਦਿੰਦੀ ਹੈ। ਦੇਖੋ ਕਿੰਨੀ ਉੱਚੀ ਹੈ ਧਰਤੀ ਜਿਹੜੀ ਹੈ, ਸਾਰਾ ਕੁਝ ਪੈਦਾ ਹੁੰਦਾ ਹੈ, ਔਰ ਪਾਣੀ ਤੋਂ ਬਗੈਰ ਪੈਦਾ ਨਹੀਂ ਹੋ ਸਕਦਾ ਕੁਝ ਵੀ। ਦਿਨ ਰਾਤ ਦੋਏ ਦਾਈ ਦਾਇਆ, ਖਿਲ ਸਗਲ ਜਗਤ। ਔਰ ਦਿਨ ਔਰ ਰਾਤ ਜਿਹੜੇ ਹੈਗੇ ਮਾਲਕ ਨੇ ਇੱਕ ਦਾਇਆ ਤੇ ਇੱਕ ਦਾਈ ਬਣਾਈ ਹੋਈ ਹੈ ਭਾਈ। ਦਿਨੇ ਦੇਖ ਲਓ ਉਹ ਖੜਾਉਂਦਾ ਹੈ ਬਥੇਰੇ, ਕਿੰਨੇ ਮਾਇਆ ਦੇ ਨਾਲ ਬੰਦਾ 24 ਘੰਟੇ ਜਿਹੜਾ ਹੈਗਾ, 24 ਨਹੀਂ ਸਾਰੀ ਦਿਨੇ ਸਾਰਾ ਦਿਨ ਜਿਹੜਾ ਹੈਗਾ ਉਹ ਲੱਗੇ ਰਹਿੰਦੇ, ਆਪਣੇ ਕੰਮਾਂ ਦੇ ਵਿੱਚ ਲੱਗਿਆ ਰਹਿੰਦਾ, ਖੇਡੀ ਜਾਂਦਾ। ਤੇ ਰਾਤ ਨੂੰ ਜਿਹੜੀ ਹੈ ਦਾਈ ਜਿਹੜੀ ਆ ਕੇ ਲੋਰੀਆਂ ਦੇ ਕੇ ਸੁਲਾ ਦਿੰਦੀ ਹੈ ਭਾਈ। ਆਹ ਦਿਨ ਰਾਤ ਹੈਗੇ, ਸਾਰਾ ਸੰਸਾਰ ਇਹਦੇ ਵਿੱਚ ਹੀ ਖੇਡ ਰਿਹਾ ਹੈ। ਤੇ ਇਹਦੇ ਨਾਲ ਫਿਰ ਗਾਹਾਂ ਇਹ ਤਾਂ ਲਿਮਿਟਿਡ ਟਾਈਮ ਹੈਗਾ, ਇਹ ਆਪਣੀ ਉਮਰ ਬਿਲਕੁਲ ਨਿਰਧਾਰਿਤ ਹੈਗੀ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਹਿੰਦੇ ਭਾਈ ਹਦੂਰੀ ਮਾਲਕ ਪਰਮਾਤਮਾ ਦੀ ਹਦੂਰੀ ਦੇ ਵਿੱਚ ਧਰਮ ਰਾਜ ਨੇ ਜਿਹੜਾ ਹੈਗਾ, ਤੇਰਾ ਧਰਮ ਹੀ ਵਿੱਚ ਵਾਚ ਕਰਨਾ ਹੈ ਭਾਈ। ਤੂੰ ਕੀ ਕਰਕੇ ਆਇਆ, ਤੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੇਰਾ ਬਟੂਏ 'ਚ ਜਿਹੜਾ ਹੈਗਾ ਖੇਤ ਸਰੀਰ ਦੇ ਵਿੱਚ ਕੀ ਕੁਛ ਫਸਲ ਬੀਜ ਕੇ ਔਰ ਕੀ ਲੈ ਕੇ ਆਇਆ, ਮੈਨੂੰ ਦਿਖਾ ਦੇ ਆਪਣਾ ਭਾਈ। ਚੰਗਿਆਈਆਂ ਤੇ ਬੁਰਿਆਈਆਂ ਦੋ, ਆਪਾਂ ਇਸ ਤੋਂ ਇਲਾਵਾ ਆਪਾਂ ਤੀਸਰੀ ਫਸਲ ਹੈ ਨਹੀਂ ਗੀ ਭਾਈ। ਦੋਨਾਂ ਦੇ ਵਿੱਚੋਂ ਹੀ ਕੁਛ ਜੋ ਬੀਜਦੇ ਆ ਉਹਦਾ ਆਪਾਂ ਨੂੰ ਉੱਥੇ ਜਾ ਕੇ ਮਿਲ ਜਾਂਦਾ ਭਾਈ ਮੁਆਵਜ਼ਾ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਕਹਿੰਦੇ ਆਪਣੀ ਕਮਾਈ ਹੈ ਭਾਈ, ਕੋਈ ਨੇੜੇ ਹੋ ਜਾਂਦਾ, ਕੋਈ ਜਿਹੜਾ ਹੈਗਾ ਚੰਗੀ ਫਸਲ ਬੀਜ ਲੈਂਦੇ ਆ, ਕੋਈ ਜਿਹੜੇ ਹੈਗੇ ਮਾੜੇ ਕਰਮਾਂ ਦੇ ਨਾਲ ਦੂਰ ਹੋ ਜਾਂਦੇ ਆ, ਕੋਈ ਗੇਮ 'ਚੋਂ ਬਾਹਰ ਹੋ ਜਾਂਦੇ ਆ, ਕੋਈ ਜਿਹੜੇ ਹੈਗੇ ਇਸੇ ਦੇ ਵਿੱਚ ਘੁੰਮਦੇ ਰਹਿੰਦੇ ਆ, ਕੋਈ ਮਨੁੱਖੀ ਜੀਵਨ ਗਵਾ ਦਿੰਦੇ ਆ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ। ਜਿਨ੍ਹਾਂ ਨੇ ਕਹਿੰਦੇ ਧਿਆਨ ਸਿਮਰਨ ਕੀਤਾ ਹੈ ਭਾਈ, ਉਹ ਤਾਂ ਆਪਣੀ ਇਹ ਔਖਾ ਕੰਮ ਹੈ। ਮਸਕਤ ਕਹਿੰਦੇ ਬਹੁਤ ਮਿਹਨਤ ਹੈ, ਸਖਤ ਮਿਹਨਤ, ਘਾਲ ਕਮਾਈ, ਸਖਤ ਘਾਲ ਕਰਕੇ ਉਹ ਤਾਂ ਭਾਈ ਸੁਰਖਰੂ ਹੋ ਜਾਂਦੇ ਆ। ਨਾਨਕ ਤੇ ਮੁਖ ਉਜਲੇ, ਉਹ ਤਾਂ ਮੁਖ ਉਜਲੇ ਮਾਲਕ ਦੇ ਦਰ ਤੇ ਐਕਸੈਪਟ ਹੋ ਜਾਂਦੇ ਆ। ਹੋਰ ਕੀਤੀ ਛੁੱਟੀ ਨਾਲ,
ਹੋਰ ਵੀ ਬਥੇਰੇ ਜਿਹੜੇ ਹੈਗੇ ਉਹਨਾਂ ਦੀ ਸੰਗਤ ਕਰਕੇ ਕਈ ਜਿਹੜੇ ਹੈਗੇ ਛੁੱਟ ਜਾਂਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਜੀ ਦੀ ਸਾਧ ਸੰਗਤ ਜੀ। ਦੇਖੋ 2-3 ਗੱਲਾਂ ਕੰਮ ਦੀਆਂ ਹੋਈਆਂ ਨੇ। ਉਹ ਕਹਿੰਦੇ ਕਿ ਦਿਨ ਰਾਤ 'ਚ ਬੰਦਾ ਖੇਲਦਾ ਤੇ ਵੇਖ ਲਓ ਖੇਲ ਦਿਨ ਦਾ ਰਾਤ ਦਾ ਤੇ ਖੇਲ ਹੈ, ਹੋਰ ਤੇ ਕੋਈ ਵੱਖਰਾ ਖੇਲ ਤਾਂ ਹੈ ਨਹੀਂ, ਹਨਾ। ਬਸ ਉਹੀ ਫਿਰ ਅਗਲੇ ਬੰਨੇ ਇੱਕ ਪਰ ਕਹਿੰਦੇ ਪਰ ਜੋ ਤੂੰ ਖੇਲਦਾ ਪਿਆ ਹੈ ਨਾ, ਚੰਗਾ ਜਾਂ ਬੁਰਾ, ਉਹ ਧਰਮਰਾਜ ਵੇਖਣ ਦੇ। ਹਾਂ ਉਹੀ 8 ਖੰਡਾਂ ਦੀ ਗੱਲ ਹੋਈ ਸੀ, 8 ਪੈਰ ਦੀ ਗੱਲ ਹੋਈ ਸੀ। ਦੇਖ ਲਓ ਗੋਰਖੀ ਸਾਹਿਬ 8 ਪੈਰ ਇਹ ਦਿਨ ਰਾਤ ਕਰਤੇ ਮਹਾਰਾਜ ਨੇ ਇੱਥੇ। ਹਾਂ ਵੇਖ ਲਓ ਅਗਲੇ ਬੰਨੇ ਉਹ ਕਹਿੰਦੇ ਚੰਗਿਆਈ ਤੋਂ ਬੁਰੀਆਈ ਵਾਚੇ ਧਰਮ ਦੂਰ, ਉੱਥੇ ਧਰਮਰਾਜ ਵੇਖਣ ਦਿਆ। ਔਰ ਧਰਮਰਾਜ ਵੇਖਣ ਤੇ ਦਿਆ ਤੇਰਾ ਲਿਖਣ ਵਾਲਾ ਜਿਹੜਾ ਤੇਰੇ ਅੰਦਰ ਹੀ, ਉਹ ਤੇਰਾ ਚੇਤੀ, ਉਹ ਤੇਰਾ ਚਿੱਤਰਗੁਪਤੀ, ਉਹ ਲਿਖਦਾ ਕੌਣ ਪਿਆ? ਉਹ ਵੀ ਤੂੰ ਖੁਦ ਲਿਖਦਾ ਪਿਆ। ਬਿਲਕੁਲ ਖੁਦ ਲਿਖਦੇ ਪਏ ਆ ਆਪਾਂ। ਆਪਣੇ ਕੋਲ ਕਰਮ ਹੈ, ਕਰਨੀ ਕਾਗਜ਼ ਜੋ ਕਰ ਰਹੇ ਆ ਉਹੀ ਕਾਗਜ਼ ਆ ਪਾਏ, ਉਹੀ ਲਿਖਤ ਪੜ੍ਹੀ ਜਾਣੀ ਆ। ਮਨ ਮਸਵਾਣੀ, ਮਨ ਰਾਈਟਰ ਹੈਗਾ, ਮਨ ਲਿਖਣ ਵਾਲਾ ਹੈ। ਹਾਂਜੀ ਵੀਰ ਲਿਖ ਦੇਣਾ, ਤੁਸੀਂ ਲਿਖ ਕੇ ਜਾਣਾ ਆਪਣੇ ਨਾਲ। ਫਿਰ ਠੀਕ ਹੈ ਜੀ। ਫਿਰ ਕਹਿੰਦੇ ਆ ਕਿ ਨੇੜੇ ਕੇ ਦੂਰ, ਕਰਮੀ ਆਪੋ ਆਪਣੀ। ਕਈਆਂ ਦੇ ਕਰਮ ਆਪੋ ਆਪਣੀ ਡਿਪੈਂਡ ਆ ਕਿ ਹੁਣ ਤੇਰੇ ਕੋਲ ਕਿੰਨੇ ਸਵਾਸ ਨੇ। ਉਹ ਕਈ ਉਸ ਹਿਸਾਬ ਨਾਲ ਹੀ ਇਸ ਸੰਸਾਰ ਤੇ ਵਿਚਰਦੇ। ਫਿਰ ਸਵਾਸ ਮੁੱਕ ਜਾਂਦੇ ਆ, ਕੋਈ ਅੱਗੇ ਤੇ ਕੋਈ ਪਿੱਛੇ ਤੁਰਿਆ ਜਾਂਦਾ। ਕਈਆਂ ਨੂੰ ਪਹਿਲਾਂ ਮਿਲ ਜਾਂਦਾ, ਕਈਆਂ ਨੂੰ ਲੇਟ ਮਿਲ ਜਾਂਦਾ। ਫਿਰ ਅਗਲੇ ਬੰਨੇ ਜਿਹੜੀ ਮਸ਼ੱਕਤ ਆ ਤੇ ਘਾਲਣਾ ਤੇ ਜਿਹੜਾ ਘਾਲਦਾ ਹੈ ਉਹੀ ਅੱਗੇ ਤਰਦਾ ਨਾ। ਤੇ ਜਿਹੜਾ ਡੁੱਬ ਗਿਆ ਉਹਨੇ ਕਦੀ ਮਸ਼ੱਕਤ ਕੀਤੀ? ਉਹਨੇ ਤਾਂ ਕੁਝ ਕੀਤਾ ਹੀ ਨਹੀਂ, ਉਹਨੇ ਸਿੱਖਿਆ ਹੀ ਨਹੀਂ। ਹੁਣ ਤੈਰਨਾ ਤੇ ਉਹੀ ਸਿੱਖੂਗਾ ਨਾ ਜਿਹੜਾ ਨਿੱਜਾ ਸਾਹਿਬ ਮਿਹਨਤ ਕਰੂਗਾ ਕਿਸੇ ਕੋਚ ਕੋਲ ਜਾ ਕੇ, ਉੱਥੇ ਕਹੂਗਾ ਕਿ ਭਾਈ ਮੈਨੂੰ ਸਵਿਮਿੰਗ ਕਰਨੀ ਸਿਖਾਓ। ਉਹੀ ਤਾਂ ਨਿੱਜਾ ਸਾਹਿਬ, ਉਹਨੂੰ ਤੈਰਨਾ ਆਊਗਾ ਨਾ। ਜਿਹੜਾ ਗਿਆ ਹੀ ਨਹੀਂ, ਮੇਰੇ ਵਰਗਾ ਘਰੇ ਬੈਠਾ ਉੱਠਦਾ ਹੀ 11-12 ਵਜੇ ਆ ਤੇ ਨਾ ਕਿਤੇ ਕੋਈ ਸਵਿਮਿੰਗ ਸਿੱਖਣ ਗਿਆ। ਕੱਲ ਨੂੰ ਜਦੋਂ ਮੈਨੂੰ ਪਾਣੀ 'ਚ ਸੁੱਟਣਾ ਤੇ ਮੈਂ ਕਿੱਥੋਂ ਤੈਰਨਾ? ਕਿ ਮੈਂ ਤਾਂ ਸਿੱਖਿਆ ਹੀ ਨਹੀਂ। ਇਸੇ ਹੀ ਤਰ੍ਹਾਂ ਜਿਹੜਾ ਔਗਣਾ ਰੂਪੀ ਨਦੀ ਚੋਂ ਤੈਰਨਾ ਸਿੱਖ ਜਾਂਦਾ ਹੈ। ਤੈਰਨਾ ਸਿੱਖਣਾ ਕੀ? ਜਿਹੜਾ ਭਗਤੀ ਕਰਕੇ ਇਸ ਚੀਜ਼ ਤੋਂ ਪਹਿਲਾਂ ਹੀ ਲੱਗ ਹੋ ਜਾਂਦਾ, ਉਹ ਤੈਰ ਜਾਂਦਾ, ਉਹ ਅਗਲੇ ਪਾਰ ਪਹੁੰਚ ਜਾਂਦਾ। ਕਿਉਂਕਿ ਜਿਹੜਾ ਉਰਲਾ ਪਾਰ ਆ ਉਹ ਸੰਸਾਰ ਆ। ਔਗਣਾ ਦੇ ਨਾਲ ਤੁਸੀਂ ਇੱਥੇ ਵੱਜੇ ਹੋਏ ਜੋ, ਤੇ ਜਦੋਂ ਪਰਲੇ ਪਾਰ ਜਾਣਾ ਹੈ ਤੇ ਉਹ ਉੱਥੇ ਜਾਣ ਦੇ ਲਈ ਤੁਹਾਡੇ ਕੋਲ ਚੰਗੇ ਗੁਣ ਚਾਹੀਦੇ ਆ। ਹੁਣ ਚੰਗੇ ਗੁਣ ਤੇ ਭਗਤੀ ਤੋਂ ਬਿਨਾਂ ਪੈਦਾ ਨਹੀਂ ਹੋਣੇ। ਬਿਲਕੁਲ। ਔਰ ਭਗਤੀ ਜੇ ਕਿਤੇ ਬਾਬੇ ਬੂਬੇ ਦੀ ਕੀਤੀ ਕਿ ਸੰਤ ਦੀ ਫੋਟੋ ਆਪਣੇ ਅੰਦਰ ਧਿਆ ਕੇ ਬੈਠੇ ਜੋ, ਇਹ ਧਾਰਮਿਕ ਸਥਾਨ ਦੀ। ਇੱਕ ਬੀਬੀ ਦਾ ਫੋਨ ਆਇਆ ਮੈਨੂੰ ਅਮਰੀਕਾ ਤੇ, ਕਹਿੰਦੀ ਮੇਰੇ ਅੰਦਰ ਕੰਪਨ ਪੈਦਾ ਹੋ ਗਈ ਆ, ਤੁਸੀਂ ਕਹਿਤਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਨੀ ਅੰਦਰ ਧਿਆਨ ਕਰਨਾ। ਮੈਂ ਬੀਬੀ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖਿਆ ਕੋਈ ਨਾ, ਬਾਕੀ ਤੇਰੇ ਅੰਦਰ ਕੰਪਨ ਪੈਦਾ ਹੋ ਗਈ ਤੇ ਮੈਂ ਕੀ ਕਰ ਸਕਦਾ? ਵਧੀਆ ਕੰਪਨ ਹੋ ਗਈ ਤੇ ਵਧੀਆ ਹੋ ਗਿਆ, ਬਹੁਤ ਵਧੀਆ ਹੋ ਗਿਆ। ਕੰਪਨ ਪੈਦਾ ਹੋ ਗਈ ਤੇ ਫਿਰ ਫੋਟੋ ਹਟਾ ਦੇਂਗੀ? ਨਹੀਂ, ਉਹ ਕਹਿੰਦੀ ਉਹ ਸੰਗਤ ਹੀ ਛੱਡ ਕੇ ਭਾਜੀ। ਕਹਿੰਦੀ ਨਹੀਂ, ਉਹ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਉਹਦੀ ਮੈਨੂੰ ਦਿਖਦਾ, ਉਹਨਾਂ ਦਾ ਚਿਹਰਾ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ। ਮੈਂ ਸਾਨੂੰ ਕੋ ਨੀ ਦਿਖਦਾ। ਹੈਂ, ਇੱਥੇ ਬਾਣੀ ਚ ਤੇ ਕੋਈ ਮੈਂ ਤੁਕ ਨੀ ਹੁੰਦੀ ਉੱਥੇ ਲਿਖਿਆ ਹੋਵੇ ਕਿ ਮੈਨੂੰ ਫਲਾਣੇ ਬਾਬੇ ਦਾ ਚਿਹਰਾ ਦਿਖਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਤੇ ਲਿਖਿਆ ਕੋਈ ਨੀ। ਤੇ ਤੇਰੇ ਅਨੁਭਵ ਮਾਤਾ ਕੋਈ ਵੱਖਰੀ ਉਹਨੇ। ਤੇ ਉਹ ਸੱਚ ਏਦਾਂ ਦੀਆਂ ਗੱਲਾਂ ਨੇ ਲੋਕਾਂ ਨੇ ਬਣਾਈਆਂ ਨੇ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜੀ, ਠੀਕ ਹੈ ਜੀ, ਤੇ ਫਿਰ ਕਿਤੇ ਉਹ ਮੁੱਖ ਉਜਲੇ ਹੋ ਜਾਂਦੇ ਆ। ਕਿਉਂ ਉਜਲੇ ਹੋ ਜਾਂਦੇ ਆ? ਕਿਉਂਕਿ ਜਿਨ੍ਹਾਂ ਕੋਲ 24 ਕੈਰਟ ਦਾ ਸੋਨਾ ਹੈ ਨਾ, ਉਹਨਾਂ ਨੂੰ ਪਤਾ ਹੈ ਮੇਰੇ ਕੋਲ ਹੈਗਾ। ਨਿੱਜਾ ਸਾਹਿਬ ਬਿਲਕੁਲ। ਤੇ ਉਹ ਜਦੋਂ ਬਾਜ਼ਾਰ ਜਾਂਦੇ ਆ ਨਾ, ਸੁਨਿਆਰਾ ਕਹੂਗਾ ਨਾ ਨਕਲੀ ਆ, ਉਹ ਤਾਂ ਵੀ ਨੀ ਮੰਨੇਗਾ। ਉਹ ਕਹਿੰਦਾ 24 ਕੈਰਟ ਦਾ ਮੈਨੂੰ ਪਤਾ ਹੈ ਕਿਉਂਕਿ ਮੇਰਾ ਤਾਂ ਸੋਹਣਾ। ਹੁਣ ਤੁਸੀਂ ਵੇਖ ਲਓ, ਤੁਹਾਡੇ ਕੋਲ 24 ਕੈਰਟ ਦਾ ਹੈਗਾ ਤੇ ਠੀਕ ਹੈ, ਜੇ ਨਹੀਂ ਹੈਗਾ ਤਾਂ ਫਿਰ ਠੀਕ ਹੀ ਠੀਕ ਹੈ। ਫਿਰ ਬਿਲਕੁਲ। ਤੇ 24 ਕੈਰਟ ਦਾ ਮਤਲਬ ਤੁਹਾਡੇ ਜੀਵਨ ਚ ਸੱਚ ਕਿਸ ਲੈਵਲ ਤੇ ਸੱਚ ਆ। ਤੇ ਸੱਚ ਵੇਖ ਕੇ ਕਿਤੇ ਭੱਜ ਤੇ ਨਹੀਂ ਜਾਂਦੇ, ਉਹ ਤੁਸੀਂ ਵੇਖ ਲਓ। ਠੀਕ ਹੈ ਨਿੱਜਾ ਸਾਹਿਬ। ਅੱਗੇ ਗੋਰਖੀ ਸਾਹਿਬ ਹਾਲੇ ਪੌੜੀ ਬਾਕੀ ਹੈ ਜੀ। ਮੇਨ ਪੌੜੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਉਹ ਬਾਕੀ ਹੈਗੀ, ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ। ਪੌੜੀ ਸੱਚਾ ਭੋਜਨ ਭਾਓ ਸਤਿਗੁਰੇ ਦੱਸਿਆ। ਦੇਖੋ ਰਾਰੇ ਦੀ ਸਿਆਰੀ ਹੈਗੀ। ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਗੰਦ ਮੰਦ ਹੀ ਖਾਈ ਜਾਂਦਾ ਸੀਗਾ। ਸੱਚਾ ਭੋਜਨ ਭਾਓ, ਪਰਮਾਤਮਾ ਦੇ ਨਾਲ ਪਿਆਰ। ਔਰ ਭੋਜਨ ਇਹ ਭਗਤੀ ਵਾਲਾ ਜਿਹੜਾ ਹੈਗਾ, ਇਹ ਕਹਿੰਦੇ ਮੇਰੇ ਗੁਰੂ ਨੇ ਦੱਸ ਦਿੱਤਾ ਵੀ ਆਹ ਭੋਜਨ ਆ ਪਿਆਰਿਆ, ਇਹਦੇ ਨਾਲ ਰੱਜ ਹੋਣਾ। ਜਾਂ ਤੇਰੇ ਅੰਦਰ ਜਿਹੜੇ ਹੈਗਾ, ਤੇਰੇ ਮਨ ਨੇ ਨਹੀਂ ਰੱਜਣਾ ਕਿਸੇ ਵੀ ਦੁਨੀਆ ਦੇ ਪਦਾਰਥਾਂ ਦੇ ਨਾਲ। ਆ ਸੱਚਾ ਭੋਜਨ ਪਿਆਰਿਆ, ਇਹਦੇ ਨਾਲ ਰੱਜਣਾ ਆ। ਮੇਰੇ ਗੁਰੂ ਨੇ ਦੱਸਤਾ ਵੀ
ਭਗਤੀ ਸਵੇਰੇ ਉੱਠ ਕੇ ਆ ਜਿਹੜਾ ਭੋਜਨ ਇਹ ਬਣਾ, ਪਕਾ ਭੋਜਨ ਇਹਨੂੰ। ਸੱਚੇ ਹੀ ਪਤਿਆਏ ਸੱਚ ਵਿਗਸਿਆ, ਕਹਿੰਦੇ ਸੱਚ ਦੇ ਨਾਲ ਪਤਿਆ ਗਿਆ ਮਨ ਵੀ ਪਤੰਦਰ ਮੰਨ ਗਿਆ, ਵਿਕਾਸ ਹੋ ਗਿਆ, ਖੁਸ਼ੀ ਆ ਗਈ ਅੰਦਰ। ਫਿਰ ਕੀ ਹੋਇਆ? ਸੱਚੈ ਕੋਟ ਗਿਰਾਏ ਨਿਜ ਘਰ ਵਸਿਆ। ਵਾਹ, ਕਮਾਲ ਹੋ ਗਈ। ਕਹਿੰਦੇ ਐਸੇ ਕਿਲੇ ਦੇ ਵਿੱਚ ਜਾ ਕੇ, ਸੱਚੇ ਕਿਲੇ ਦੇ ਵਿੱਚ ਜਾ ਕੇ, ਚੌਥੇ ਪਦ ਦੇ ਵਿੱਚ, ਨਿਜ ਘਰ ਦੇ ਵਿੱਚ ਜਿਹੜੀ ਸੁਰਤ ਜਾ ਕੇ ਟਿਕ ਗਈ, ਐਸੇ ਗ੍ਰਾਮ ਦੇ ਵਿੱਚ, ਐਸੇ ਪਿੰਡ ਦੇ ਵਿੱਚ। ਕੋਟ ਕਹਿੰਦੇ ਕਿਲਾ, ਗ੍ਰਾਂ ਕਹਿੰਦੇ ਪਿੰਡ। ਐਸੇ ਪਿੰਡ ਜਿੱਥੇ ਕਿ ਕਹਿੰਦੇ ਮਾਇਆ ਦੇ ਤੀਰ ਚੱਲਦੇ ਹੀ ਨਹੀਂ ਆ, ਮਾਇਆ ਦੇ ਕੋਈ ਵਿਚਾਰ ਆਉਂਦੇ ਹੀ ਨਹੀਂ ਉੱਥੇ, ਉਹ ਕਿਲੇ ਨੂੰ ਵੇਧ ਹੀ ਨਹੀਂ ਸਕਦੇ। ਉਹ ਨਿਜ ਘਰ ਦੇ ਵਿੱਚ ਜਿੱਥੇ ਸੁਰਤ ਜਾ ਕੇ ਟਿਕ ਗਈ ਆ। ਸੱਚੇ ਕੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰੇ ਤੁਠੇ ਨਾਉ ਪ੍ਰੇਮ ਰਹੱਸਿਆ। ਆਇਆ ਗੁਰੂ ਦਾ ਤੁਠਣਾ ਪਾਏ, ਇਹ ਨਾਮ ਦੀ ਦਾਤ ਮਿਲਣੀ, ਔਰ ਪ੍ਰੇਮ ਦੇ ਵਿੱਚ ਜਿਹੜੇ ਹੈਗੇ ਪਰਮਾਤਮਾ ਦੇ ਨਾਲ ਪ੍ਰੇਮ ਦੇ ਵਿੱਚ ਰਹੱਸ ਆ ਜਾਣਾ, ਖੁਸ਼ੀ ਆ ਜਾਣੀ। ਤੇ ਸੱਚੇ ਦੇ ਦੀਵਾਨ ਕੂੜੇ ਨਾ ਜਾਈਏ। ਹੁਣ ਕਹਿੰਦੇ ਆ ਪਾਏ ਦੇਖ, ਤੂੰ ਜੇ ਆ ਉੱਪਰ ਦੱਸ ਦਿੱਤਾ ਇਹ ਸੱਚਾ ਕੋਟ ਗਿਰਾਂ ਨਿਜ ਘਰ, ਤੇ ਝੂਠ ਦੇ ਨਾਲ ਨਹੀਂ ਜਾ ਸਕਦਾ ਪਿਆਰਿਆ। ਇਹ ਯਾਦ ਰੱਖ ਲੈ, ਝੂਠੇ ਨਹੀਂ ਜਾ ਸਕਦੇ ਉਸ ਜਗ੍ਹਾ ਤੇ। ਸੱਚੇ ਦੇ ਦੀਵਾਨ, ਉਹ ਮਾਲਕ ਦਾ ਦੀਵਾਨ ਹੈ, ਸੱਚੇ ਦਾ ਦੀਵਾਨ ਹੈਗਾ, ਉੱਥੇ ਜਾਣਾ ਹੈ। ਤੇ ਪਿਆਰਿਆ ਸੱਚ ਦੇ ਨਾਲ ਹੀ ਜਾਣੇ, ਸੱਚੇ ਹੀ ਜਾ ਸਕਦੇ ਆ। ਝੂਠੋ ਝੂਠ ਵਖਾਣ ਸੋ ਮਹਿਲ ਖੁਆਈਏ। ਕਹਿੰਦੇ ਝੂਠ ਦੇ ਨਾਲ ਲੱਗੇ ਹੋਏ ਆ, ਕਰਮ ਕਾਂਡਾਂ ਦੇ ਵਿੱਚ ਪਏ ਹੋਏ ਆ, ਤੇ ਕਹਿੰਦੇ ਉਹਦੇ ਨਾਲ ਫਿਰ ਮਹਿਲ ਖੁੱਸ ਜਾਏਗਾ, ਨਹੀਂ ਪਹੁੰਚ ਪਾਉਣਗੇ ਪਾਏ, ਚੌਥੇ ਪਦ 'ਚ ਨਹੀਂ ਪਹੁੰਚ ਪਾਉਣਗੇ। ਸੱਚੇ ਸ਼ਬਦ ਦੇ ਨਿਸ਼ਾਨ ਠਾਕ ਨਾ ਪਾਈਏ। ਦੇਖ ਲੈ, ਸੱਚ ਦੇ ਨਾਲ ਜੁੜੇਗਾ ਤੇ ਤੇਰੇ ਅੰਦਰ ਸੱਚੇ ਸ਼ਬਦ ਜੋ ਇਹ ਬਾਣੀ ਕਹਿ ਰਹੀ ਹੈ, ਇਹ ਧਿਆਨ ਸਿਮਰਨ, ਮਨ ਨੂੰ ਖੜਾ ਕਰਨਾ, ਨਿਜ ਘਰ ਦੇ ਵਿੱਚ ਵਸਣਾ, ਤੇ ਤੇਰੇ ਨਿਸ਼ਾਨ ਆ ਜਾਏਗਾ ਪਾਏ, ਐਕਸੈਪਟਡ, ਸਟੈਂਪ ਲੱਗ ਜਾਏਗੀ ਤੇਰੀ। ਮਾਇਆ ਨਹੀਂ ਰੋਕ ਸਕਦੀ, ਕੋਈ ਧਰਮਰਾਜ ਨਹੀਂ ਰੋਕ ਸਕਦਾ ਤੈਨੂੰ। ਸੱਚੇ ਸ਼ਬਦ ਦੇ ਨਿਸ਼ਾਨ ਠਾਕ ਨਾ ਪਾਈਏ, ਕਿਤੇ ਤੈਨੂੰ ਰੋਕਣੀ ਪਏਗੀ। ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ। ਸੱਚ ਨੂੰ ਸੁਣਿਆ ਜਿਨ੍ਹਾਂ ਨੇ, ਬੁੱਝ ਲਿਆ ਤੇ ਵਖਾਣਿਆ, ਪ੍ਰੈਕਟੀਕਲ ਕੀਤਾ ਜਿਨ੍ਹਾਂ ਨੇ। ਸੁਣ ਕੇ, ਬੁੱਝ ਕੇ, ਪ੍ਰੈਕਟੀਕਲ ਕਰਨਾ ਹੈ। ਤਿੰਨੋਂ ਚੀਜ਼ਾਂ ਆ ਗਈਆਂ ਦੇਖੋ, ਸੱਚ, ਸੁਣੇ, ਬੁੱਝੇ, ਵਖਾਣ। ਵਖਾਣ ਮਤਲਬ ਪ੍ਰੈਕਟੀਕਲ। ਮਹਿਲ ਬੁਲਾਈਏ, ਇਸ ਤਰ੍ਹਾਂ ਮਹਿਲ ਦੇ ਵਿੱਚ ਪੁਕਾਰ ਪੈਂਦੀ ਆ ਭਾਈ। ਮਾਲਕ ਪਰਮਾਤਮਾ ਜਿਹੜਾ ਹੈਗਾ, ਪਿੱਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ ਆਇਆ ਤਰੀਕਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਉਹਨਾਂ ਨੇ ਗੱਲ ਕਲੀਅਰ ਕਰ ਦਿੱਤੀ ਹੈ। ਸੱਚ ਨੂੰ ਜੀਵਨ 'ਚ ਲਿਆਓ। ਹਾਂ, ਕਿਉਂਕਿ ਝੂਠੇ ਦਾ ਮੁੱਲ ਕੋਈ ਨਹੀਂ। ਇਹ ਬਾਣੀ ਕਹਿੰਦੀ ਬਿਲਕੁਲ, ਝੂਠਾ ਝੂਠ ਖਾਣ ਸੋ ਮਹਿਲ ਖਵਾਈ। ਬਿਲਕੁਲ। ਉਹ ਖੁੱਸ ਜਾਂਦਾ ਮਹਿਲ ਉਹਦਾ। ਉਹਨੂੰ ਆਤਮਾ ਦੇ ਦਰਸ਼ਨ ਕਿੱਥੋਂ ਹੋਣਗੇ ਜਿਹੜਾ ਬੰਦਾ ਝੂਠ 'ਚ ਬੈਠੇ। ਧਾਰਮਿਕ ਹੋ ਜਾਣਾ ਕੋਈ ਮਜ਼ਾਕ ਹੈ, ਕੋਈ ਬੱਚਿਆਂ ਦਾ ਖੇਲ ਹੈ। ਉਹ ਤੇ ਕਾਲਣਾ ਹੈ, ਸਭ ਕੁਝ ਛੱਡਣਾ ਪੈਂਦਾ ਹੈ। ਫਿਰ ਉਹਦੇ ਬਦਲੇ ਕੀ ਮਿਲਦਾ ਹੈ? ਪਰਮਾਤਮਾ, ਪਰਮ ਆਤਮਾ, ਸੱਚ ਮਿਲਦਾ ਹੈ। ਫਿਰ ਔਰ ਸੱਚ ਦੀ ਕੀਮਤ ਹੈ, ਉਹਦੇ ਲਈ ਸੱਚ ਦੇਣਾ ਪੈਂਦਾ। ਸੱਚ ਨੂੰ ਪ੍ਰਗਟ ਕਰੋ, ਸੱਚ ਨੂੰ ਜੀਵਨ 'ਚ ਲਿਆਓ, ਸੱਚ ਬੋਲਣਾ ਸ਼ੁਰੂ ਕਰੋ, ਸੱਚ ਨੂੰ ਸੁਣਨਾ ਸ਼ੁਰੂ ਕਰੋ, ਸੱਚ ਖਾਣਾ ਸ਼ੁਰੂ ਕਰੋ, ਝੂਠ ਨੂੰ ਛੱਡ ਦਿਓ ਤੇ ਸੱਚ ਪ੍ਰਗਟ ਹੋ ਜਾਊਗਾ। ਚਿੱਤ ਤੁਹਾਡਾ ਸ਼ਾਂਤ ਹੋ ਜਾਣਾ। ਮੈਂ ਕਹਿੰਦਾ ਮਹੀਨਾ ਕਰਕੇ ਵੇਖ ਲਓ। ਵੈਸੇ ਗੁਰੂ ਮੈਂ ਮਹੀਨਾ ਕਹੀ ਜਿੰਨਾ, ਬਾਣੀ ਤੇ ਕਹਿੰਦੀ 7-8 ਦਿਨ 'ਚ ਹੀ ਕੰਮ ਰੋਕ ਆ ਜਾਂਦਾ। ਬਿਲਕੁਲ ਠੀਕ ਹੈ ਜੀ। ਬਿਲਕੁਲ ਸਹੀ ਹੈ। ਉਹਦਾ ਰਿਜ਼ਲਟ ਤੁਹਾਨੂੰ ਮਿਲ ਜਾਏਗਾ। ਫਿਰ ਮਿਲੂਗਾ ਕੀ? ਤੁਹਾਡਾ ਚਿੱਤ ਸ਼ਾਂਤ ਹੋ ਜੂ। ਉਹਦਾ ਹੋਣਾ ਨਹੀਂ ਵਿਚਾਰੇ ਨੇ, ਉਹਦਾ ਭਟਕਦਾ ਫਿਰੂਗਾ। ਤੇ ਇੰਨੀ ਵਿਚਾਰੇ ਜੀ ਅੱਜ ਦੀ ਬਹੁਤ ਕਮਾਲ ਦੀ ਹੈ ਜੀ। ਗੋਰਖੀ ਸਾਹਿਬ, ਮੈਂ ਤਾਂ ਕਹਿੰਦਾ ਕਿ ਮਹਾਰਾਜ ਇੰਨੀ ਬਖਸ਼ਿਸ਼ ਕਰ ਰਹੇ ਆ ਨਾ ਭਾਈ। ਇਹ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਜੁੜੇ ਹੋਏ ਭਾਈ, ਛੱਡਿਓ ਨਾ ਇਹਨੂੰ। ਇਹ ਸੰਗਤ ਜਿਹੜੀ ਹੈ ਇਹ ਨਹੀਂ ਮਿਲਦੀ, ਬਹੁਤ ਰੇਅਰ ਹੈ ਜੀ। ਹਾਂਜੀ ਵੀਰ। ਕਹਿੰਦੇ ਫਿਰ ਆਖਰੀ ਤੁਕ 'ਚ ਵੇਖੋ, ਕਹਿੰਦੇ ਆ ਅਗਲੇ ਬੰਨੇ, ਕਹਿੰਦੇ ਤੁਹਾਡੇ ਸਟੈਂਪ ਲੱਗ ਜੂਗੀ ਸੱਚ ਦੀ। ਸਟੈਂਪ ਲੱਗਣੀ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈਗੀ। ਕਬੀਰ ਸਾਹਿਬ ਕਲੇਮ ਕਰਦੇ ਆ, ਰਾਮ ਕਬੀਰ ਆਏ ਕਬੇ ਤੇ ਕੋਈ ਨਾ ਸਕੇ ਪਛਾਣ। ਸੱਚ ਆ ਗਿਆ, ਗੱਲ ਖਤਮ। ਝੂਠ ਤੇ ਹੈ ਨਹੀਂ ਉੱਥੇ, ਝੂਠ ਆ ਹੀ ਨਹੀਂ ਸਕਦਾ। ਬਿਲਕੁਲ। ਤੇ ਸੱਚ ਪ੍ਰਗਟ ਹੋ ਜੇ। ਹੁਣ 24 ਕੈਰਟ ਦਾ ਸੋਨਾ ਇਕਰੀ ਹੋ ਜੇ ਤੇ ਮਲੀਨਤਾ ਕਿੱਥੋਂ ਹੋਣੀ ਹੈ? ਉਹ ਪਿਓਰ ਹੋ ਗਿਆ। ਤੇ ਫਿਰ ਅਗਲਾ ਕਲੇਮ ਕਰਦਾ ਇਹ 24 ਕੈਰਟ ਦਾ ਸੋਨਾ ਹੈ ਭਾਈ, ਇਹ 'ਚ ਕੋਈ ਮਿਲਾਵਟ ਨਹੀਂ ਹੈਗੀ। ਤੇ ਉਹ ਮਾਲਕ ਨੂੰ ਪਤਾ ਹੈ ਮੇਰੇ ਕੋਲ ਸੋਨਾ ਕਿਹੋ ਜਿਹਾ। ਗੱਲ ਖਤਮ ਹੋ ਗਈ। ਸੋ ਇਹ ਵਿਚਾਰ ਆ।
ਤੇ ਇਹ ਉਹ ਜਿਹੜਾ ਫਿਰ 24 ਕੈਰਟ ਦਾ ਸੋਨਾ ਲੈ ਕੇ ਜਾਂਦਾ ਹੈ ਉਹਨੂੰ ਕਹਿੰਦੇ ਮਹਿਲ 'ਚ ਸੱਦ ਲੈਂਦੇ ਆ, ਤੇ ਜਿਹੜੇ ਨਹੀਂ ਸੱਦਦੇ, ਜਿਨ੍ਹਾਂ ਕੋਲ ਨਹੀਂ ਹੈਗਾ, ਤੇ ਫਿਰ ਉਹਨੂੰ ਕਿਤੇ ਭੇਜੀ ਜਾਂਦੇ, ਜਾਓ ਪਿਓਰ ਕਰੋ ਤੇ ਵਾਪਸ ਆ ਜਾਓ। ਹਾਂ, ਬਸ 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 ਇੰਨਾ ਹੀ ਕੰਮ ਹੈ। ਉਹ ਬੋਲੇ ਆਖੀ ਰੱਬ ਦਾ ਪਾਉਣਾ, ਕਹਿੰਦੇ ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਬਿਲਕੁਲ ਸਹੀ ਹੈ। ਆਪਾਂ ਤਾਂ ਚੱਲਦੇ ਜਾਓ ਗੋਰਖੀ ਸਾਹਿਬ, ਆਪਾਂ ਤਾਂ ਇੱਕ ਚੀਜ਼ ਜਾਣਦੇ ਹਾਂ ਬਈ ਉਹ ਜਿਹੜਾ ਮਹਿਲ 'ਚ ਬੁਲਾਉਣਾ ਨਹੀਂ ਬੁਲਾਉਣਾ ਮਾਲਕ ਪਰਮਾਤਮਾ ਦੀ ਖੇਡ ਹੈ। ਆਪਾਂ ਤਾਂ ਜਿਹੜੇ ਜੇ ਉਚਾਈ ਵੱਲ ਜਿਹੜੇ ਜੇ ਚੱਲ ਰਹੇ ਨਾ ਸਫ਼ਰ ਦੇ ਵਿੱਚ ਹੀ ਬਹੁਤ ਮਜ਼ਾ ਆ ਰਿਹਾ ਗੋਰਖੀ ਸਾਹਿਬ, ਕਮਾਲ ਹੋਈ ਪਈ ਹੈ। ਹਾਂਜੀ ਨਿਜੇ ਸਾਹਿਬ, ਸਫ਼ਰ ਬਹੁਤ ਇੰਟਰਸਟਿੰਗ ਹੈ। ਮੰਜ਼ਿਲ ਤੇ ਇੱਕ ਅਲੱਗ ਚੀਜ਼ ਹੈ ਨਾ, ਮੰਜ਼ਿਲ ਇੱਕ ਅਲੱਗ ਹੈ, ਸਫ਼ਰ ਬਹੁਤ ਇੰਟਰਸਟਿੰਗ ਹੈ। ਤੇ ਸਫ਼ਰ ਤੇ ਉਹ ਕਹਿੰਦਾ ਕਿ ਬਈ ਤੂੰ ਜੇ 5-10 ਕਿਲੋਮੀਟਰ ਸਫ਼ਰ ਕੀਤਾ ਹੈ ਤੇ ਕਮ ਸੇ ਕਮ ਨਕਸ਼ਾ ਚੈੱਕ ਕਰ, ਤੈਨੂੰ ਪਤਾ ਲੱਗੇ ਕਿ ਤੂੰ ਸਹੀ ਦਿਸ਼ਾ ਦੇ ਵਾਲੀ ਜਾ ਰਿਹਾ, ਸਫ਼ਰ ਕਰ ਰਿਹਾ, ਕਿਤੇ ਗਲਤ ਦਿਸ਼ਾ ਤੇ ਨਹੀਂ ਤੁਰਿਆ ਜਾ ਰਿਹਾ। ਬਿਲਕੁਲ ਬਿਲਕੁਲ ਆਪਣੇ ਅੰਦਰ ਜਿਹੜਾ ਹੈਗਾ, ਆਪਣੇ ਅੰਦਰ ਉਚਾਈ ਆਏਗੀ ਭਾਈ, ਜੋ ਪਹਿਲਾਂ ਸੀਗੇ ਉਸ ਚੋਂ ਕਾਫੀ ਜ਼ਿਆਦਾ ਝੜ ਜਾਣਾ ਹੈ, ਸੱਚਾਈ ਆਉਣੀ ਹੈ ਨੇੜੇ ਨੇੜੇ, ਜਿਹੜੇ ਆਪਾਂ ਜਿਹੜੇ ਖੁਸ਼ੀ ਆਉਣੀ ਹੈ, ਸ਼ਾਂਤੀ ਆਉਣੀ ਹੈ, ਦੋ ਚੀਜ਼ਾਂ ਤਾਂ ਲਾਜ਼ਮੀ ਆਉਣੀਆਂ। ਹਾਂਜੀ ਵੀਰ ਜੀ। ਸੋ ਅੱਜ ਦੀ ਵਿਚਾਰ ਇੱਥੇ ਸਾਧ ਸੰਗਤ ਜੀ ਸਮਾਪਤ ਕਰਦੇ ਹਾਂ ਆਪਾਂ। ਬਿਲਕੁਲ ਜੀ, ਬਹੁਤ ਵਧੀਆ। ਠੀਕ ਹੈ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ। हे ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਦਰਾਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਕਬੂਲ ਕਰਨੀ ਮੇਰੇ ਮਾਲਿਕ। ਦਿਨ ਰੋਗਤਾ ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।